ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਰਾਹੀਂ ਜੀਵਨ ਜਾਚ ਸਿੱਖਣ ਦੀ ਟਰਾਈ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਕਰਦੇ ਹਾਂ। ਆਓ ਅਗਲੀ ਵਿਚਾਰ ਦੇ ਨਾਲ ਜੁੜੀਏ। ਅੱਜ ਦੀ ਜੋ ਅਸ਼ਟਪਦੀ ਹੈ 17ਵੀਂ ਅਸ਼ਟਪਦੀ ਹੈ। ਉਸ ਤੋਂ ਪਹਿਲਾਂ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਪੇ ਸੱਚ। ਇਸ ਦੇ ਉਚਾਰਨ ਵੱਲ ਅਸਾਂ ਥੋੜਾ ਧਿਆਨ ਰੱਖਣਾ ਹੈ, ਕਿਉਂਕਿ ਜਪਜੀ ਸਾਹਿਬ ਜੀ ਦੇ ਆਦ ਵਿੱਚ ਇਹ ਸ਼ਲੋਕ ਆਇਆ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਲੇਕਿਨ ਇੱਥੇ ਸੁਖਮਨੀ ਸਾਹਿਬ ਜੀ ਦੇ ਅੰਦਰ ਇਸ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੈ, ਜਪਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ, ਤੇ ਇੱਥੇ ਸਿਰਫ ਇੱਕ ਲਾਂ ਦਾ ਫਰਕ ਹੈ। ਪੱਬੇ ਨਾਲ ਬਿਹਾਰੀ ਦੀ ਬਜਾਏ ਸਿਹਾਰੀ ਲੱਗੀ ਹੈ। ਜਪਜੀ ਸਾਹਿਬ ਜੀ ਦੇ ਅੰਦਰ ਇਸ ਸ਼ਲੋਕ ਦੇ ਪੱਬੇ ਨਾਲ ਬਿਹਾਰੀ ਹੈ, ਲੇਕਿਨ ਸੁਖਮਨੀ ਸਾਹਿਬ ਜੀ ਦੇ ਅੰਦਰ ਸਿਹਾਰੀ ਹੈ। ਇਸ ਲਈ ਇਹਦਾ ਉਚਾਰਨ ਕਰਨ ਲੱਗਿਆਂ ਧਿਆਨ ਰੱਖਣਾ ਹੈ, ਭੀ ਨਹੀਂ ਪੜਨਾ, ਭੇ ਪੜਨਾ ਹੈ। ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਪੇ ਸੱਚ। ਇਸ ਸ਼ਲੋਕ ਦਾ ਅਰਥ ਮੈਂ ਆਪ ਦੇ ਨਾਲ ਆਰੰਭ ਕਰਾਂ, ਉਸ ਤੋਂ ਪਹਿਲਾਂ ਇਸ ਸ਼ਲੋਕ ਦੇ ਨਾਲ ਕੁਝ ਜੁੜੀਆਂ ਹੋਈਆਂ ਧਾਰਨਾਵਾਂ ਨੇ, ਉਹਨਾਂ ਬਾਰੇ ਮੈਂ ਆਪ ਦਾ ਧਿਆਨ ਜ਼ਰੂਰ ਦਿਵਾ ਦਿਆਂ। ਔਰ ਜੋ ਕੁਝ ਮੈਂ ਆਪ ਦੇ ਨਾਲ ਕਹਿ ਰਿਹਾ, ਫੇਸਬੁੱਕ ਤੇ ਵੀ ਵੀਰ ਭੈਣਾਂ ਸੁਣ ਰਹੇ ਹੋਣਗੇ, ਬਾਅਦ ਵਿੱਚ ਵੀ ਕੁਝ ਵੀਰ ਭੈਣਾਂ ਸੁਣਨਗੇ YouTube ਤੇ ਵੀ, ਕਲਾਸ ਵਿੱਚ ਵੀ। ਤਾਂ ਭਾਈ ਹਰਬੰਸ ਸਿੰਘ ਜੀ ਨੇ ਜੋ ਟੀਕਾ ਕੀਤਾ ਹੈ, ਉਹਨਾਂ ਦੇ ਟੀਕੇ ਤੋਂ ਇਹ ਵਿਚਾਰ ਮੈਂ ਆਪ ਨੂੰ ਪੜ੍ਹ ਕੇ ਸੁਣਾ ਰਿਹਾ ਹਾਂ। ਉਹ ਇਸ ਕਰਕੇ ਜਿਸ ਕਿਸੇ ਨੂੰ ਭੁਲੇਖਾ ਹੋਵੇ ਤਾਂ ਬਾਅਦ ਦੇ ਅੰਦਰ ਆਪ ਜੋ ਹੈ ਭਾਈ ਸਾਹਿਬ ਜਿਹੜਾ ਭਾਈ ਹਰਬੰਸ ਸਿੰਘ ਵਾਲਾ ਟੀਕਾ ਹੈ ਉਹਦਾ ਟੀਕਾ ਤੁਸੀਂ ਪੜ੍ਹ ਸਕਦੇ ਹੋ। ਔਰ ਭਾਈ ਹਰਬੰਸ ਸਿੰਘ ਜੀ ਦਾ ਟੀਕੇ ਦਾ ਜੋ ਪੰਨਾ ਹੈ 171 ਨੰਬਰ ਪੰਨੇ ਦੇ ਉੱਤੇ ਇਹ ਚੀਜ਼ ਆਪ ਨੂੰ ਮਿਲੇਗੀ। ਭਾਈ ਸਾਹਿਬ ਜੀ ਲਿਖ ਰਹੇ ਨੇ ਕਿ ਨਾਨਕ ਸਰ ਦੀ ਮਰਿਆਦਾ ਅਨੁਸਾਰ ਵਿਧੀ ਵਾਲਾ ਸੁਖਮਨੀ ਸਾਹਿਬ ਦਾ ਗੁਟਕਾ, ਜਿਸ ਦਾ ਪ੍ਰਕਾਸ਼ਕ ਉੱਤਮ ਭੰਡਾਰ ਖਾਸ ਕਰ ਨਾਨਕ ਸਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਹੈ, ਦੇ ਪੰਨਾ 7-8 ਉੱਪਰ ਲਿਖੀ ਵਾਰਤਕ ਤੋਂ ਪਾਠਕਾਂ ਨੂੰ ਜਾਣੂ ਕਰਾਉਣਾ ਉਚਿਤ ਹੋਵੇਗਾ। ਇਹ ਭਾਈ ਹਰਬੰਸ ਸਿੰਘ ਜੀ ਲਿਖ ਰਹੇ ਨੇ। ਉਹ ਲਿਖਦੇ ਨੇ ਕਿ ਇਸ ਗੁਟਕੇ ਦੇ ਵਿੱਚ ਨਾਨਕਸਰ ਵਾਲੇ ਚ ਲਿਖਿਆ ਹੈ ਕਿ ਪੰਜਵੇਂ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ, ਗਰੀਬ ਨਿਵਾਜ ਤੁਹਾਡੀ ਸੰਗਤ ਨੇ ਹੁਕਮ ਕੀਤਾ ਹੈ ਕਿ ਐਸੀ ਬਾਣੀ ਰਚਤ ਕਰੋ ਜੋ ਕੋੜ ਹਟਾ ਦੇਵੇ। ਸੋ ਮਹਾਰਾਜ ਸੰਗਤ ਦਾ ਹੁਕਮ ਮੰਨ ਕੇ ਇਹ ਬਾਣੀ ਆਪ ਜੀ ਦੇ ਅੱਗੇ ਹੈ, ਇਸ ਪਰ ਆਪ ਮੋਹਰ ਲਗਾਓ, ਸੰਸਾਰ ਰੋਗੀ ਦਾ ਰੋਗ ਦੂਰ ਕਰੋ। ਹੁਣ ਬਾਬਾ ਸ੍ਰੀ ਚੰਦ ਜੀ ਨੇ ਕਿਹਾ, ਜੀ ਅਸੀਂ ਬਾਣੀ ਨਹੀਂ ਉਚਾਰ ਸਕਦੇ, ਬਾਣੀ ਗੱਦੀ ਪਰ ਬੈਠਣ ਵਾਲਾ ਹੀ ਉਚਾਰ ਸਕਦਾ ਹੈ। ਫਿਰ ਪੰਜਵੇਂ ਪਾਤਸ਼ਾਹ ਨੇ ਕਿਹਾ, ਗਰੀਬ ਪਰਵਰ ਇਹ ਗੱਦੀ ਵੀ ਤੁਹਾਡੀ ਤੇ ਸੰਗਤ ਵੀ ਤੁਹਾਡੀ, ਅਸੀਂ ਤਾਂ ਤੁਹਾਡੀ ਗੱਦੀ ਦੇ ਸੇਵਾਦਾਰ ਦੇ ਭਾਂਡੇ ਮਾਂਜਣ ਵਾਲੇ ਅਤੇ ਪੱਖਾ ਪਾਣੀ ਢੋਣ ਵਾਲੇ ਹਾਂ, ਸੇਵਾਦਾਰ ਹਾਂ। ਸ੍ਰੀ ਮੁਖਵਾਕ ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਇਹ ਉਸ ਗੁਟਕੇ ਵਿੱਚ ਲਿਖਿਆ ਹੈ। ਅੱਗੇ ਲਿਖਦੇ ਨੇ ਕਿ ਤੁਹਾਡੀ ਸੰਗਤ ਦਾ ਹੁਕਮ ਮੰਨ ਕੇ ਇਹ ਬਾਣੀ ਰਚੀ ਹੈ, ਇਸ ਬਾਣੀ ਪਰ ਆਪ ਜੀ ਮੋਹਰ ਲਗਾਓ, ਰਹਿਮਤ ਕਰੋ। ਇਹ ਨਿਮਰਤਾ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਬਾਬਾ ਸ੍ਰੀ ਚੰਦ ਜੀ ਨੇ ਬਚਨ ਕੀਤਾ ਕਿ ਮਹਾਰਾਜ ਬਾਣੀ ਤਾਂ ਅਸੀਂ ਨਹੀਂ ਉਚਾਰ ਸਕਦੇ, ਪਰ ਤੁਹਾਡਾ ਬਚਨ ਮੰਨ ਕੇ ਮਾਤਰਾ ਦਾ ਫਰਕ ਪਾ ਦਿੰਦੇ ਹਾਂ। ਕਿਉਂ ਕਹਿ ਕੇ ਇਹ ਪੰਕਤੀ ਉਚਾਰਨ ਕੀਤੀ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਪੇ ਸੱਚ। ਪਹਿਲੀ ਬਾਣੀ ਵਿੱਚ ਤਾਂ ਸੀ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ। ਹੁਣ ਭੇ ਉਚਾਰਨ ਕਰਨ ਨਾਲ ਪੰਜਵੇਂ ਪਾਤਸ਼ਾਹ ਦੇ ਚਰਨਾਂ ਦਾ ਰੋਗ ਦੂਰ ਹੋ ਗਿਆ। ਇਹ ਆਪ ਸਾਰੇ ਨੋਟ ਕਰੋਗੇ, ਇਹ ਲਿਖਿਆ ਹੋਇਆ ਹੈ। ਔਰ ਇਹ ਯਾਦ ਰੱਖਣਾ ਕਿ ਇਹ ਮੈਂ ਨਹੀਂ ਕਹਿ ਰਿਹਾ, ਮੈਂ ਪੜ੍ਹ ਕੇ ਸੁਣਾ ਰਿਹਾ ਹਾਂ, ਜਿਸ ਕਰਕੇ ਸਾਰੀ ਸੰਗਤ ਨੂੰ ਇਸ ਬਾਰੇ ਪਤਾ ਲੱਗ ਜਾਏ। ਤਾਂ ਫਿਰ ਮੈਂ ਪੜ੍ਹਦਿਆਂ, ਪਹਿਲੀ ਬਾਣੀ ਵਿੱਚ ਤਾਂ ਸੀ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ। ਹੁਣ ਭੇ ਉਚਾਰਨ ਕਰਨ ਨਾਲ ਪੰਜਵੇਂ ਪਾਤਸ਼ਾਹ ਦੇ ਚਰਨਾਂ ਦਾ ਰੋਗ ਦੂਰ ਹੋ ਗਿਆ।
ਹਜੂਰ ਨਿਮਰਤਾ ਸਹਿਤ ਆਗਿਆ ਲੈ ਕੇ ਵਾਪਸ ਸਿਰ ਅੰਮ੍ਰਿਤਸਰ ਸਾਹਿਬ ਪਹੁੰਚ ਬਾਕੀ 8 ਸ਼ਲੋਕ ਉਚਾਰਨ ਕਰਕੇ ਸੁਖਮਨੀ ਸਾਹਿਬ ਸੰਪੂਰਨ ਕੀਤੀ। ਉਪਰੋਕਤ ਗੁਟਕੇ ਦੀ ਭੂਮਿਕਾ ਵਿੱਚ ਇਸ ਤਰ੍ਹਾਂ ਦੀਆਂ ਕੱਚੀਆਂ ਪਿੱਲੀਆਂ ਸਾਖੀਆਂ ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀਆਂ ਨੂੰ ਆਧਾਰ ਬਣਾ ਕੇ ਇਹ ਦਰਸਾਇਆ ਹੈ ਕਿ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਦੇ ਪੈਰਾਂ ਨੂੰ ਕੋਹੜ ਦਾ ਰੋਗ ਹੋਇਆ। ਇਸ ਰੋਗ ਦੀ ਨਿਵਰਤੀ ਦਾ ਦਾਤਾ ਬਾਬਾ ਸ੍ਰੀ ਚੰਦ ਜੀ ਨੂੰ ਦਰਸਾਇਆ ਔਰ ਵਡਿਆਇਆ ਗਿਆ ਹੈ। ਹੁਣ ਅੱਗੇ ਲਿਖਦੇ ਨੇ ਸਮਾਧਾਨ ਭਾਈ ਹਰਬੰਸ ਸਿੰਘ ਜੀ। ਇਸ ਸੱਚਾਈ ਤੋਂ ਸਾਰਾ ਸੰਸਾਰ ਜਾਣੂ ਹੈ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਲਾ ਸ਼ਲੋਕ ਜੋ ਜਪ ਬਾਣੀ ਦੇ ਮੋਢ ਵਿੱਚ ਅੰਕਿਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਚਿਤ ਹੈ ਅਤੇ ਇਸੇ ਸ਼ਲੋਕ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੇਵਲ ਭੀ ਦੀ ਥਾਂ ਭੇ ਦੇ ਫਰਕ ਨਾਲ ਸੁਖਮਨੀ ਸਾਹਿਬ ਜੀ ਦੀ 17ਵੀਂ ਅਸ਼ਟਪਦੀ ਦੇ ਨਾਲ ਆਪ ਜੋੜਿਆ ਹੈ। ਇਹ ਭੇਦ ਬਰਾਬਰੀ ਦੇ ਪੱਖੋਂ ਨਹੀਂ ਕਾਵ ਕਲਾ ਅਤੇ ਰਾਗ ਦੇ ਪੱਖੋਂ ਹੈ। ਜਿਵੇਂ ਜਪ ਬਾਣੀ ਦਾ ਅੰਤਲਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਚਿਤ ਹੈ, ਪਰ ਮਾਝ ਰਾਗ ਦੀ ਵਾਰ ਵਿੱਚ ਇਹੋ ਸ਼ਲੋਕ ਮਹਿਲਾ ਦੂਜਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਿਲਾ ਦੂਜਾ ਦੀ ਛਾਪ ਦੇ ਨਾਲ ਕੁਝ ਸ਼ਬਦਾਂ ਸਰੂਪਾਂ ਦੇ ਭੇਦ ਨਾਲ ਦਰਜ ਹੈ। ਇਸ ਤਰ੍ਹਾਂ ਦੇ ਕਈ ਹੋਰ ਸ਼ਲੋਕ ਤੇ ਸ਼ਬਦ ਜਿਨ੍ਹਾਂ ਨੂੰ ਸੰਪਾਦਨਾ ਦੇ ਦ੍ਰਿਸ਼ਟੀਕੋਣ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਪ੍ਰਵਾਨਿਆ ਹੈ। ਆਦ ਸੱਚ ਜੁਗਾਦ ਸੱਚ ਵਾਲਾ ਸ਼ਲੋਕ ਬਾਬਾ ਸ੍ਰੀ ਚੰਦ ਜੀ ਦੇ ਮੂੰਹੋਂ ਕਢਵਾ ਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬਾਕੀਆਂ ਅਗਲੀਆਂ 8 ਅਸ਼ਟਪਦੀਆਂ ਦੀ ਸ਼ਕਤੀ ਪ੍ਰਦਾਨ ਕਰਨ ਦਾ ਸਿਹਰਾ ਬਾਬਾ ਜੀ ਦੇ ਸਿਰ ਦੇ ਕੇ ਗੁਰੂ ਪਾਤਸ਼ਾਹ ਜੀ ਨੂੰ ਛੁਟਿਆਇਆ ਨਹੀਂ ਯਾਨੀ ਛੁਟਿਆਇਆ ਗਿਆ ਹੈ। ਜਦੋਂ ਕਿਸੇ ਇਤਿਹਾਸ ਅਨੁਸਾਰ ਗੁਰੂ ਅਮਰਦਾਸ ਜੀ ਆਪ ਜੀ ਨੂੰ ਕਿਹਾ ਸੀ ਦੋਹੀ ਥਾ ਬਾਣੀ ਕਾ ਬੋਹੀ ਥਾ। ਬਾਬਾ ਸ੍ਰੀ ਚੰਦ ਜੀ ਮਾਨਵਰ ਹਸਤੀ ਸਨ ਪਰ ਗੁਰੂ ਨਹੀਂ ਸਨ, ਸਗੋਂ ਗੁਰੂ ਪਿਤਾ ਦਾ ਹੁਕਮ ਨਾ ਮੰਨਣ ਕਰਕੇ ਆਕੀ ਮੰਨੇ ਗਏ ਨੇ, ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 967 ਉੱਤੇ ਪਾਵਨ ਵਾਕ ਦਰਜ ਨੇ। ਪੁੱਤਰੀ ਕੋਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਈਨ ਛੱਟੀਐ, ਜਿਸ ਦਾ ਅਰਥ ਭਾਈ ਸਾਹਿਬ ਜੀ ਥੱਲੇ ਲਿਖ ਰਹੇ ਨੇ। ਪੁੱਤਰਾਂ ਬ੍ਰੈਕਟ ਵਿੱਚ ਲਿਖਦੇ ਨੇ ਸ੍ਰੀ ਚੰਦ ਤੇ ਲਖਮੀ ਚੰਦ ਨੇ ਪਿਤਾ ਗੁਰੂ ਦਾ ਬਚਨ ਨਹੀਂ ਮੰਨਿਆ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨਣ ਵੱਲੋਂ ਕੰਨ ਯਾਨੀ ਪਾਸਾ ਮੋੜ ਲਿਆ। ਖੋਟਾ ਦਿਲ ਹੋਣ ਕਰਕੇ ਆਕੀ ਹੋਏ ਫਿਰਦੇ ਹਨ। ਮਨੋਂ ਹੰਕਾਰ ਦੀ ਛੱਟ ਦਾ ਭਾਰ ਬੰਨ ਕੇ ਸਿਰ ਤੇ ਚੁੱਕੀ ਫਿਰਦੇ ਨੇ। ਭਾਈ ਸਾਹਿਬ ਹੁਣ ਥੱਲੇ ਲਿਖਦੇ ਨੇ ਸਾਰੀ ਵਿਚਾਰ ਦਾ ਤੱਤ ਇਹ ਹੈ ਕਿ ਤੁਰਕੀ ਬਾਣੀ ਆਈ ਵਿੱਚ ਭਾਵੇਂ ਬਾਬਾ ਸ੍ਰੀ ਚੰਦ ਜੀ ਹੋਣ ਜਾਂ ਕੋਈ ਹੋਰ ਵਿਅਕਤੀ ਹੋਵੇ, ਗੁਰਬਾਣੀ ਦੇ ਕਿਸੇ ਅੱਖਰ ਨੂੰ ਬਦਲਣ ਵਾਲੀ ਗੱਲ ਉੱਕੀ ਹੀ ਨਿਰਮੂਲ ਹੈ। ਇਹ ਗੱਲ ਆਖਣੀ ਕਿ ਗੁਰੂ ਸਾਹਿਬ 16ਵੇਂ ਅਸ਼ਟਪਦੀ ਦੇ ਸ਼ਲੋਕ ਤੇ ਆ ਕੇ ਅਟਕ ਗਏ ਤੇ ਬਾਬਾ ਸ੍ਰੀ ਚੰਦ ਜੀ ਦੀ ਸ਼ਕਤੀ ਦੇ ਨਾਲ ਬਾਕੀ ਦੀਆਂ 8 ਅਸ਼ਟਪਦੀਆਂ ਉਚਾਰੀਆਂ, ਇਹ ਬਿਲਕੁਲ ਮਨਮਤ ਹੈ। ਤਾਂ ਇਸ ਸ਼ਲੋਕ ਤੇ ਅਸ਼ਟਪਦੀ ਵਿੱਚ ਵਿਦਮਾਨ ਗੁਰਮਤ ਵਿਚਾਰਧਾਰਾ ਦੇ ਆਓ ਦਰਸ਼ਨ ਕਰੀਏ। ਪੰਚਮ ਸਤਿਗੁਰੂ ਜੀ ਨੇ 15ਵੀਂ ਅਸ਼ਟਪਦੀ ਵਿੱਚ ਪ੍ਰਭੂ ਦੇ ਸਰਬ ਕਲਾ ਸਮਰੱਥ ਹੋਣ ਦੀ ਗੱਲ ਆਖੀ। 16ਵੀਂ ਵਿੱਚ ਪ੍ਰਭੂ ਨੂੰ 3 ਗੁਣਾ ਤੋਂ ਉੱਪਰ ਦੱਸਿਆ ਤੇ ਹੁਣ 17ਵੀਂ ਅਸ਼ਟਪਦੀ ਵਿੱਚ ਆਪ ਪ੍ਰਭੂ ਨੂੰ ਆਦ ਸੱਚ ਜੁਗਾਦ ਸੱਚ ਕਹਿ ਰਹੇ ਹਨ ਅਤੇ ਉਹ ਅੱਗੋਂ ਵੀ ਸੱਚ ਹੀ ਰਹੇਗਾ। ਦਰਅਸਲ ਸਿਧਾਂਤ ਦੀ ਮਹੱਤਤਾ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਅਸੀਂ ਸਮਕਾਲੀ ਭਾਰਤੀ ਧਰਮ ਚਿੰਤਕਾਂ ਦੇ ਵਿਚਾਰਾਂ ਨੂੰ ਬਾਣੀ ਦੇ ਨਾਲ ਤੋਲਦੇ ਹਾਂ। ਜਦੋਂ ਪ੍ਰਭੂ ਸਰਗੁਣ ਸਰੂਪ ਦੁਆਰਾ ਹੋਂਦ ਵਿੱਚ ਆਇਆ, ਉਦੋਂ ਤੋਂ ਹੀ ਸਮਾਂ ਜਾਂ ਕਾਲ ਵੀ ਨਾਲ ਹੋਂਦ ਵਿੱਚ ਆ ਗਿਆ। ਤਾਂ ਮੈਂ ਇਸ ਤੋਂ ਜ਼ਿਆਦਾ ਅੱਗੇ ਨਾ ਜਾਂਦਾ ਹੋਇਆ ਆਪ ਦੇ ਨਾਲ ਇੰਨੀ ਵਿਚਾਰ ਕਰਨੀ ਚਾਹਾਂਗਾ ਕਿ ਇਹ ਜੋ ਸਾਖੀ ਬਾਬਾ ਸ੍ਰੀ ਚੰਦ ਜੀ ਵਾਲੀ ਜੋੜੀ ਗਈ ਹੈ ਇਸ ਸ਼ਲੋਕ ਦੇ ਨਾਲ, ਉਹ ਬਿਲਕੁਲ ਨਿਰਮੂਲ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਉਤਰਨੀ ਬੰਦ ਹੋ ਗਈ। ਉਹਨਾਂ ਨੇ ਫਿਰ ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਸ਼ਲੋਕ ਉਚਾਰਿਆ ਤੇ ਬਾਕੀ ਬਾਣੀ ਤਾਂ ਉਚਾਰਨ ਕੀਤੀ। ਇਹ ਸਾਖੀ ਜਿਹੜੀ ਹੈ ਇਹੋ ਜਿਹੀਆਂ ਕਹਾਣੀਆਂ ਜੋੜੀਆਂ ਗਈਆਂ ਨੇ ਜੋ ਕਿ ਬਿਲਕੁਲ ਨਿਰਮੂਲ ਨੇ, ਔਰ ਇਹ ਆਪ ਭਾਈ ਹਰਬੰਸ ਸਿੰਘ ਜੀ ਦੇ ਟੀਕੇ ਦੇ ਵਿੱਚੋਂ ਵੀ ਪੜ੍ਹ ਸਕਦੇ ਹੋ, ਹੋਰ ਇਤਿਹਾਸ ਦੇ ਵਿੱਚੋਂ ਵੀ ਪੜ੍ਹ ਸਕਦੇ ਹੋ। ਤੇ ਐਸੀਆਂ ਜਿਹੜੀਆਂ ਸਾਖੀਆਂ ਨੇ ਉਹ ਪ੍ਰਵਾਨ ਕਰਨ ਯੋਗ ਨਹੀਂ ਹਨ। ਜਿਵੇਂ ਬਾਕੀ ਦੀ ਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ
ਉਸੇ ਤਰ੍ਹਾਂ ਹੀ ਇਹ ਸਾਰੀ ਬਾਣੀ ਗੁਰੂ ਜੀ ਨੇ ਉਚਾਰਨ ਕੀਤੀ ਹੈ। ਤਾਂ ਆਓ ਆਪਾਂ ਇਸ ਸ਼ਲੋਕ ਦੇ ਅਰਥ ਦੇ ਨਾਲ ਜੁੜਨ ਦਾ ਯਤਨ ਕਰੀਏ। ਆਦਿ ਸੱਚ, ਆਦਿ ਦਾ ਮਤਲਬ ਆਦਿ ਵਿੱਚ, ਮਤਲਬ ਸ਼ੁਰੂ ਤੋਂ, ਜਗਤ ਰਚਨਾ ਤੋਂ ਪਹਿਲਾਂ ਵੀ ਪ੍ਰਭੂ ਹੋਂਦ ਵਾਲਾ ਸੀ। ਜੁਗਾਦ ਸੱਚ, ਜੁਗਾਦ ਦਾ ਮਤਲਬ ਜੁਗ ਪਲੱਸ ਆਦ, ਜਦੋਂ ਯੁੱਗ ਸ਼ੁਰੂ ਹੋਏ ਯਾਨੀ ਸਮਾਂ ਹੋਂਦ ਵਿੱਚ ਆਇਆ। ਯੁੱਗ ਦਾ ਮਤਲਬ ਸਮਾਂ, ਜਦੋਂ ਸਮਾਂ ਹੋਂਦ ਵਿੱਚ ਆਇਆ ਯਾਨੀ ਪਿਛਲੇ ਸਮੇਂ ਵਿੱਚ ਵੀ ਪ੍ਰਭੂ ਸੱਚ ਸੀ, ਮੌਜੂਦ ਸੀ। ਹੈ ਭੇ ਸੱਚ, ਹੁਣ ਇਸ ਵੇਲੇ ਵੀ ਮੌਜੂਦ ਹੈ। ਨਾਨਕ, ਇੱਥੇ ਥੋੜਾ ਜਿਹਾ ਰੁਕਣਾ ਹੈ। ਨਾਨਕ ਹੋਸੀ ਪੇ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਏਗਾ ਯਾਨੀ ਕਾਇਮ ਰਹੇਗਾ। ਇਹ ਜਗਤ ਹੋਂਦ ਵਿੱਚ ਨਹੀਂ ਸੀ ਤਾਂ ਵੀ ਉਹ ਸੀ, ਜਗਤ ਹੋਂਦ ਵਿੱਚ ਆਇਆ ਉਦੋਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਅੰਦਰ ਵੀ ਰਹੇਗਾ, ਕਿਉਂਕਿ ਉਹ ਪ੍ਰਭੂ ਅਬਿਨਾਸ਼ੀ ਹੈ। ਔਰ ਇੱਕ ਓੰਕਾਰ ਦਾ ਭਾਵ ਹੀ ਇਹ ਹੈ ਕਿ ਉਹ ਲਗਾਤਾਰ ਕੰਟੀਨਿਊ ਹੈ। ਹੁਣ ਅੱਗੇ ਅਸ਼ਟਪਦੀ, ਚਰਨ ਸਤ, ਸਤ ਪਰਸਨਹਾਰ, ਪ੍ਰਭੂ ਦੇ ਚਰਨ ਸਦਾ ਥਿਰ ਨੇ, ਸੱਚੇ ਨੇ। ਸਤ ਪਰਸਨਹਾਰ, ਤੇ ਉਹਨਾਂ ਚਰਨਾਂ ਨੂੰ ਛੂਹਣ ਵਾਲੇ, ਪਰਸਨ ਵਾਲੇ ਵੀ ਅਟਲ ਹੋ ਜਾਂਦੇ ਨੇ, ਸੱਚੇ ਹੋ ਜਾਂਦੇ ਨੇ। ਉਹਨਾਂ ਦੀ ਵੀ ਇਹ ਆਤਮਕ ਮੌਤ ਨਹੀਂ ਹੁੰਦੀ। ਹੁਣ ਪ੍ਰਭੂ ਦੇ ਚਰਨ ਕੀ ਨੇ, ਇਹਦੇ ਬਾਰੇ ਅਸੀਂ ਪਿੱਛੇ ਵਿਚਾਰਾਂ ਕਰ ਚੁੱਕੇ ਹਾਂ। ਔਰ ਸੋਹਿਲਾ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਸਹਿਸ ਤਵ ਨੈਣ, ਨਨ ਨੈਣ ਹੈ ਤੋਹਿ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ, ਇਵ ਚਲਤ ਮੋਹੀ। ਯਾਨੀ ਇਹ ਸਾਰਾ ਦਿਸਦਾ ਸੰਸਾਰ ਰੱਬ ਦਾ ਹੀ ਰੂਪ ਹੈ। ਤਾਂ ਰੱਬ ਦੇ ਚਰਨ ਦਾ ਮਤਲਬ ਜੋ ਰੱਬ ਦੇ ਗੁਣ ਨੇ, ਜੋ ਰੱਬ ਦਾ ਹੁਕਮ ਕਹੋ ਜਾਂ ਰੱਬੀ ਗੁਣ ਕਹੋ, ਤੇ ਉਹ ਸदैव ਨੇ, ਸੱਚੇ ਨੇ। ਤੇ ਜਿਹੜੇ ਉਹਨਾਂ ਨੂੰ ਪਰਸਨ ਵਾਲੇ ਨੇ ਉਹ ਵੀ ਸੱਚੇ ਹੋ ਜਾਂਦੇ ਨੇ। ਹੁਣ ਗੁਣਾਂ ਨੂੰ ਕਿੰਨੇ ਪਰਸਨ ਹੈ, ਗੁਣਾਂ ਨੂੰ ਹੱਥਾਂ ਨਾਲ ਟੱਚ ਨਹੀਂ ਕੀਤਾ ਜਾ ਸਕਦਾ। ਗੁਣਾਂ ਨੂੰ ਪਰਸਨਾ ਸਾਡੀ ਸੁਰਤ ਨੇ, ਸਾਡੇ ਹਿਰਦੇ ਦੇ ਅੰਦਰ ਵਸਣਾ ਹੈ। ਤਾਂ ਪ੍ਰਭੂ ਦੇ ਗੁਣ ਅਟਲ ਨੇ, ਸदैव ਨੇ, ਸੱਚੇ ਨੇ। ਔਰ ਜਿਹੜੇ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੁੰਦੇ ਨੇ ਉਹ ਵੀ ਇਨਸਾਨ ਸੱਚੇ ਨੇ। ਅਸੀਂ ਕਹਿ ਸਕਦੇ ਹਾਂ ਰੱਬ ਦਾ ਹੁਕਮ ਸੱਚਾ ਹੈ, ਔਰ ਰੱਬ ਦੇ ਹੁਕਮ ਵਿੱਚ ਤੁਰਨ ਵਾਲੇ ਇਨਸਾਨ ਵੀ ਸੱਚ ਦਾ ਰੂਪ ਹੋ ਜਾਂਦੇ ਨੇ। ਪੂਜਾ ਸਤ, ਸਤ ਸੇਵਦਾਰ, ਇੱਥੇ ਪੂਜਾ ਦਾ ਮਤਲਬ ਹੈ ਰੱਬ ਦੇ ਹੁਕਮ ਵਿੱਚ ਤੁਰਨਾ। ਜਿਹੜੀ ਪੂਜਾ ਕਰਨੀ ਹੈ ਨਾ ਫੁੱਲਾਂ ਦੇ ਨਾਲ, ਜਾਂ ਜਿਹੜੀਆਂ ਪੱਤੀਆਂ ਰੱਖਣੀਆਂ, ਧੂਫਾਂ ਦਿਖਾਉਣੀਆਂ, ਕਿਸੇ ਮੂਰਤੀ ਨੂੰ ਮੰਨ ਕੇ ਪੂਜਾ ਕਰਨੀ, ਇੱਥੇ ਉਸ ਪੂਜਾ ਦੀ ਗੱਲ ਨਹੀਂ ਹੈ। ਯਾਨੀ ਪੂਜਾ ਦਾ ਮਤਲਬ ਰੱਬੀ ਹੁਕਮ ਦੇ ਅੰਦਰ ਤੁਰਨਾ, ਰੱਬ ਦੀ ਪੂਜਾ, ਰੱਬੀ ਹੁਕਮ ਵਿੱਚ ਤੁਰਨਾ ਇੱਕ ਅਟਲ ਸੱਚਾਈ ਹੈ। ਤੇ ਸਤ ਸੇਵਦਾਰ, ਜੋ ਸੇਵਾਦਾਰ ਨੇ, ਭਾਵ ਰੱਬੀ ਰਜਾ ਦੇ ਵਿੱਚ ਤੁਰਨ ਵਾਲੇ ਨੇ, ਉਹ ਵੀ ਸੱਚੇ ਨੇ। ਉਹਨਾਂ ਦੀ ਜ਼ਿੰਦਗੀ ਵੀ ਸੱਚੀ ਸੁੱਚੀ ਹੈ, ਉਹ ਆਤਮਕ ਮੌਤੇ ਨਹੀਂ ਮਰਦੇ। ਕਿਉਂਕਿ ਸੱਚ ਦੇ ਨਾਲ ਜੋ ਜੁੜੇਗਾ, ਜੋ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ, ਉਹ ਇਨਸਾਨ ਸੱਚਾ ਹੋ ਜਾਏਗਾ। ਜੋ ਮਨ ਬਚਨ ਕਰਮ ਕਰਕੇ ਸੱਚ ਦਾ ਧਾਰ ਨਹੀਂ ਹੈ, ਉਹਦੇ ਅੰਦਰ ਝੂਠ, ਫਰੇਬ, ਈਰਖਾ, ਦਵੇਸ਼ ਰਹੇਗੀ ਨਹੀਂ। ਇਸ ਲਈ ਉਹ ਇਨਸਾਨ ਵੀ ਸੱਚੇ ਸੁੱਚੇ ਨੇ। ਦਰਸ਼ਨ ਸਤ, ਸਤ ਪੇਖਨਹਾਰ, ਪ੍ਰਭੂ ਦਾ ਦੀਦਾਰ ਸਤ ਇੱਕ ਮਹਾਨ ਕਰਮ ਹੈ। ਤੇ ਦੀਦਾਰ ਪਰਸਨ ਵਾਲੇ ਵੀ ਮਰਨ ਤੋਂ ਰਹਿਤ ਹੋ ਜਾਂਦੇ ਨੇ। ਸਤ ਦਾ ਮਤਲਬ ਉਹ ਸदैव ਨੇ, ਉਹਨਾਂ ਦੀ ਕਦੇ ਆਤਮਕ ਮੌਤ ਨਹੀਂ ਹੁੰਦੀ। ਹੁਣ ਰੱਬ ਦਾ ਦਰਸ਼ਨ ਕੀ ਹੈ? ਰੱਬ ਦਾ ਦਰਸ਼ਨ, ਦਰਸ਼ਨ ਸ਼ਬਦ ਜਦੋਂ ਤੁਸੀਂ ਪੜੋਗੇ ਤਾਂ ਇਹਦੇ ਕਈ ਸਾਰੇ ਅਰਥ ਨਿਕਲਣਗੇ। ਦਰਸ਼ਨ ਨੂੰ ਤਿੰਨਾਂ ਚਾਰਾਂ ਭਾਗਾਂ ਦੇ ਵਿੱਚ ਵੰਡਿਆ ਹੈ ਵਿਦਵਾਨ ਲੋਕਾਂ ਨੇ। ਜਿਵੇਂ ਸਰਵਨ ਦਰਸ਼ਨ ਹੈ, ਤੇ ਕੰਨਾਂ ਦੇ ਨਾਲ ਆਪਣੇ ਇਸ਼ਟ ਦੇਵ ਦੀ ਸਿਫਤ ਸੁਣਨੀ, ਇਹਨੂੰ ਸਰਵਨ ਦਰਸ਼ਨ ਕਹਿ ਦਿੰਦੇ ਨੇ। ਨੇਤਰ ਦਰਸ਼ਨ ਹੈ ਕਿ ਸਾਹਮਣੇ ਪ੍ਰਤੱਖ ਮੂਰਤ ਦਰਸ਼ਨ, ਜਿਵੇਂ ਆਪਣੇ ਜੋ ਇਸ਼ਟ ਨੇ ਉਹਨਾਂ ਦੀ ਮੂਰਤ ਦੇ ਲੋਕ ਦਰਸ਼ਨ ਕਰਦੇ ਨੇ ਤਸਵੀਰ ਬਣਾ ਕੇ। ਲੇਕਿਨ ਇੱਥੇ ਦਰਸ਼ਨ ਦਾ ਮਤਲਬ ਰੱਬ ਦੀ ਰਜਾ ਭਾਣੇ ਦੇ ਵਿੱਚ ਤੁਰਨਾ ਹੈ, ਇਸ ਰਚਨਾ ਨੂੰ ਰੱਬੀ ਰੂਪ ਦੇ ਵਿੱਚ ਵੇਖਣਾ ਹੈ। ਦਰਸ਼ਨ ਦਾ ਮਤਲਬ ਫਿਲਾਸਫੀ ਵੀ ਹੈ, ਜਿਵੇਂ 6 ਘਰ 6 ਗੁਰ 6 ਉਪਦੇਸ਼। ਦਰਸ਼ਨ ਦਾ ਮਤਲਬ ਦਰਸ਼ਨ ਸ਼ਾਸਤਰ, ਫਿਲਾਸਫੀ, ਵਿਚਾਰਧਾਰਾ। ਤਾਂ ਜੋ ਰੱਬੀ ਗੁਣ ਨੇ ਉਹਨਾਂ ਦੇ ਦਰਸ਼ਨ ਕਰਨੇ,
ਉਹ ਇੱਕ ਸੱਚਾਈ ਹੈ, ਕਿਉਂਕਿ ਰੱਬੀ ਗੁਣ ਸੱਚ ਨੇ। ਤੇ ਜਿਹੜੇ ਪੇਖਣਹਾਰ ਉਹਨੂੰ ਵੇਖਦੇ ਨੇ, ਉਹਦੇ ਦਰਸ਼ਨ ਆਪਣੇ ਅੰਦਰੋਂ ਕਰਦੇ ਨੇ, ਉਹ ਇਨਸਾਨ ਵੀ ਸੱਚੇ ਨੇ। ਸੱਚ ਦੇ ਦਰਸ਼ਨ ਆਪਣੇ ਅੰਦਰੋਂ ਕਰਨੇ ਨੇ, ਗੁਣਾਂ ਦੇ ਦਰਸ਼ਨ ਆਪਣੇ ਅੰਦਰੋਂ ਕਰਨੇ ਨੇ, ਗੁਣਾਂ ਦੇ ਦਰਸ਼ਨ ਦੂਜਿਆਂ ਵਿੱਚ ਵੀ ਕਰਨੇ ਨੇ। ਕਈਆਂ ਲੋਕਾਂ ਦੇ ਵਿੱਚ ਗੁਣ ਨਹੀਂ ਹਨ, ਯਾਨੀ ਉਹ ਗੁਣਾਂ ਵਾਲੀ ਜ਼ਿੰਦਗੀ ਨਹੀਂ ਬਿਤਾ ਰਹੇ, ਪਰ ਉਹਨਾਂ ਦੇ ਅੰਦਰ ਗੁਣ ਮੌਜੂਦ ਨੇ। ਇਹ ਪੱਕੀ ਗੱਲ ਹੈ, ਗੁਣ ਉਹਨਾਂ ਦੇ ਅੰਦਰ ਵੀ ਹੈ ਨੇ। ਇਹ ਗੱਲ ਵੱਖਰੀ ਹੈ ਕਿ ਉਹਨਾਂ ਗੁਣਾਂ ਦੀ ਵਰਤੋਂ ਨਹੀਂ ਕਰਦੇ। ਸੱਚਾਈ ਸਾਡੇ ਸਾਰਿਆਂ ਦੇ ਅੰਦਰ ਹੈ, ਸਾਨੂੰ ਪਤਾ ਹੈ, ਪਰ ਅਸੀਂ ਸੱਚ ਨਹੀਂ ਬੋਲਦੇ। ਇਹ ਸਾਡੀ ਪ੍ਰੋਬਲਮ ਹੈ, ਇੱਕ ਵੱਖਰਾ ਟੌਪਿਕ ਹੈ। ਦਇਆ ਸਾਡੇ ਸਾਰਿਆਂ ਦੇ ਅੰਦਰ ਹੈ, ਅਸੀਂ ਕਰ ਸਕਦੇ ਹਾਂ, ਪਰ ਅਸੀਂ ਦਇਆ ਦੀ ਵਰਤੋਂ ਨਹੀਂ ਕਰਦੇ। ਪ੍ਰੇਮ ਸਾਡੇ ਸਾਰਿਆਂ ਦੇ ਅੰਦਰ ਹੈ, ਅਸੀਂ ਸਾਰੀ ਜ਼ਿੰਦਗੀ ਪ੍ਰੇਮ ਦੇ ਨਾਲ ਰਹਿ ਸਕਦੇ ਹਾਂ। ਜਿਵੇਂ ਆ ਕਲਾਸ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਵਿਚਾਰ ਕਰਦੇ ਹਾਂ, ਪ੍ਰੇਮ ਨਾਲ ਬੋਲਦੇ ਹਾਂ ਨਾ, ਜਾਂ ਹੁਣ ਪ੍ਰੇਮ ਨਾਲ ਬੈਠੇ ਹਾਂ। ਜੇ ਅਸੀਂ ਘੰਟਾ 2 ਘੰਟੇ ਪ੍ਰੇਮ ਨਾਲ ਰਹਿ ਸਕਦੇ ਹਾਂ, ਤਾਂ ਮਤਲਬ ਸਾਰੀ ਜ਼ਿੰਦਗੀ ਵੀ ਰਹਿ ਸਕਦੇ ਹਾਂ। ਪ੍ਰੇਮ ਅੰਦਰ ਹੈ, ਪਰ ਸਾਨੂੰ ਕੋਈ ਮਾੜੀ ਜੀ ਗੱਲ ਕਹਿ ਦੇਵੇ, ਨਾਲ ਦੇ ਨਾਲ ਅਸੀਂ ਲੋਹੇ ਲਾਖੇ ਹੋ ਜਾਂਦੇ ਹਾਂ, ਉਦੋਂ ਅਸੀਂ ਪ੍ਰੇਮ ਦੀ ਵਰਤੋਂ ਛੱਡ ਦਿੰਦੇ ਹਾਂ। ਤਾਂ ਪ੍ਰਭੂ ਦਾ ਦੀਦਾਰ ਇੱਕ ਸਤ ਕਰਮ ਹੈ, ਤੇ ਦੀਦਾਰ ਕਰਨ ਵਾਲੇ ਵੀ ਸੱਚੇ ਸੁੱਚੇ ਇਨਸਾਨ ਨੇ, ਆਤਮਕ ਮੌਤ ਤੋਂ ਬਚੇ ਨੇ। ਨਾਮ ਸਤ ਧਿਆਵਨਹਾਰ। ਨਾਮ ਦਾ ਮਤਲਬ ਪ੍ਰਭੂ ਦਾ ਹੁਕਮ। ਰੱਬ ਦਾ ਜੋ ਹੁਕਮ ਹੈ ਉਹ ਸੱਚ ਹੈ, ਉਕਾਈ ਤੋਂ ਰਹਿਤ ਹੈ। ਰੱਬ ਦੇ ਹੁਕਮ ਦੇ ਅੰਦਰ ਕੋਈ ਵੀ ਉਕਾਈ ਨਹੀਂ ਹੈ। ਜੋ ਲਾ ਆਫ ਨੇਚਰ ਹੈ, ਕੁਦਰਤ ਦੇ ਨਿਯਮ ਨੇ, ਸਾਰਾ ਸੰਸਾਰ ਨਿਯਮਾਵਲੀ ਦੇ ਅੰਦਰ ਕੰਮ ਕਰ ਰਿਹਾ ਹੈ, ਉਹ ਇੱਕ ਅਟਲ ਸੱਚਾਈ ਹੈ, ਉਕਾਈ ਤੋਂ ਰਹਿਤ ਨੇ। ਸਤ ਧਿਆਵਨਹਾਰ। ਧਿਆਵਨਹਾਰ ਦਾ ਮਤਲਬ ਜੋ ਧਿਆਨ ਧਰਦਾ ਹੈ, ਜੋ ਆਪਣੇ ਧਿਆਨ ਵਿੱਚ ਵਸਾਉਂਦਾ ਹੈ, ਉਹ ਵੀ ਸੱਚਾ ਇਨਸਾਨ ਹੋ ਜਾਂਦਾ ਹੈ, ਉਹ ਵੀ ਸੱਚ ਦੇ ਨਾਲ ਜੁੜ ਜਾਂਦਾ ਹੈ, ਉਹ ਵੀ ਸੱਚ ਦਾ ਸਰੂਪ ਹੋ ਜਾਂਦਾ ਹੈ। ਸੱਚਾ ਹੈ ਉਹ ਇਨਸਾਨ ਜੋ ਰੱਬੀ ਹੁਕਮ ਦੇ ਅੰਦਰ ਚੱਲਦਾ ਹੈ। ਹੁਣ ਸੱਚਾ ਕੌਣ ਹੈ? ਜੋ ਰੱਬੀ ਰਜ਼ਾ ਦੇ ਵਿੱਚ ਚੱਲਦਾ ਹੈ। ਜੇ ਅਸੀਂ ਹੋਰ ਸੌਖਾ ਕਰਕੇ ਸਮਝਣਾ ਹੋਈਏ ਤਾਂ ਸੱਚਾ ਸੁੱਚਾ ਇਨਸਾਨ ਕੌਣ ਹੈ? ਜੋ ਗੁਰਬਾਣੀ ਮੁਤਾਬਕ ਜ਼ਿੰਦਗੀ ਜਿੰਦਾ ਹੈ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਿਆ ਹੈ, ਜੋ ਮਨ ਵਚਨ ਕਰਮ ਕਰਕੇ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਰੱਬ ਦੀ ਰਜ਼ਾ ਵਿੱਚ ਰਹਿੰਦਾ ਹੈ, ਉਹ ਸੱਚਾ ਇਨਸਾਨ ਹੈ। ਤੇ ਸੱਚ ਦੀ ਜ਼ਰੂਰਤ ਹੈ ਅੱਜ ਦੀ ਦੁਨੀਆ ਅੰਦਰ। ਸੱਚ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੋਏ। ਆਪ ਸਤ, ਸਤ ਸਭ ਧਾਰੀ। ਸਭ ਦਾ ਮਤਲਬ ਸਾਰੀ ਸ੍ਰਿਸ਼ਟੀ, ਧਾਰੀ ਦਾ ਮਤਲਬ ਟਿਕਾਈ ਹੋਈ। ਪ੍ਰਭੂ ਆਪ ਸਤ ਹੈ, ਇੱਕ ਅਟਲ ਸੱਚਾਈ ਹੈ, ਤੇ ਉਹਦੀ ਟਿਕਾਈ ਹੋਈ ਰਚਨਾ ਵੀ ਸੱਚ ਹੈ। ਇਹਦੇ ਵਿੱਚ ਵੀ ਕੋਈ ਉਕਾਈ ਨਹੀਂ ਹੈ, ਇਹ ਵੀ ਇੱਕ ਸੱਚਾਈ ਹੈ। ਸਾਰਾ ਕੁਝ ਭਰਮ ਨਹੀਂ ਹੈ। ਕੁਦਰਤੀ ਨਿਯਮਾਵਲੀ ਦੇ ਅੰਦਰ ਕੋਈ ਕਮੀ, ਕੋਈ ਦੋਸ਼ ਨਹੀਂ ਹੈ। ਉਹ ਆਪ ਵੀ ਸदैव ਹੈ, ਤੇ ਉਹਦੀ ਇਹ ਟਿਕਾਈ ਹੋਈ ਰਚਨਾ ਵੀ ਹੋਂਦ ਵਾਲੀ ਹੈ। ਇਹਦੇ ਵਿੱਚ ਵੀ ਕੋਈ ਉਕਾਈ ਨਹੀਂ ਹੈ, ਇਹ ਵੀ ਇੱਕ ਸੱਚ ਹੈ। ਆਪੇ ਗੁਣ, ਆਪੇ ਗੁਣਕਾਰੀ। ਗੁਣਕਾਰੀ ਦਾ ਮਤਲਬ ਹੁੰਦਾ ਹੈ ਗੁਣ ਦੇਣ ਵਾਲਾ ਜਾਂ ਗੁਣ ਪੈਦਾ ਕਰਨ ਵਾਲਾ। ਗੁਰੂ ਸਾਹਿਬ ਜੀ ਕਹਿੰਦੇ ਨੇ ਆਪੇ ਗੁਣ। ਹੁਣ ਪ੍ਰਭੂ ਆਪ ਹੀ ਗੁਣ ਰੂਪ ਹੈ, ਆਪ ਹੀ ਚੰਗਿਆਈ ਹੈ। ਆਪੇ ਗੁਣਕਾਰੀ ਤੇ ਆਪ ਹੀ ਗੁਣ ਪੈਦਾ ਕਰਨ ਵਾਲਾ ਹੈ। ਯਾਨੀ ਉਹ ਸੈਭੰਗ ਹੈ, ਜੋ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਾਏ ਆ। ਸੈਭੰਗ, ਸੈਭੰਗ ਦਾ ਮਤਲਬ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ। ਰੱਬ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਰੱਬ ਦਾ ਕੋਈ ਮਾਂ ਬਾਪ ਨਹੀਂ ਹੈ, ਆਪਣੇ ਆਪ ਤੋਂ ਆਪ ਹੈ, ਯਾਨੀ ਸदैव ਹੈ, ਹੋਂਦ ਵਾਲਾ ਹੈ। ਜਦ ਆਪਣੇ ਆਪ ਤੋਂ ਆਪ ਹੈ ਤਾਂ ਗੁਣ ਵੀ ਉਸਨੇ ਆਪ ਹੀ ਪੈਦਾ ਕੀਤੇ ਨੇ। ਆਪ ਉਹ ਗੁਣ ਸਰੂਪ ਹੈ ਤੇ ਆਪ ਹੀ ਉਹ ਗੁਣ ਦੇਣ ਵਾਲਾ ਹੈ। ਦੇਖੋ ਇੱਥੇ ਸਾਡੀ ਇੱਕ ਬਹੁਤ ਵੱਡੀ ਸਮੱਸਿਆ ਹੱਲ ਹੋ ਰਹੀ ਹੈ ਕਿ ਰੱਬ ਕੀ ਹੈ? ਆਪੇ ਗੁਣ, ਯਾਨੀ ਉਹ ਗੁਣ ਰੂਪ ਹੈ। ਰੱਬ ਦੇ ਗੁਣਾਂ ਵਿੱਚ ਔਰ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ। ਚੀਜ਼ ਨੂੰ ਬੜੇ ਗਹੁ ਦੇ ਨਾਲ, ਠਰਮੇ ਦੇ ਨਾਲ ਸਮਝਣਾ ਹੈ। ਆਪੇ ਗੁਣ, ਰੱਬ ਆਪ ਹੀ ਗੁਣ ਹੈ, ਗੁਣ ਸਰੂਪ ਹੈ। ਯਾਨੀ ਰੱਬ ਔਰ ਰੱਬ ਦੇ ਗੁਣ ਦੋ ਵੱਖਰੀਆਂ ਚੀਜ਼ਾਂ ਨਹੀਂ ਹਨ। ਆਪ ਹੀ ਗੁਣ ਸਰੂਪ ਹੈ ਔਰ ਆਪ ਹੀ
ਉਹਨਾਂ ਗੁਣਾਂ ਨੂੰ ਪੈਦਾ ਕਰਨ ਵਾਲਾ ਹੈ, ਭਾਵ ਆਪ ਹੀ ਆਪਣੇ ਤੋਂ ਪੈਦਾ ਹੈ। ਤਾਂ ਹੁਣ ਜੇ ਅਸੀਂ ਇਹ ਸਮਝ ਲਈਏ ਕਿ ਰੱਬ ਗੁਣ ਸਰੂਪ ਹੈ, ਇਹ ਗੱਲ ਸਾਡੇ ਮਨ ਵਿੱਚ ਬਹਿ ਜਾਏ, ਅਸੀਂ ਤੇ ਵਿਸ਼ਵਾਸ ਕਰ ਲਈਏ, ਤੇ ਫਿਰ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੋ ਗਿਆ ਨਾ। ਗੁਣਾਂ ਦੇ ਵਿੱਚ ਸਮਾ ਜਾਣਾ ਹੀ ਰੱਬ ਦੇ ਵਿੱਚ ਸਮਾ ਜਾਣਾ ਹੋ ਗਿਆ। ਸਾਡੀ ਸੁਰਤ ਵਿੱਚ ਗੁਣ ਮਿਲ ਜਾਣ, ਸਾਡੀ ਸੁਰਤ ਗੁਣਾਂ ਵਿੱਚ ਮਿਲ ਜਾਏ, ਸਾਡੀ ਸੁਰਤ ਗੁਣਾਂ ਦੇ ਨਾਲ ਇੱਕਮਿਕ ਹੋ ਜਾਏ, ਇਸੇ ਨੂੰ ਰੱਬ ਦੇ ਵਿੱਚ ਮਿਲ ਜਾਣਾ ਕਹਿੰਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਕਿਉਂ ਜੋਤੀ ਸੰਜੋਤ ਸਮਾਨਾ। ਸਾਡੀ ਜੋਤ, ਸਾਡੀ ਸੁਰਤ ਰੱਬੀ ਗੁਣਾਂ ਦੇ ਅੰਦਰ ਸਮਾ ਜਾਏ ਤਾਂ ਸਾਡੀ ਰੱਬ ਨੂੰ ਪਾਉਣ ਵਾਲੀ ਜੋ ਸਮੱਸਿਆ ਹੈ ਉਹ ਸੋਲੂਸ਼ਨ ਉਹਦਾ ਹੋ ਜਾਏਗਾ, ਸਾਨੂੰ ਸਮਝ ਆ ਜਾਏਗੀ। ਹਾਂ, ਅੱਗੋਂ ਉਹਦੇ ਤੇ ਅਮਲ ਕਰਕੇ ਰੱਬ ਵਿੱਚ ਮਿਲਣਾ ਨਾ ਮਿਲਣਾ ਇਹ ਕਿਸੇ ਦੀ ਆਪਣੀ ਮਰਜ਼ੀ ਹੈ। ਅਗਲਾ ਬਚਨ ਕਰਦੇ ਨੇ, ਸ਼ਬਦ ਸਤ ਸਤ ਪ੍ਰਭ ਬਖਤਾ। ਜੋ ਪ੍ਰਭੂ ਦਾ ਸ਼ਬਦ ਹੈ ਸਿਫਤ ਸਲਾਹ ਦਾ, ਉਹ ਸੱਚਾ ਹੈ। ਸਤ ਪ੍ਰਭ ਬਖਤਾ, ਤੇ ਸ਼ਬਦ ਨੂੰ ਉਚਾਰਨ ਵਾਲਾ ਵੀ ਸੱਚਾ ਹੈ। ਯਾਨੀ ਰੱਬ ਦੀ ਸਿਫਤ ਸਲਾਹ, ਰੱਬ ਦਾ ਹੁਕਮ, ਰੱਬ ਦੇ ਗੁਣ ਇੱਕ ਅਟਲ ਸੱਚਾਈ ਹੈ। ਤੇ ਜੋ ਬਖਤਾ ਦਾ ਮਤਲਬ ਹੁੰਦਾ ਹੈ ਵਕਤਾ, ਉਚਾਰਨ ਵਾਲਾ, ਬੋਲਣ ਵਾਲਾ, ਸਿਫਤ ਸਲਾਹ ਕਰਨ ਵਾਲਾ, ਉਹ ਇਨਸਾਨ ਵੀ ਸੱਚਾ ਹੋ ਜਾਂਦਾ ਹੈ। ਤਾਂ ਜੇ ਹੁਣ ਅਸੀਂ ਸੱਚ ਦੇ ਅੰਦਰ ਮਿਲਣਾ ਹੈ ਤਾਂ ਉਹਦੇ ਵਾਸਤੇ ਸਾਡੇ ਕੋਲ ਸਾਧਨ ਕੀ ਹੈ? ਰੱਬ ਦੇ ਗੁਣ ਗਾਣਾ, ਰੱਬ ਦੇ ਗੁਣਾਂ ਦੇ ਧਾਰਨੀ ਹੋਣਾ, ਰੱਬ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਣਾ। ਸੁਰਤ ਸਤ, ਸਤ ਜਾਂ ਸੁਨਤਾ। ਸੁਰਤ ਦਾ ਮਤਲਬ ਧਿਆਨ, ਔਰ ਸੁਰਤ ਦਾ ਅਰਥ ਜੋ ਹੈ ਕੰਨ ਵੀ ਕੀਤਾ ਗਿਆ ਹੈ। ਸੁਰਤ ਦਾ ਮਤਲਬ ਕੰਨ, ਸੁਰਤ ਦਾ ਮਤਲਬ ਧਿਆਨ ਵੀ ਹੈ, ਜਸ ਦਾ ਮਤਲਬ ਸਿਫਤ ਵੀ ਹੈ। ਤਾਂ ਦੋ ਤਰ੍ਹਾਂ ਇਹਦੇ ਅਰਥ ਕੀਤੇ ਗਏ ਨੇ। ਪ੍ਰਭੂ ਵਿੱਚ ਸੁਰਤ ਜੋੜਨੀ ਸਤ ਕਰਮ ਹੈ, ਔਰ ਪ੍ਰਭੂ ਦਾ ਜਸ ਸੁਣਨ ਵਾਲਾ ਵੀ ਸੱਚਾ ਹੈ। ਤੇ ਮਨਮੋਹਨ ਸਿੰਘ ਜੀ ਅਰਥ ਦੇ ਕਰਦੇ ਨੇ, ਸੱਚੇ ਹਨ ਕੰਨ ਜੋ ਸਤਿਪੁਰਖ ਦੀ ਕੀਰਤੀ ਸਰਵਣ ਕਰਦੇ ਨੇ। ਤਾਂ ਇਹ ਦੋਵਾਂ ਦਾ ਅਰਥਾਂ ਦਾ ਜਿਹੜਾ ਹੈ ਕੇਂਦਰੀ ਭਾਵ ਇੱਕ ਹੀ ਹੋਏਗਾ, ਕਿਉਂਕਿ ਕੰਨਾਂ ਦੇ ਨਾਲ ਜੇ ਸਾਡੀ ਸੁਰਤ ਸੱਚ ਦੇ ਨਾਲ ਜੁੜੀ ਹੈ ਤਾਂ ਹੀ ਅਸੀਂ ਸੱਚ ਨੂੰ ਸੁਣ ਸਕਾਂਗੇ। ਤਾਂ ਉਹ ਸੁਰਤ ਜਿਹੜੀ ਹੈ ਸੱਚੀ ਹੈ, ਜਿਹੜੀ ਰੱਬੀ ਗੁਣਾਂ ਦੇ ਨਾਲ ਜੁੜਦੀ ਹੈ। ਯਾਨੀ ਜੋ ਰੱਬੀ ਗੁਣਾਂ ਦੇ ਨਾਲ ਸੁਰਤ ਜੋੜਦਾ ਹੈ ਜਿਹੜਾ, ਉਹ ਇਨਸਾਨ ਸੱਚਾ ਹੈ। ਸਤ ਜਸ ਸੁਣਤਾ, ਤੇ ਉਹ ਇਨਸਾਨ ਵੀ ਸੱਚਾ ਹੈ ਜਿਹੜਾ ਰੱਬੀ ਜਸ ਨੂੰ ਸੁਣਦਾ ਹੈ। ਇਸ ਲਈ ਸਾਨੂੰ ਇੱਥੋਂ ਜੀਵਨ ਵਾਸਤੇ ਜੋ ਚੀਜ਼ ਮਿਲ ਰਹੀ ਹੈ, ਅਸੀਂ ਕੰਨਾਂ ਦੇ ਨਾਲ ਕੇਵਲ ਗੁਣਾਂ ਦੀ ਗੱਲ ਸੁਣਨੀ ਹੈ, ਸੱਚ ਦੀ ਗੱਲ ਸੁਣਨੀ ਹੈ। ਕਿਉਂਕਿ ਜੈਸੀ ਇਨਪੁਟ ਆਏਗੀ ਵੈਸੀ ਆਊਟਪੁੱਟ ਆਏਗੀ। ਜੋ ਬੀਜਾਂਗੇ ਉਹ ਉੱਗੇਗਾ। ਜੋ ਅਸੀਂ ਪੰਜਾਂ ਗਿਆਨ ਇੰਦਰੀਆਂ ਰਾਹੀਂ ਆਪਣੇ ਦਿਮਾਗ ਵਿੱਚ, ਆਪਣੇ ਮਨ ਵਿੱਚ, ਸਬਕੌਂਸ਼ੀਅਸ ਮਾਈਂਡ ਅੰਦਰ ਜੋ ਵਿਚਾਰ ਭੇਜਦੇ ਹਾਂ, ਉਹ ਵਿਚਾਰ ਹੀ ਸਾਡਾ ਸੁਭਾਅ ਬਣਦਾ ਹੈ। ਉਸ ਸੁਭਾਅ ਮੁਤਾਬਕ ਹੀ ਅਸੀਂ ਕਰਮ ਕਰਦੇ ਹਾਂ, ਉਹਨਾਂ ਕੰਮਾਂ ਮੁਤਾਬਕ ਹੀ ਸਾਨੂੰ ਸੁੱਖ ਜਾਂ ਦੁੱਖ ਮਿਲਦਾ ਹੈ। ਇਸ ਲਈ ਅਸੀਂ ਟਰਾਈ ਕਰਨੀ ਹੈ ਸੱਚ ਸੁਣਨ ਦੀ, ਰੱਬ ਦੀ ਸਿਫਤ ਸਲਾਹ ਸੁਣਨ ਦੀ। ਬੁੱਝਣਹਾਰ ਕੋ ਇੱਥੇ ਵਿਸ਼ਰਾਮ ਲਗਾਉਣਾ ਹੈ। ਸਤ ਸਭ ਹੋਏ। ਬੁੱਝਣਹਾਰ ਕੋ ਦਾ ਮਤਲਬ ਜੋ ਸਾਹਿਬ ਨੂੰ ਸਮਝਦਾ ਹੈ, ਜੋ ਬੁੱਝ ਲੈਂਦਾ ਹੈ, ਜਾਣ ਲੈਂਦਾ ਇਹਨਾਂ ਚੀਜ਼ਾਂ ਨੂੰ, ਰੱਬੀ ਹੁਕਮ ਨੂੰ, ਰੱਬੀ ਗੁਣਾਂ ਨੂੰ, ਜੋ ਵੀ ਇਹ ਵਿਚਾਰ ਦਿੱਤੀ ਜਾ ਰਹੀ ਹੈ, ਜੋ ਇਸ ਵਿਚਾਰ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ। ਸਤ ਸਭ ਹੋਏ, ਉਹਦੇ ਵਾਸਤੇ ਸਾਰਾ ਸੰਸਾਰ ਹੀ ਫਿਰ ਰੱਬ ਦਾ ਰੂਪ ਉਹਨੂੰ ਨਜ਼ਰੀ ਪੈਂਦਾ ਹੈ। ਉਹਦੇ ਵਾਸਤੇ ਉਹਨੂੰ ਇਸ ਜਗਤ ਦੇ ਅੰਦਰ ਕੋਈ ਉਕਾਈ ਨਜ਼ਰੀ ਨਹੀਂ ਪੈਂਦੀ। ਉਹਦੇ ਵਾਸਤੇ ਸਾਰਾ ਕੁਝ ਹਸਤੀ ਵਾਲਾ ਹੈ, ਰਚਿਆ ਹੋਇਆ ਜਗਤ ਵੀ ਹਸਤੀ ਵਾਲਾ ਹੈ, ਮਿਥਿਆ ਨਹੀਂ ਭਾਸਦਾ। ਉਹਨੂੰ ਚਾਰ ਚੁਫੇਰੇ ਸੱਚਾ ਰੱਬ ਹੀ ਨਜ਼ਰੀ ਪੈਂਦਾ ਹੈ। ਸਤ ਸਭ ਹੋਏ ਦਾ ਮਤਲਬ ਸਭ ਥਾਵਾਂ ਤੇ ਰੱਬ ਹੀ ਦਿਸਦਾ ਹੈ, ਸਭ ਥਾਵਾਂ ਤੇ ਇੱਕ ਸੱਚਾਈ ਨਜ਼ਰੀ ਪੈਂਦੀ ਹੈ, ਕਿਉਂਕਿ ਸੱਚਾਈ ਸਭ ਥਾਵਾਂ ਤੇ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਉਸ ਸੱਚਾਈ ਨੂੰ ਯੂਜ਼ ਨਹੀਂ ਕਰ ਰਿਹਾ। ਸੱਚਾਈ ਹਰ ਥਾਂ ਤੇ ਹੈ, ਬੋਲੀ ਜਾ ਸਕਦੀ ਹੈ, ਸੱਚ ਸੁਣਿਆ ਜਾ ਸਕਦਾ ਹੈ, ਸੱਚ ਨੂੰ ਅਪਣਾਇਆ ਜਾ ਸਕਦਾ ਹੈ। ਲੇਕਿਨ ਇਹ ਗੱਲ ਵੱਖਰੀ ਹੈ ਕਿ ਕੋਈ ਨਾ ਸੁਣੇ ਨਾ ਅਪਣਾਏ, ਉਹ ਇੱਕ ਵੱਖਰੀ ਚੀਜ਼ ਹੈ। ਦੂਜੀ ਗੱਲ ਹੈ ਕਿ ਸਤ ਸਭ ਹੋਏ, ਸਾਰਾ ਦਿਸਦਾ ਜਗਤ ਰੱਬ ਦਾ ਰੂਪ ਹੈ।
ਗੁਰੂ ਸਾਹਿਬ ਜੀ ਆਪ ਬਚਨ ਕਰਦੇ ਨੇ, ਇਹ ਵਿਸ਼ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਜਾਂ ਇਹ ਜਗ ਸੱਚੇ ਕੀ ਹੈ ਕੋਠੜੀ, ਇੱਕ ਅਟਲ ਸੱਚਾਈ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਇਸ ਚੀਜ਼ ਨੂੰ ਮੰਨਦਾ ਹੈ ਜਾਂ ਨਹੀਂ ਮੰਨਦਾ, ਅਮਲ ਕਰਨਾ ਨਾ ਕਰਨਾ ਇਹ ਤੇ ਆਪਣੀ ਮਰਜ਼ੀ ਹੈ ਨਾ। ਪਰ ਜੇ ਅਸੀਂ ਇਹਨਾਂ ਚੀਜ਼ਾਂ ਤੇ ਅਮਲ ਕਰੀਏ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ। ਜੋ ਇਹਨਾਂ ਚੀਜ਼ਾਂ ਨੂੰ ਬੁੱਝਦਾ ਹੈ, ਜਾਣਦਾ ਹੈ, ਗੁਰੂ ਜੀ ਕਹਿੰਦੇ ਨੇ ਉਹਦੇ ਵਾਸਤੇ ਸਮੂਹ ਸੱਚ ਹੀ ਸੱਚ ਹੈ, ਚਾਰ ਚੁਫੇਰੇ ਸੱਚ ਪਸਰਿਆ ਹੋਇਆ ਹੈ। ਇਸ ਜਗਤ ਵਿੱਚ ਉਹਨੂੰ ਕੋਈ ਉਕਾਈ ਨਜ਼ਰੀ ਨਹੀਂ ਪੈਂਦੀ। ਨਾਨਕ, ਇੱਥੇ ਥੋੜਾ ਵਿਸ਼ਰਾਮ ਲਗਾਣਾ ਹੈ, ਨਾਨਕ ਸਤ ਸਤ ਪ੍ਰਭ ਸੋਏ। ਸੋਏ ਦਾ ਮਤਲਬ ਸਾਰ ਲੈਣ ਵਾਲਾ। ਤਾਂ ਇਹ ਪ੍ਰਭੂ ਸਦਾ ਫਿਰ ਰਹਿਣ ਵਾਲਾ ਹੈ ਔਰ ਸਾਰਿਆਂ ਦੀ ਸਾਰ ਲੈਣ ਵਾਲਾ ਹੈ। ਉਹ ਸਭ ਦੀ ਸਾਰ ਲੈ ਰਿਹਾ ਹੈ। ਰੱਬ ਸदैव ਹੈ, ਸਦਾ ਹੈ, ਉਹਦਾ ਕਦੇ ਵਿਨਾਸ਼ ਨਹੀਂ ਹੋਣਾ, ਸਭ ਦੀ ਸਾਰ ਲੈਣ ਵਾਲਾ ਹੈ। ਤਾਂ ਇਸ ਤਰ੍ਹਾਂ ਸਾਨੂੰ ਇਥੋਂ ਜੀਵਨ ਲਈ ਕੀ ਮਿਲ ਰਿਹਾ ਹੈ ਕਿ ਅਸੀਂ ਵੀ ਸੱਚ ਦੇ ਨਾਲ ਜੁੜਨਾ ਹੈ, ਮਨ, ਬਚਨ ਔਰ ਕਰਮ ਕਰਕੇ, ਔਰ ਅਸੀਂ ਵੀ ਸਾਰ ਲੈਣ ਵਾਲੇ ਗੁਣ ਨੂੰ ਅਪਣਾਉਣਾ ਹੈ। ਇਸ ਦੁਨੀਆ ਦੇ ਵਿੱਚ ਸਾਰ ਲੈਣ ਵਾਲੇ ਲੋਕ ਨਾ ਘਟਦੇ ਜਾ ਰਹੇ ਨੇ। ਇਹ ਨਹੀਂ ਕਿ ਨਹੀਂ ਹਨ, ਹੈਨ ਵਿਰਲੇ ਨਾ ਹੀ ਕਣੇ। ਦੁਨੀਆ ਵਿੱਚ ਚੰਗੇ ਚੰਗੇ ਲੋਕ ਮੌਜੂਦ ਨੇ, ਹਰ ਸਮੇਂ ਰਹਿੰਦੇ ਨੇ, ਕਦੇ ਵੀ ਕਿਸੇ ਚੀਜ਼ ਦਾ ਕਾਲ ਨਹੀਂ ਪੈਂਦਾ। ਗੱਲ ਤਾਂ ਬਹੁਤਾਤ ਗਿਣਤੀ ਦੀ ਹੁੰਦੀ ਹੈ। ਪਰ ਅੱਜ ਇਸ ਦੁਨੀਆ ਦੇ ਵਿੱਚ ਜੋ ਸਾਰ ਲੈਣ ਵਾਲੇ ਨੇ, ਕੁਝ ਘੱਟ ਲੋਕ ਨੇ। ਦੇਖੋ, ਜੇ ਸਾਰ ਲੈਣ ਵਾਲਾ ਗੁਣ ਸੁਭਾਅ ਸਾਡਾ ਬਣ ਜਾਏ ਆਮ ਬੰਦੇ ਦਾ, ਤਾਂ ਫਿਰ ਕਿਸੇ ਮਾਂ-ਬਾਪ ਨੂੰ ਬਿਰਧ ਆਸ਼ਰਮ ਵਿੱਚ ਜਾਣ ਦੀ ਜ਼ਰੂਰਤ ਨਹੀਂ ਨਾ ਪੈਗੀ। ਬੱਚੇ ਆਪਣੇ ਮਾਂ-ਬਾਪ ਦੀ ਸਾਰ ਲੈਣਗੇ, ਮਾਂ-ਬਾਪ ਬੱਚਿਆਂ ਦੀ ਸਾਰ ਲੈਣਗੇ, ਭੈਣ ਭਰਾ, ਰਿਸ਼ਤੇਦਾਰ, ਸੱਜਣ ਮਿੱਤਰ ਇੱਕ ਦੂਜੇ ਦੀ ਸਾਰ ਲੈਣਗੇ, ਦੁੱਖ ਸੁੱਖ ਦੇ ਸਾਥੀ ਹੋਣਗੇ। ਤੇ ਜੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੋਈਏ, ਅਸੀਂ ਇੱਕ ਦੂਜੇ ਦੇ ਦੁੱਖਾਂ ਨੂੰ ਦੂਰ ਕਰੀਏ, ਇੱਕ ਦੂਜੇ ਨੂੰ ਸੁੱਖ ਦੇਈਏ, ਤਾਂ ਇਸ ਸੰਸਾਰ ਦੇ ਇਹ ਦੁਨੀਆ ਬਣ ਜਾਏਗੀ। ਹੁਣ ਹੁੰਦਾ ਕੀ ਹੈ ਕਿ ਮੈਂ ਚਾਹਨਾ ਕਿ ਮੇਰੇ ਰਾਹਾਂ ਦੇ ਵਿੱਚ ਫੁੱਲ ਉੱਗਣ, ਪਰ ਮੈਂ ਫੁੱਲ ਚਾਹੁੰਦਾ ਹਾਂ ਆਪਣੇ ਰਾਹਾਂ ਵਿੱਚ ਤੇ ਤੁਹਾਡੇ ਰਾਹਾਂ ਵਿੱਚ ਕੰਡੇ ਚਾਹੁੰਦਾ ਹਾਂ। ਮੈਂ ਤੁਹਾਡੇ ਰਾਹਾਂ ਵਿੱਚ ਕੰਡੇ ਬੀਜਦਾ ਹਾਂ, ਆਪਣੇ ਰਾਹਾਂ ਵਿੱਚ ਫੁੱਲ ਪੈਦਾ ਕਰਨਾ ਚਾਹੁੰਦਾ। ਤੇ ਸੇਮ ਬਿਰਤੀ ਤੁਹਾਡੀ ਹੈ। ਤੁਸੀਂ ਵੀ ਦੂਜਿਆਂ ਦੇ ਰਾਹਾਂ ਵਿੱਚ ਕੰਡੇ ਬੀਜ ਕੇ ਆਪਣੇ ਰਾਹਾਂ ਵਿੱਚ ਫੁੱਲ ਪੈਦਾ ਕਰਨਾ ਚਾਹੁੰਦੇ ਹੋ। ਤਾਂ ਫਿਰ ਕੀ ਹੋਏਗਾ? ਸਾਰੀ ਦੁਨੀਆ ਕੰਡਿਆਂ ਦੇ ਨਾਲ ਭਰ ਜਾਏਗੀ, ਸਾਰੇ ਰਾਹਾਂ ਵਿੱਚ ਕੰਡੇ ਬੀਜੇ ਜਾਣਗੇ, ਕੰਡਿਆਂ ਦੀ ਬਹੁਤਾਤ ਹੋ ਜਾਏਗੀ। ਤੇ ਜੇ ਮੈਂ ਤੁਹਾਡੇ ਰਾਹਾਂ ਵਿੱਚ ਫੁੱਲ ਉਗਾਵਾਂ ਤੇ ਤੁਸੀਂ ਮੇਰੇ ਰਾਹਾਂ ਵਿੱਚ ਫੁੱਲ ਉਗਾਉਣ ਦਾ ਯਤਨ ਕਰੋ, ਤੇ ਸਾਰੀ ਦੁਨੀਆ ਫੁੱਲਾਂ ਦੇ ਨਾਲ ਭਰ ਜਾਏਗੀ। ਸਿੰਪਲ ਗੱਲ ਹੈ ਨਾ। ਇੱਕ ਨਿੱਕੀ ਜਿਹੀ ਮੈਂ ਕਲਿੱਪ ਦੇਖ ਰਿਹਾ ਸੀ ਇੱਕ ਦਿਨ। ਇੱਕ ਬੰਦਾ 20-25 ਬੰਦਿਆਂ ਨੂੰ ਉਹਨੇ ਇਕੱਠਾ ਕੀਤਾ ਸੀ ਤੇ ਉਹਨਾਂ ਨੂੰ ਇੱਕ ਇੱਕ ਗੁਬਾਰਾ ਦਿੱਤਾ ਸੀ, ਪਖਾਨਾ, ਬੈਲੂਨ। ਉਹ ਕਹਿੰਦਾ ਵੀ ਆਪਣੇ ਆਪਣੇ ਪਖਾਨੇ ਸਾਰੇ ਫੁਲਾ ਲਓ। ਸਾਰਿਆਂ ਨੇ ਉਹਨਾਂ ਪਖਾਨਿਆਂ ਨੂੰ, ਗੁਬਾਰਿਆਂ ਨੂੰ ਫੁਲਾ ਲਿਆ। ਕਹਿੰਦਾ ਇਹਨਾਂ ਨੂੰ ਗੰਢ ਦੇ ਲਓ, ਜਿਸ ਕਰਕੇ ਹਵਾ ਨਾ ਨਿਕਲੇ। ਗੰਢ ਦੇ ਕੇ ਤੇ ਉਹਨਾਂ ਨੇ ਸਾਰੇ 20 ਬੰਦਿਆਂ ਨੇ ਗੁਬਾਰੇ ਫੜ ਲਏ। ਇੱਕ ਇੱਕ ਉਹਨਾਂ ਨੂੰ ਸੂਈ ਦੇ ਦਿੱਤੀ। ਕਹਿੰਦਾ ਐ ਲੋ ਸੂਈ, ਤੇ ਹੁਣ ਜਿਹਦਾ ਗੁਬਾਰਾ ਸਾਬਤ ਬਚ ਗਿਆ ਉਹ ਵਿਜੇਤਾ ਹੋਏਗਾ ਤੇ ਉਹਨੂੰ 1000 ਰੁਪਇਆ ਇਨਾਮ ਦਿੱਤਾ ਜਾਏਗਾ। ਜਿਹਦਾ ਗੁਬਾਰਾ ਸਾਬਤ ਬਚ ਗਿਆ ਉਹ ਵਿਜੇਤਾ ਹੋਏਗਾ ਤੇ ਉਹਨੂੰ ਇਨਾਮ ਦਿੱਤਾ ਜਾਏਗਾ 1000 ਰੁਪਇਆ। ਤੇ ਤੁਹਾਡੇ ਕੋਲ 10 ਮਿੰਟ ਨੇ, 10 ਮਿੰਟ ਤੱਕ ਜਿਹੜਾ ਬੰਦਾ ਆਪਣਾ ਗੁਬਾਰਾ ਸਾਬਤ ਬਚਾ ਲੇਗਾ ਉਹਨੂੰ 1000 ਰੁਪਇਆ ਇਨਾਮ ਤੇ ਉਹ ਵਿਜੇਤਾ ਹੋਏਗਾ। ਬਸ ਹੁਣ ਕੀ ਸੀ, ਇੱਕ ਨੇ ਦੂਜੇ ਦੇ ਗੁਬਾਰੇ ਵਿੱਚ ਸੂਈ ਮਾਰੀ, ਦੂਜੇ ਨੇ ਤੀਜੇ ਦੇ, ਤੀਜੇ ਨੇ। ਹੁਣ 2-3 ਬੰਦੇ ਬਚ ਗਏ ਤੇ ਜਿਨ੍ਹਾਂ ਦੇ ਗੁਬਾਰੇ ਫਟ ਗਏ ਸੀ ਨਾ, ਉਹ ਦੂਜੇ ਨੂੰ ਕਹਿਣ ਲੱਗੇ ਇਹਦਾ ਬਚ ਗਿਆ, ਇਹਦਾ ਪਾੜੋ। ਸਾਰਿਆਂ ਨੇ ਗੁਬਾਰੇ 10 ਮਿੰਟ ਤੋਂ ਪਹਿਲਾਂ ਹੀ ਪਾੜ ਦਿੱਤੇ। ਤੇ ਉਹ ਬੰਦਾ ਜਿਹੜਾ ਸੀ ਨਾ, ਉਹ ਹੱਸਣ ਲੱਗ ਗਿਆ, ਕਹਿਣ ਲੱਗਾ ਤੁਸੀਂ ਤੇ ਸਾਰੇ ਹੀ ਹਾਰ ਗਏ, ਤੁਹਾਡੇ ਵਿੱਚੋਂ ਜੇਤੂ ਤੇ ਕੋਈ ਵੀ ਨਹੀਂ ਰਿਹਾ। ਤੁਹਾਡੇ ਵਿੱਚੋਂ ਸਾਰੇ ਹੀ ਜਿੱਤ ਸਕਦੇ ਸੀ, ਜਿੰਨੇ ਵੀ ਬੰਦੇ ਸੀ ਸਾਰੇ ਜਿੱਤ ਸਕਦੇ ਸੀ। ਕਹਿਣ ਲੱਗੇ ਉਹ ਕਿਵੇਂ? ਕਹਿੰਦਾ ਮੈਂ ਤੁਹਾਨੂੰ ਗੁਬਾਰੇ ਫੁਲਾਉਣ ਲਈ ਕਿਹਾ ਸੀ, ਤੁਹਾਡੇ ਹੱਥ ਵਿੱਚ ਸੂਈ ਦਿੱਤੀ ਸੀ ਤੇ ਇਹ ਕਿਹਾ ਸੀ ਵੀ ਜਿਹਦਾ ਗੁਬਾਰਾ ਪੂਰਾ ਸਾਬਤ ਬਚ ਜਾਏਗਾ
ਉਹ ਬੰਦਾ ਵਿਜੇਤਾ ਹੋਏਗਾ, ਉਹਨੂੰ ਮੈਂ 1000 ਰੁਪਇਆ ਇਨਾਮ ਦਿਆਂਗਾ। ਮੈਂ ਗੁਬਾਰੇ ਪਾੜਨ ਵਾਸਤੇ ਤੇ ਨਹੀਂ ਸੀ ਕਿਹਾ। ਮੈਂ ਇਹ ਥੋੜੀ ਕਿਹਾ ਸੀ ਤੁਸੀਂ ਦੂਜਿਆਂ ਦੇ ਗੁਬਾਰੇ ਪਾੜੋ। ਤੁਸੀਂ ਕੋਈ ਵੀ ਕਿਸੇ ਦਾ ਗੁਬਾਰਾ ਨਾ ਪਾੜਦੇ, ਸਾਰੇ ਹੀ ਜੇਤੂ ਸੀ, ਸਾਰਿਆਂ ਨੇ 1000 ਰੁਪਇਆ ਲੈ ਲੈਣਾ ਸੀ ਨਾ। ਬੰਦਾ ਜਿਹੜਾ ਹੈ ਉਹ ਦੂਜਿਆਂ ਦੇ ਗੁਬਾਰੇ ਪਾੜਨ ਦੀ ਟਰਾਈ ਕਰ ਰਿਹਾ ਹੈ, ਦੂਜੇ ਨੂੰ ਹਰਾਉਣਾ ਚਾਹੁੰਦਾ, ਇਸ ਲਈ ਸਾਰੇ ਹੀ ਹਾਰ ਜਾਂਦੇ ਨੇ। ਮੈਂ ਤੁਹਾਨੂੰ ਹਰਾਉਣਾ ਚਾਹ ਰਿਹਾ, ਤੁਸੀਂ ਦੂਜੇ ਨੂੰ ਹਰਾਉਣਾ ਚਾਹ ਰਹੇ ਹੋ, ਤੇ ਜਦੋਂ ਅਸੀਂ ਦੋ ਬੰਦੇ ਹਾਰ ਜਾਂਦੇ ਆ ਨਾ, ਫਿਰ ਅਸੀਂ ਦੋਵੇਂ ਰਲ ਕੇ ਕਹਿੰਦੇ ਆ ਚੱਲ ਹੁਣ ਤੀਜੇ ਨੂੰ ਹਰਾਈਏ, ਤਾਂ ਸਾਰੀ ਦੁਨੀਆ ਹਾਰ ਗਈ ਨਾ। ਇਹ ਕੰਡੀਸ਼ਨ ਹੈ ਦੁਨੀਆ ਦੀ। ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਸਤ ਸਤ ਪ੍ਰਭ ਸੋਏ, ਰੱਬ ਸਾਰ ਲੈਣ ਵਾਲਾ ਹੈ। ਇਸ ਲਈ ਆਪਣੇ ਪਕਾਨੇ ਬਚਾਓ, ਦੂਜਿਆਂ ਦੇ ਪਾੜੋ ਨਾ। ਸਾਰਿਆਂ ਦੀ ਬਚ ਜਾਣਗੇ, ਸਾਰੇ ਹੀ ਸੱਚੇ ਹੋ ਜਾਣਗੇ। ਸਾਰ ਲਓਗੇ, ਸਾਰੇ ਹੀ ਸੁਖੀ ਹੋ ਜਾਣਗੇ। ਜਿੰਨਾ ਸੁੱਖ ਕਿਸੇ ਨੂੰ ਦੇ ਸਕਦੇ ਹੋ ਸੁੱਖ ਦਿਓ, ਜੇ ਸੁੱਖ ਨਹੀਂ ਦੇ ਸਕਦੇ ਤੇ ਦੁੱਖ ਤੇ ਘੱਟ ਤੋਂ ਘੱਟ ਨਾ ਦਿਓ। ਜੇ ਕਿਸੇ ਨੂੰ ਉੱਤੇ ਨਹੀਂ ਪਹੁੰਚਾ ਸਕਦੇ, ਉਹਦੀਆਂ ਲੱਤਾਂ ਤਾਂ ਨਾ ਖਿੱਚੋ। ਰੱਬ ਨੇ ਲੱਤਾਂ ਦਿੱਤੀਆਂ ਨੇ ਤੁਰ ਕੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ, ਤੇ ਇਹ ਲੱਤਾਂ ਦੂਜਿਆਂ ਦੇ ਕੰਮਾਂ ਵਿੱਚ ਚੜਾ ਕੇ ਨਾ ਤੜਾਓ। ਤਾਂ ਗੁਰੂ ਜੀ ਕਹਿੰਦੇ ਨੇ, ਉਹ ਪ੍ਰਭੂ ਸदैव ਹੈ, ਸਾਰ ਲੈਣ ਵਾਲਾ ਹੈ, ਤੇ ਜੋ ਉਹਦੇ ਨਾਲ ਜੁੜੇਗਾ ਉਹ ਵੀ ਸਦਾ ਥਿਰ ਹੋ ਜਾਏਗਾ, ਭਾਵ ਉਹਨੂੰ ਵੀ ਆਤਮਿਕ ਜੀਵਨ ਮਿਲੇਗਾ। ਸਤ ਸਰੂਪ ਇੱਥੇ ਰੁਕਣਾ ਹੈ। ਹਿਰਦੈ ਜਿਨ ਮਾਨਿਆ, ਸਤ ਸਰੂਪ ਹਿਰਦੈ ਜਿਨ ਮਾਨਿਆ, ਇਹਨੂੰ ਹਿਰਦੇ ਨਹੀਂ ਪੜਨਾ, ਹਿਰਦੈ, ਇਹਨੂੰ ਹਿਰਦੇ ਨਹੀਂ ਪੜਨਾ, ਹਿਰਦੈ। ਸਤ ਸਰੂਪ ਦਾ ਮਤਲਬ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਮੂਰਤ ਸਰੂਪ। ਹਿਰਦੇ ਦਾ ਮਤਲਬ ਹਿਰਦੇ ਵਿੱਚ, ਮੈਂਟੈਲਿਟੀ, ਮਾਨਸਿਕਤਾ ਵਿੱਚ। ਜਿਨ ਦਾ ਮਤਲਬ ਜਿਸ ਮਨੁੱਖ ਨੇ ਅਟਲ ਪ੍ਰਭੂ ਦੇ ਸਰੂਪ ਨੂੰ ਆਪਣੇ ਮਨ ਦੇ ਅੰਦਰ ਟਿਕਾ ਲਿਆ, ਰੱਬ ਦੀ ਹੋਂਦ ਨੂੰ, ਰੱਬ ਦੇ ਗੁਣਾਂ ਨੂੰ, ਜਿਨਨੇ ਆਪਣੀ ਸੋਚ ਦੇ ਅੰਦਰ ਟਿਕਾ ਲਿਆ। ਕਰਨ ਕਰਾਵਨ, ਇੱਥੇ ਵਿਸਰਾਮ ਲਗਾਵਾਂਗੇ। ਤਿੰਨ ਮੂਲ ਪਛਾਨਿਆ, ਉਸਨੇ ਸਭ ਕੁਝ ਕਰਨ ਵਾਲੇ ਔਰ ਜੀਵਾਂ ਪਾਸੋਂ ਕਰਾਉਣ ਵਾਲੇ ਜਗਤ ਦੇ ਮੂਲ ਨੂੰ ਪਛਾਣ ਲਿਆ। ਜਿਨਨੇ ਸੱਚੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਮੰਨ ਲਿਆ, ਵਿਸ਼ਵਾਸ ਕਰ ਲਿਆ, ਗੁਣਾਂ ਨੂੰ ਵਸਾ ਲਿਆ ਆਪਣੇ ਹਿਰਦੇ ਵਿੱਚ, ਰੱਬੀ ਰਜ਼ਾ ਦੇ ਵਿੱਚ ਜਿਸਨੇ ਤੁਰਨਾ ਸ਼ੁਰੂ ਕਰਤਾ, ਜਿਹਦਾ ਸਰੂਪ ਸਤ ਹੈ ਯਾਨੀ ਸੱਚ ਹੈ, ਯਾਨੀ ਜਿਹਨੇ ਸੱਚ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ, ਉਹਨੇ ਜਗਤ ਦੇ ਰਚਨਹਾਰ ਨੂੰ, ਜਿਹੜਾ ਜਗਤ ਦਾ ਮੂਲ ਹੈ, ਉਹਦੀ ਪਹਿਚਾਨ ਕਰ ਲਈ ਕਿ ਸਾਰੇ ਜਗਤ ਦਾ ਮੂਲ ਇੱਕੋ ਹੀ ਹੈ। ਜਿਵੇਂ ਇੱਕ ਬੋਹੜ ਦਾ ਬਹੁਤ ਵੱਡਾ ਰੁੱਖ ਹੈ, ਉਹਦੇ ਕਿੰਨੇ ਵੱਡੇ ਵੱਡੇ ਲੰਬੇ ਟਹਿਣੇ ਨੇ, ਟਹਿਣੀਆਂ ਨੇ, ਪੱਤੇ ਨੇ, ਪਰ ਉਹ ਸਾਰੇ ਟਹਿਣੇ, ਟਹਿਣੀਆਂ, ਪੱਤੇ ਇੱਕ ਤਣੇ ਕਰਕੇ ਨੇ ਨਾ, ਜੜਾਂ ਕਰਕੇ। ਜੇ ਜੜਾਂ ਹੀ ਨਾ ਹੋਣ, ਤਣਾ ਹੀ ਨਾ ਹੋਵੇ, ਤਾਂ ਉਹ ਸਾਰਾ ਕੁਝ ਨਹੀਂ ਹੋਵੇਗਾ ਨਾ, ਮੂਲ। ਇਹ ਜਿੰਨਾ ਵੀ ਜਗਤ ਹੈ, ਜਿੰਨੇ ਵੀ ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਆਕਾਸ਼ ਗੰਗਾਵਾਂ, ਜੀਵ ਜੰਤ, ਪਸ਼ੂ ਪੰਛੀ, ਜੋ ਵੀ ਕੁਝ ਹੈ, ਇਹਦਾ ਮੂਲ ਕੌਣ ਹੈ? ਇਹਦਾ ਮੂਲ ਰੱਬ। ਜੇ ਰੱਬ ਨਹੀਂ ਤਾਂ ਕੁਝ ਵੀ ਨਹੀਂ। ਤਾਂ ਉਹਨੇ ਉਸ ਮੂਲ ਨੂੰ ਪਛਾਣ ਲਿਆ ਕਿ ਇਹਦਾ ਮੂਲ ਉਹ ਪ੍ਰਭੂ ਹੈ, ਸਾਰਿਆਂ ਦੇ ਵਿੱਚ ਉਹ ਸਮਾਇਆ ਹੋਇਆ ਹੈ। ਜਾ ਕੇ ਹਿਰਦੈ, ਇੱਥੇ ਵਿਸ਼ਰਾਮ ਲਾਵਾਂਗੇ। ਵਿਸ਼ਵਾਸ ਪ੍ਰਭ ਆਇਆ, ਜਿਸ ਮਨੁੱਖ ਦੇ ਹਿਰਦੇ ਵਿੱਚ ਵਿਸ਼ਵਾਸ ਆ ਗਿਆ, ਵਿਸ਼ਵਾਸ ਆ ਗਿਆ ਕਿ ਰੱਬ ਦੇ ਹੁਕਮ ਦੇ ਵਿੱਚ ਹੀ ਹਰ ਸ਼ੈ ਕੰਮ ਕਰਦੀ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜਿਨੂੰ ਇਹ ਵਿਸ਼ਵਾਸ ਆ ਗਿਆ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹੂੰ ਮੈਂ ਕਹਿ ਨਾ ਕੋਏ। ਰੱਬ ਦੀ ਹੋਂਦ ਤੇ, ਰੱਬ ਦੇ ਹੁਕਮ ਤੇ, ਰੱਬੀ ਗੁਣਾਂ ਤੇ ਜਿਹਨੂੰ ਵਿਸ਼ਵਾਸ ਆ ਗਿਆ, ਈਮਾਨ ਆ ਗਿਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਤੇ ਵਿਸ਼ਰਾਮ ਲਗਾਵਾਂਗੇ। ਤਤ ਦਾ ਮਤਲਬ ਸੱਚਾ, ਉਹਦੇ ਮਨ ਵਿੱਚ ਸੱਚਾ ਗਿਆਨ ਪ੍ਰਗਟ ਹੋ ਗਿਆ। ਤਤ ਗਿਆਨ ਤਿਸ ਮਨ ਪ੍ਰਗਟਾਇਆ, ਮਨ ਵਿੱਚ, ਉਹਦੇ ਮਨ ਦੇ ਅੰਦਰ ਸੱਚਾ ਗਿਆਨ ਪ੍ਰਗਟ ਹੋ ਗਿਆ। ਕਿਹਦੇ ਮਨ ਵਿੱਚ? ਜਿਹਦੇ ਮਨ ਦੇ ਅੰਦਰ ਵਿਸ਼ਵਾਸ ਆ ਗਿਆ ਰੱਬੀ ਰਜ਼ਾ ਦੇ ਉੱਤੇ, ਭਾਣੇ ਦੇ ਉੱਤੇ, ਕਿ ਰੱਬੀ ਰਜ਼ਾ ਦੇ ਅੰਦਰ ਸਾਰੀ ਕਾਇਨਾਤ ਕੰਮ ਕਰ ਰਹੀ ਹੈ।
ਉਹਦੇ ਮਨ ਦੇ ਅੰਦਰ ਤਤ ਗਿਆਨ ਪੈਦਾ ਹੋ ਗਿਆ, ਸੱਚਾ ਗਿਆਨ ਪੈਦਾ ਹੋ ਗਿਆ, ਉਹਨੂੰ ਸੱਚਾਈ ਦੀ ਸਮਝ ਆ ਗਈ। ਜਿੰਨੀਆਂ ਵੀ ਖੋਜਾਂ ਹੋਈਆਂ ਨੇ ਇਹ ਸਾਰੀਆਂ ਇਸੇ ਕਰਕੇ ਹੋਈਆਂ ਨੇ ਕਿਉਂਕਿ ਸਿਸਟਮ ਦੇ ਉੱਤੇ ਵਿਸ਼ਵਾਸ ਹੈ ਔਰ ਸਿਸਟਮ ਨੂੰ ਖੋਜਿਆ ਗਿਆ ਹੈ, ਸਿਸਟਮ ਦੀ ਖੋਜ ਕੀਤੀ ਗਈ ਹੈ ਔਰ ਉਹ ਸੱਚਾ ਗਿਆਨ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ ਹੈ। ਵਿਸ਼ਵਾਸ ਸੀ ਨਾ ਜਿਸ ਨੇ ਬਲਬ ਜਗਾਇਆ ਕਿ ਆਕਾਸ਼ ਦੇ ਅੰਦਰ ਬਿਜਲੀ ਚਮਕ ਰਹੀ ਹੈ, ਤਾਂ ਜੇ ਨੈਗੇਟਿਵ ਪੋਜ਼ਿਟਿਵ ਬਦਲ ਮਿਲਣ ਦੇ ਨਾਲ ਐਵੇਂ ਬਹੁਤ ਵੱਡਾ ਧਮਾਕਾ ਹੋ ਕੇ ਚਾਨਣ ਹੋ ਸਕਦਾ ਹੈ, ਤਾਂ ਇਹਨੂੰ ਕਿਸੇ ਹੋਰ ਢੰਗ ਦੇ ਨਾਲ ਵੀ ਪ੍ਰਗਟ ਕੀਤਾ ਜਾ ਸਕਦਾ ਹੈ। ਵਿਸ਼ਵਾਸ ਸੀ ਨਾ, ਤਾਂ ਉਹ ਸੱਚਾ ਗਿਆਨ ਉਹਨੂੰ ਮਿਲ ਗਿਆ, ਉਸਨੇ ਉਸ ਬਿਜਲੀ ਨੂੰ ਪੈਦਾ ਕਰ ਲਿਆ। ਧਰਮ ਦੀ ਦੁਨੀਆ ਦੇ ਅੰਦਰ ਪ੍ਰਭੂ ਦੀ ਹੋਂਦ ਹਸਤੀ ਦੇ ਉੱਤੇ ਵਿਸ਼ਵਾਸ, ਗੁਣਾ ਦੇ ਉੱਤੇ ਵਿਸ਼ਵਾਸ, ਰਜਾ ਦੇ ਉੱਤੇ ਵਿਸ਼ਵਾਸ, ਤੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੱਚਾ ਗਿਆਨ ਪ੍ਰਗਟ ਹੋ ਗਿਆ ਕਿ ਸੱਚੀ ਜ਼ਿੰਦਗੀ ਤਾਂ ਹੀ ਜੀਵੀ ਜਾ ਸਕਦੀ ਹੈ ਜੇ ਰੱਬੀ ਹੁਕਮ ਵਿੱਚ ਤੁਰਿਆ ਜਾਏ। ਇਹੀ ਇਨਸਾਨੀਅਤ ਹੈ, ਤਾਂ ਹੀ ਸਾਡੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਆ ਸਕਦੀ ਹੈ ਜੇ ਅਸੀਂ ਰੱਬੀ ਗੁਣਾਂ ਤੇ ਵਿਸ਼ਵਾਸ ਪੈਦਾ ਕਰ ਲਈਏ, ਰੱਬੀ ਰਜਾ ਦੇ ਅੰਦਰ ਤੁਰੀਏ। ਪੈ ਹੋਏ ਬਸਾਨਾ, ਭੈ ਤੇ ਨਿਰਭਉ, ਜਗਤ ਦੇ ਹਰੇਕ ਡਰ ਤੋਂ। ਭੈ ਤੇ ਦਾ ਮਤਲਬ ਡਰ ਤੋਂ, ਨਿਰਭਉ ਹੋਏ ਬਸਾਨਾ ਦਾ ਮਤਲਬ ਨਿਡਰ ਹੋ ਕੇ ਵਸਦਾ ਹੈ। ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਵਿਸ਼ਵਾਸ ਆ ਗਿਆ, ਜਿਹਦੇ ਮਨ ਦੇ ਅੰਦਰ ਸੱਚਾ ਗਿਆਨ ਪ੍ਰਗਟ ਹੋ ਗਿਆ, ਉਹ ਫਿਰ ਦੁਨਿਆਵੀ ਡਰਾਂ ਤੋਂ ਨਿਡਰ ਹੋ ਕੇ ਵਸਦਾ ਹੈ। ਫਿਰ ਉਹਦੀ ਜ਼ਿੰਦਗੀ ਵਿੱਚ ਕੋਈ ਡਰ ਨਹੀਂ ਰਹਿੰਦਾ, ਉਹ ਨਿਡਰ ਹੋ ਜਾਂਦਾ ਹੈ। ਉਹਨੂੰ ਉਹਦਾ ਇਹ ਤੌਖਲਾ ਖਤਮ ਹੋ ਜਾਂਦਾ ਹੈ ਕਿ ਸਿਸਟਮ ਤੋਂ ਬਾਹਰ ਵੀ ਕੁਝ ਹੋ ਸਕਦਾ ਹੈ। ਹੁਣ ਅਸੀਂ ਆਮ ਵੇਖਦੇ ਹਾਂ ਨਾ, ਸਾਡੀ ਜ਼ਿੰਦਗੀ ਵਿੱਚ ਕਿੰਨੇ ਡਰ ਸਨ, ਅੱਜ ਤਾਂ ਉਹ ਡਰ ਕਾਫੀ ਸਾਰੇ ਮੁੱਕ ਗਏ। ਜਿਵੇਂ ਜਿਵੇਂ ਗਿਆਨ ਵਿੱਚ ਵਾਧਾ ਹੋਇਆ ਹੈ, ਟੈਕਨੋਲੋਜੀ ਵਿੱਚ ਗੁਰਬਾਣੀ ਨੂੰ ਲੋਕਾਂ ਨੇ ਪੜ੍ਹਿਆ ਹੈ, ਸਮਝਿਆ ਹੈ, ਸਾਇੰਸ ਦੀ ਤਰੱਕੀ ਹੋਈ ਹੈ, ਹੋਰ ਲੋਕਾਂ ਨੇ ਗਿਆਨ ਹਾਸਲ ਕੀਤਾ ਹੈ, ਤਾਂ ਬਹੁਤ ਸਾਰੇ ਵਹਿਮ ਭਰਮ ਜਿਹੜੇ ਨੇ ਖਤਮ ਹੋਏ ਨੇ। ਬਿੱਲੀ ਰਾਹ ਕੱਟ ਜਾਂਦੀ ਸੀ, ਲੋਕ ਡਰ ਜਾਂਦੇ ਸਨ। ਅੱਜ ਵੀ ਲੋਕੀ ਡਰਦੇ ਨੇ ਬਹੁਤੇ, ਲੇਕਿਨ ਬਹੁਤੇ ਨਹੀਂ, ਹੁਣ ਘੱਟ ਡਰਦੇ ਨੇ। ਲੋਕਾਂ ਨੂੰ ਸਮਝ ਆ ਗਈ ਕਿ ਬਿੱਲੀ ਦੇ ਰਾਹ ਕੱਟਣ ਦੇ ਨਾਲ ਥੋੜਾ ਕੁਝ ਹੁੰਦਾ ਹੈ। ਬਿੱਲੀ ਵੀ ਜੇ ਰਾਹ ਕੱਟ ਗਈ ਤੇ ਉਹਨੂੰ ਵੀ ਜਲਦੀ ਹੋਣੀ ਹੈ, ਕਿਤੇ ਜਾ ਰਹੀ ਹੋਣੀ, ਉਹਦਾ ਆਪਣਾ ਰਾਹ ਹੈ, ਉਹ ਤੁਹਾਡਾ ਰਾਹ ਥੋੜੀ ਕੱਟਦਾ ਫਿਰਦੀ, ਉਹ ਕਿਸੇ ਚੂਹੇ ਪਿੱਛੇ ਭੱਜਦੀ ਹੋਣੀ, ਉਹਦਾ ਆਪਣਾ ਜੀਣ ਦਾ ਢੰਗ। ਸਾਨੂੰ ਪਹਿਲਾਂ ਵਹਿਮ ਹੁੰਦਾ ਸੀ ਨਾ, ਜੇ ਕਿਸੇ ਨੇ ਪਿੱਛੋਂ ਛਿੱਕ ਮਾਰ ਦਿੱਤੀ ਤੇ ਅਸੀਂ ਕਹਿੰਦੇ ਸਾਂ ਪੇ ਤੇ ਬਦਸ਼ਗਨੀ ਹੋ ਗਈ, ਹੁਣ ਬਹਿ ਜਾਓ। ਕੁੱਤਾ ਕੰਨ ਫਟਕ ਦੇਵੇ ਤੇ ਤੁਰਨ ਲੱਗਿਆ ਕੁੱਤੇ ਨੇ ਕੰਨ ਫਟਕ ਦੇਣੇ, ਇਹ ਬੇਸਗਣੀ ਹੋ ਗਈ, ਹੁਣ ਨਾ ਕਾਕਾ ਬਹਿ ਜਾ ਥੋੜੀ ਦੇਰ ਵਾਸਤੇ। ਮੈਂ ਨਾ ਇੱਥੇ ਪਿੰਡ ਸੀ ਤੇ ਦੁੱਧ ਲੈਣ ਗਿਆ ਕਿਸੇ ਦੇ ਘਰ, ਤੇ ਮੈਂ ਤੁਰਨ ਲੱਗਾ ਤੇ ਕੁੱਤੇ ਨੇ ਕੰਨ ਫਟਕੇ, ਤੇ ਮਾਤਾ ਕਹਿਣ ਲੱਗੀ ਭਾਈ ਜੀ ਬਹਿ ਜਾਓ 2 ਮਿੰਟ ਲਈ। ਮੈਂ ਕਿਹਾ ਕਿਉਂ? ਕਹਿਣ ਲੱਗੀ ਆ ਕੁੱਤੇ ਨੇ ਕੰਨ ਫਟਕ ਦਿੱਤੇ ਨੇ। ਤੇ ਮੈਂ ਕਿਹਾ ਕੁੱਤਾ ਛੈਣੇ ਥੋੜੀ ਵਜਾਏਗਾ, ਕੰਨ ਹੀ ਫਟਕੇਗਾ ਵਿਚਾਰਾ, ਹੈ ਹੀ ਉਹਦੇ ਕੋਲ ਕੰਨ ਨੇ, ਉਹਦੇ ਕੰਨ ਵਿੱਚ ਚਿੱਚੜ ਲੜੇ ਤੇ ਕੰਨਾਂ ਨੂੰ ਹਿਲਾ ਕੇ ਉਹਨੇ ਮੱਖੀ ਮੱਛਰ ਡਾਣਾ ਨਾ, ਛੈਣੇ ਥੋੜੀ ਵਜਾਣੇ ਨੇ ਕੁੱਤੇ ਨੇ। ਤੇ ਕੰਨ ਫਟਕਣ ਨਾਲ ਮੇਰੇ ਬਹਿਣ ਦਾ ਕੋਈ ਤੁਕ ਨਹੀਂ ਨਾ। ਇਹ ਡਰ ਸਨ, ਲੇਕਿਨ ਇਹ ਡਰ ਨਿਕਲ ਗਏ। ਹੁਣ ਹੌਲੇ ਹੌਲੇ ਜਿਵੇਂ ਭੂਤਾਂ ਪ੍ਰੇਤਾਂ ਦੇ ਡਰ ਨੇ, ਅੱਜ ਵੀ ਲੋਕਾਂ ਦੇ ਮਨ ਵਿੱਚ ਹੈ ਨੇ। ਲੋਕ ਡਰੇ ਹੋਏ ਨੇ ਕਿ ਨਹੀਂ ਜੀ ਭੂਤ ਹੁੰਦੇ ਨੇ। ਜਿੰਨਾ ਮਰਜ਼ੀ ਤੁਸੀਂ ਕਹਿ ਲਓ, ਜਿਨ੍ਹਾਂ ਨੇ ਮੰਨਣਾ ਉਹ ਕਹਿੰਦੇ ਨਹੀਂ ਜੀ ਭੂਤ ਹੁੰਦੇ ਨੇ, ਜੰਤਰ ਮੰਤਰ ਹੁੰਦੇ ਨੇ, ਬਾਬੇ ਜਿਹੜੇ ਨੇ ਕੁਛ ਕਰ ਸਕਦੇ ਨੇ, ਕਾਲਾ ਇਲਮ ਨਾ ਜੀ ਨਾ ਹੁੰਦਾ ਹੈ, ਕਾਲੇ ਇਲਮ ਦੇ ਨਾਲ ਹੋ ਜਾਂਦਾ ਕੁਛ ਨਾ ਕੁਛ। ਡਰ ਹੈ ਨਾ ਸਾਰਾ, ਕੋਈ ਕਾਲਾ ਇਲਮ ਨਹੀਂ। ਕਾਲਾ ਇਲਮ ਤੇ ਚਿੱਟਾ ਇਲਮ ਦੋ ਹੀ ਚੀਜ਼ਾਂ ਨੇ। ਇਲਮ ਦਾ ਮਤਲਬ ਹੁੰਦਾ ਹੈ ਗਿਆਨ, ਨੌਲੇਜ। ਹੁਣ ਕਾਲਾ ਇਲਮ ਦਾ ਮਤਲਬ 2 ਨੰਬਰ ਦੇ ਧੰਦੇ। ਉਹਨਾਂ ਕੋਲ ਢੰਗ ਤੇ ਹੈ ਪਰ ਧੰਦੇ 2 ਨੰਬਰ ਦੇ ਨੇ, ਰਿਸ਼ਵਤਖੋਰੀ, ਚੋਰ ਬਜ਼ਾਰੀ, ਇਹ ਕਾਲਾ ਇਲਮ ਹੀ ਹੈ ਨਾ, ਕਾਲੇ ਕੰਮ ਕਰਨੇ। ਤੇ ਚਿੱਟਾ ਇਲਮ ਹੈ ਸੱਚ ਦੀ ਜ਼ਿੰਦਗੀ ਜੀਣੀ। ਇਹੀ ਹੈ ਇਲਮ, ਹੋਰ ਕੋਈ ਮੰਤਰ ਨਹੀਂ ਹੈ ਕਿ ਕਾਲਾ ਮੰਤਰ, ਕਾਲਾ ਜਾਦੂ, ਕਾਲੇ ਜਾਦੂ ਦੇ ਨਾਲ ਕੁਝ ਹੋ ਜਾਏ। ਜੇ ਐਵੇਂ ਹੋ ਸਕਦਾ ਹੁੰਦਾ ਤਾਂ ਇੰਡੀਆ ਦੇ ਅੰਦਰ ਜੋ ਕਾਲਾ ਜਾਦੂ ਦਾ ਢੋਂਗ ਪਿੱਟਣ ਵਾਲੇ ਨੇ ਉਹ ਸਭ ਤੋਂ ਅਮੀਰ ਹੋਣੇ ਚਾਹੀਦੇ ਸੀ, ਬਾਕੀ ਲੋਕਾਂ ਨੂੰ ਤੇ ਉਹ ਮਾਰ ਹੀ ਦਿੰਦੇ। ਪਰ ਐਸਾ ਹੈ ਨਹੀਂ ਨਾ, ਜਾਦੂ ਕਰਨ ਵਾਲੇ ਤੇ ਆਪ 10-10 20 ਰੁਪਏ ਮੰਗਦੇ ਫਿਰਦੇ ਨੇ। ਇਹਨਾਂ ਡਰਾਂ ਤੋਂ ਬੰਦਾ ਫਿਰ ਰਹਿਤ ਹੋ ਜਾਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਲੋਕ ਡਰਦੇ ਨੇ, ਹਾਏ ਬਾਬਿਆਂ ਦੀ ਨਿੰਦਿਆ, ਜੇ ਕਿਤੇ ਬਾਬੇ ਦੇ ਖਿਲਾਫ ਬੋਲਤਾ ਬਾਬੇ ਕਿਤੇ ਧਰਤੀ ਨਾਲ ਟਾ ਦੇਣ। ਕੱਖ ਨਹੀਂ ਹੁੰਦਾ ਬਾਬਿਆਂ ਤੋਂ, ਹੋਏਗਾ ਤਾਂ ਜੇ ਹੋ ਸਕਦਾ ਹੋਏ, ਹੁਕਮ ਤੋਂ ਬਾਹਰ ਹੋ ਹੀ ਨਹੀਂ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ
ਉਹ ਫਿਰ ਇਹਨਾਂ ਦੁਨਿਆਵੀ ਡਰਾਂ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਦਾ ਜੀਵਨ ਬੇਪਰਵਾਹ ਹੋ ਜਾਂਦਾ ਹੈ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਰੱਬੀ ਰਜ਼ਾ ਤੋਂ ਕੁਝ ਬਾਹਰ ਨਹੀਂ ਹੁੰਦਾ, ਇਸ ਲਈ ਉਹ ਰੱਬ ਦੀ ਰਜ਼ਾ ਦੇ ਅੰਦਰ ਤੁਰਦੇ ਨੇ। ਅਗਲਾ ਬਚਨ ਕਰਦੇ ਨੇ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਨ੍ਹਾਂ ਦੇ ਅੰਦਰ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ, ਇਹਨਾਂ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਕਿ ਚਾਰ ਚੁਫੇਰੇ ਰੱਬ ਹੀ ਪਸਤਰਿਆ ਹੋਇਆ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਤੇ ਜਿਹਦੀ ਸੁਰਤ ਰੱਬੀ ਗੁਣਾ ਵਿੱਚ ਸਮਾ ਗਈ, ਜਿਹਦਾ ਵਿਸ਼ਵਾਸ ਬਣ ਗਿਆ ਰੱਬੀ ਗੁਣਾ ਤੇ, ਫਿਰ ਜਦੋਂ ਸੁਰਤ ਉਹਨਾਂ ਗੁਣਾ ਵਿੱਚ ਸਮਾ ਗਈ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕੀਤੀ, ਤਾਂ ਜਿਹਦੇ ਤੋਂ ਪੈਦਾ ਹੋਇਆ ਉਹਦੇ ਵਿੱਚ ਹੀ ਉਹ ਸਮਾ ਜਾਂਦਾ ਹੈ, ਉਹਦੇ ਵਿੱਚ ਉਹ ਲੀਨ ਰਹਿੰਦਾ ਹੈ। ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਉਹਦੇ ਵਿੱਚ ਹੀ ਸਮਾਇਆ ਰਹਿੰਦਾ ਹੈ, ਉਹ ਤੋਂ ਫਿਰ ਵੱਖਰਾ ਹੁੰਦਾ ਹੀ ਨਹੀਂ ਹੈ। ਉਹਨੂੰ ਸਮਝ ਆ ਜਾਂਦੀ ਹੈ ਨਾ, ਜਿਵੇਂ ਸੋਨੇ ਦੇ ਗਹਿਣੇ ਨੇ। ਹੁਣ ਜੇ ਸੋਨੇ ਦੀ ਛਾਪ ਬਣਾ ਦਿੱਤੀ ਹੈ, ਤਾਂ ਇਹਦਾ ਮਤਲਬ ਇਹ ਥੋੜੀ ਕਿ ਛਾਪ ਸੋਨੇ ਤੋਂ ਵੱਖਰੀ ਹੋ ਗਈ ਹੈ, ਸੋਨਾ ਹੀ ਹੈ ਉਹ। ਇਸ ਲਈ ਉਹ ਉਸ ਰੱਬ ਦੇ ਅੰਦਰ ਹੀ ਸਮਾਇਆ ਰਹਿੰਦਾ, ਉਹਦੀ ਸੁਰਤ ਗੁਣਾਂ ਦੇ ਵਿੱਚ ਟਿੱਕੀ ਰਹਿੰਦੀ ਹੈ, ਉਹਦੀ ਸੁਰਤ ਰੱਬੀ ਰਜ਼ਾ ਦੇ ਵਿੱਚ ਟਿੱਕੀ ਰਹਿੰਦੀ ਹੈ। ਉਹ ਇਨਸਾਨੀਅਤ ਤੋਂ ਕਦੇ ਵੀ ਦੂਰ ਨਹੀਂ ਜਾਂਦਾ, ਜਿਹਦੇ ਅੰਦਰ ਤਤ ਗਿਆਨ ਪ੍ਰਗਟ ਹੋ ਜਾਂਦਾ। ਤੇ ਗੁਰੂ ਜੀ ਸਾਨੂੰ ਮਿਸਾਲ ਦੇ ਕੇ ਸਮਝਾ ਰਹੇ ਨੇ, ਬਸਤ ਮਾਹੇ ਲੈ ਬਸਤ ਗਡਾਈ। ਬਸਤ ਦਾ ਮਤਲਬ ਚੀਜ਼, ਵਸਤੂ। ਗਡਾਈ ਦਾ ਮਤਲਬ ਰਲਾ ਦਿੱਤੀ। ਜਿਵੇਂ ਆਸਾ ਕੀ ਵਾਰ ਵਿੱਚ ਹੈ ਨਾ, ਪਾਪੀ ਸਿਉ ਤਨ ਗੱਡਿਆ, ਗੱਡਿਆ ਦਾ ਮਤਲਬ ਰਲਿਆ। ਬਸਤ ਮਾਹੇ ਲੈ ਬਸਤ ਗਡਾਈ, ਜਿਵੇਂ ਇੱਕ ਚੀਜ਼ ਲੈ ਕੇ ਉਸੇ ਕਿਸਮ ਦੀ ਚੀਜ਼ ਦੇ ਵਿੱਚ ਰਲਾ ਦਿੱਤੀ ਜਾਏ। ਮੰਨ ਲਓ ਦੁੱਧ ਹੈ, 2 ਬੋਤਲਾਂ ਦੁੱਧ ਲਿਆਂਦਾ, ਤੇ 2 ਬੋਤਲਾਂ ਦੁੱਧ ਲੈ ਕੇ ਇੱਕ ਪਤੀਲੇ ਦੇ ਵਿੱਚ ਦੋਵੇਂ ਬੋਤਲਾਂ ਦੁੱਧ ਪਾ ਦਿੱਤਾ, ਤਾਂ ਕੀ ਹੁਣ ਤੁਸੀਂ ਉਸ ਦੁੱਧ ਨੂੰ ਵੱਖਰਾ ਕਰ ਸਕਦੇ ਹੋ ਕਿ ਇਸ ਬੋਤਲ ਵਾਲਾ ਦੁੱਧ ਐਸੀ ਤੇ ਐਸ ਦੁੱਧ? ਹਾਂ, ਬੋਤਲਾਂ ਵਾਪਸ ਜ਼ਰੂਰ ਭਰ ਸਕਦੇ ਹੋ, ਪਰ ਸੇਮ ਉਹ ਦੁੱਧ ਨਹੀਂ ਵੱਖਰਾ ਕੀਤਾ ਜਾ ਸਕਦਾ, ਕਿਉਂਕਿ ਇੱਕ ਸੀ ਇੱਕ ਹੋ ਗਿਆ ਉਹ। ਬਸਤ ਮਾਹੇ ਲਈ ਬਸਤ ਗਡਾਈ, ਜਿਵੇਂ ਇੱਕੋ ਕਿਸਮ ਦੀ ਚੀਜ਼ ਉਸੇ ਕਿਸਮ ਦੀ ਚੀਜ਼ ਵਿੱਚ ਪਾ ਦਿੱਤੀ ਜਾਏ, ਉਹ ਵੱਖਰੀ ਨਹੀਂ ਹੁੰਦੀ। ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਸਮਝਾਇਆ ਨਾ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਏ। ਜਿਵੇਂ ਸਮੁੰਦਰ ਵਿੱਚ ਨਦੀਆਂ ਨਾਲੇ ਜਾ ਪੈਂਦੇ ਨੇ ਤੇ ਉਹ ਵੱਖਰੇ ਨਹੀਂ ਸਮਝੇ ਜਾਂਦੇ, ਉਹਨਾਂ ਨੂੰ ਵੱਖਰਿਆ ਨਹੀਂ ਕੀਤਾ ਜਾ ਸਕਦਾ। ਬਸਤ ਮਾਹੇ ਲਈ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿਣਾ ਜਾਈ। ਹੁਣ ਉਸ ਦੁੱਧ ਨੂੰ ਵੱਖਰਾ ਵੱਖਰਾ ਨਹੀਂ ਕਿਹਾ ਜਾ ਸਕਦਾ, ਜਿਹੜੇ ਵੱਖਰੇ ਵੱਖਰੇ 2 ਪਾਏ ਸਨ ਟੱਬ ਵਿੱਚ, ਪਤੀਲੇ ਵਿੱਚ। ਹੁਣ ਨਦੀਆਂ ਨਾਲਿਆਂ ਦੇ ਪਾਣੀ ਨੂੰ ਵੱਖਰਿਆਂ ਵੱਖਰਿਆਂ ਨਹੀਂ ਜਾਣਿਆ ਜਾ ਸਕਦਾ, ਕੇਵਲ ਸਮੁੰਦਰ ਹੀ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਜਦੋਂ ਮਨੁੱਖ ਦੀ ਸੁਰਤ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੀ ਹੈ, ਤਾਂ ਉਹਨੂੰ ਰੱਬ ਨਾਲੋਂ ਵੱਖਰਾ ਨਹੀਂ ਕਿਹਾ ਜਾ ਸਕਦਾ ਵੀ ਰੱਬ ਤੋਂ ਵੱਖਰਾ ਹੈ, ਕਿਉਂਕਿ ਸੁਰਤ ਲੀਨ ਹੋ ਗਈ ਨਾ ਰਜ਼ਾ ਵਿੱਚ। ਰੱਬ ਕੌਣ ਹੈ? ਗੁਣ ਸਰੂਪ, ਗੁਣ ਨਿਧਾਨ। ਤੇ ਜਿਹਦੀ ਸੁਰਤ ਗੁਣਾਂ ਦੇ ਵਿੱਚ ਮਿਲ ਗਈ, ਰੱਬ ਵਰਗਾ ਹੋ ਗਿਆ, ਰੱਬ ਨਾਲੋਂ ਵੱਖਰਾ ਨਹੀਂ ਫਿਰ ਰਹਿ ਜਾਂਦਾ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਹਦੀ ਸੁਰਤ ਫਿਰ ਹਮੇਸ਼ਾ ਗੁਣਾਂ ਦੇ ਵਿੱਚ ਜੁੜੀ ਰਹਿੰਦੀ ਹੈ, ਰੱਬੀ ਰਜ਼ਾ ਦੇ ਵਿੱਚ ਜੁੜੀ ਰਹਿੰਦੀ ਹੈ। ਉਹਨੂੰ ਫਿਰ ਵੱਖਰਿਆ ਨਹੀਂ ਕੀਤਾ ਜਾ ਸਕਦਾ। ਵੱਖਰਿਆ ਕਰਨ ਦਾ ਯਤਨ ਕੀਤਾ ਗਿਆ ਹੈ, ਲੇਕਿਨ ਵੱਖਰਿਆ ਕਰ ਨਹੀਂ ਸਕੇ। ਆਰਿਆਂ ਨਾਲ ਚੀਰ ਦਿੱਤਾ ਹੈ, ਲੇਕਿਨ ਉਹਨੂੰ ਵੱਖਰਿਆ ਨਹੀਂ ਕਰ ਸਕੇ। ਉਹਨੂੰ ਡਰਾਵਾ ਦਿੱਤਾ ਗਿਆ ਵੀ ਤੈਨੂੰ ਚੀਰ ਦਿਆਂਗੇ ਆਰੇ ਨਾਲ, ਛੱਡ ਦੇ ਸੱਚ ਨੂੰ। ਪਰ ਆਰੇ ਨਾਲ ਸਰੀਰ ਨੂੰ ਚੀਰ ਦਿੱਤਾ ਗਿਆ ਹੈ, ਉਹਦੀ ਸੁਰਤ ਨੂੰ ਨਹੀਂ ਚੀਰਿਆ ਜਾ ਸਕਦਾ। ਸੁਰਤ ਨੂੰ ਸੱਚ ਨਾਲੋਂ ਕਿਵੇਂ ਵੱਖਰਿਆ ਕਰ ਲੋਗੇ? ਅਗਲਾ ਬਚਨ ਕਰਦੇ ਨੇ, ਬੂਝੈ, ਇੱਥੇ ਰੁਕਣਾ ਹੈ। ਬੂਝਨਹਾਰ ਵਿਵੇਕ, ਬੂਝਨਹਾਰ ਤੇ ਥੋੜਾ ਜਿਹਾ ਫਿਰ ਰੁਕਣਾ ਹੈ। ਬੂਝੈ, ਬੂਝਨਹਾਰ ਵਿਵੇਕ, ਵਿਵੇਕ ਦਾ ਮਤਲਬ ਵਿਚਾਰ। ਇਸ ਵਿਚਾਰ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਸਮਝਦਾ ਹੈ। ਬੂਝੈ ਦਾ ਮਤਲਬ ਸਮਝਦਾ ਹੈ, ਬੂਝਨਹਾਰ ਦਾ ਮਤਲਬ ਵਿਚਾਰਨ ਵਾਲਾ, ਵਿਵੇਕ ਦਾ ਮਤਲਬ ਪਰਖ। ਬਿਬ ਪਲਸ 1, ਬਿਬ ਦਾ ਮਤਲਬ 2, 1 ਦਾ ਮਤਲਬ 1, ਉਹ ਗਿਆਨ ਜੋ 2 ਤੋਂ 1 ਕਰ ਦਵੇ। ਵਿਵੇਕ ਦਾ ਮਤਲਬ ਜੋ ਸਾਨੂੰ ਇਹ ਸਮਝ ਦਵੇ ਸੱਚ ਕੀ ਹੈ, ਝੂਠ ਕੀ ਹੈ, ਆਤਮ ਕੀ, ਅਨਾਤਮ ਕੀ, ਧਰਮ ਕੀ, ਅਧਰਮ ਕੀ, ਪੁੰਨ ਕੀ, ਪਾਪ ਕੀ, ਹਾਨੀ ਕੀ, ਲਾਭ ਕੀ। ਜਿਹੜਾ ਗਿਆਨਵਾਨ, ਵਿਚਾਰਵਾਨ,
ਇਸ ਵਿਚਾਰ ਨੂੰ ਉਹ ਹੀ ਸਮਝਦਾ ਹੈ, ਵਿਚਾਰਨ ਵਾਲਾ। ਜੇ ਵਿਚਾਰਾਂਗੇ ਨਹੀਂ ਤਾਂ ਫਿਰ ਨਹੀਂ ਸਮਝ ਪਾਵਾਂਗੇ। ਹੁਣ ਸਾਡੀ ਪ੍ਰੋਬਲਮ ਕੀ ਹੈ? ਸਾਡੀ ਪ੍ਰੋਬਲਮ ਇਹ ਹੈ ਕਿ ਜੋ ਕਿਸੇ ਨੇ ਕਹਿ ਦਿੱਤਾ ਉਹ ਅਸੀਂ ਮੰਨ ਲਿਆ। ਹੋ ਸਕਦਾ ਹੈ ਕਹਿਣ ਵਾਲਾ ਸੱਚਾ ਹੋਵੇ, ਜ਼ਰੂਰੀ ਨਹੀਂ ਕਿ ਝੂਠਾ ਹੀ ਹੈ, ਲੇਕਿਨ ਹੋ ਸਕਦਾ ਹੈ ਕਿ ਉਹ ਸੱਚਾ ਜਿਹੜਾ ਹੈ ਨਾ ਹੋਏ, ਉਹ ਝੂਠਾ ਵੀ ਹੋਵੇ। ਜ਼ਰੂਰੀ ਨਹੀਂ ਹਰ ਬੰਦਾ ਸੱਚਾ ਹੀ ਹੈ, ਜ਼ਰੂਰੀ ਨਹੀਂ ਨਾ ਹਰ ਬੰਦੇ ਨੂੰ ਹਰ ਕਿਸਮ ਦਾ ਗਿਆਨ ਹੋਵੇ। ਇਸ ਲਈ ਸਾਡੇ ਅੰਦਰ ਜੋ ਪ੍ਰੋਬਲਮ ਆਈ, ਕ੍ਰੀਏਟ ਹੋਈ, ਜਾਂ ਜੋ ਸਾਡੀ ਕਮੀ ਜਾਂ ਦੋਸ਼ ਹੈ, ਉਹ ਹੈ ਕਿ ਅਸੀਂ ਆਪ ਇਸ ਚੀਜ਼ ਨੂੰ, ਸੱਚ ਨੂੰ ਬੇਸ ਬਣਾ ਕੇ ਪਰਖਿਆ ਨਹੀਂ, ਵਿਚਾਰਿਆ ਨਹੀਂ। ਹੁਣ ਸਾਡੀ ਪ੍ਰੋਬਲਮ ਕਿਉਂ ਹੈ ਕਿ ਫਲਾਂ ਪ੍ਰਚਾਰਕ ਤੇ ਇੰਜ ਕਹਿੰਦਾ ਸੀ, ਦੂਜਾ ਇਹ ਕਹਿੰਦਾ ਸੀ, ਤੀਜਾ ਇਹ, ਇੰਨੀਆਂ ਮਰਿਆਦਾਵਾਂ ਕਿਉਂ ਬਣ ਗਈਆਂ? ਜਿਹੜੇ ਬਣਾਉਣ ਵਾਲੇ ਨੇ ਉਹ ਤਾਂ ਇਮੋਸ਼ਨਲ ਬਲੈਕਮੇਲਰ ਨੇ, ਉਹ ਤਾਂ ਕੋਈ ਨਵੀਂ ਚੀਜ਼ ਦੇਣਗੇ ਤੇ ਇਮੋਸ਼ਨਲ ਬਲੈਕਮੇਲ ਕਰਨਗੇ ਨਾ। ਅਸੀਂ ਫਸੇ ਆ ਕਿਉਂਕਿ ਅਸੀਂ ਗੁਰਬਾਣੀ ਦੇ ਬੇਸ ਦੇ ਉੱਤੇ ਆਪ ਵਿਚਾਰ ਨਹੀਂ ਕੀਤੀ। ਅਸੀਂ ਹਰ ਚੀਜ਼ ਨੂੰ ਗੁਰਬਾਣੀ ਦੇ ਬੇਸ ਤੇ ਪਰਖਦੇ, ਯੂਨੀਵਰਸਲ ਟਰੂਥ ਦੇ ਬੇਸ ਤੇ ਪਰਖਦੇ ਕਿ ਇਹ ਗੱਲ ਸੱਚੀ ਹੈ ਕਿ ਝੂਠੀ ਹੈ। ਜਿਨ੍ਹਾਂ ਨੇ ਪਰਖਿਆ ਉਹਨਾਂ ਨੇ ਕੁਛ ਨਵਾਂ ਕੀਤਾ। ਜਿਨ੍ਹਾਂ ਨੇ ਪਰਖਿਆ, ਹੁਣ ਗੁਰੂ ਨਾਨਕ ਦੇਵ ਜੀ ਜਾ ਰਹੇ ਨੇ ਹਰਿਦੁਆਰ, ਹਜ਼ਾਰਾਂ ਲੋਕ ਚੜ੍ਹਦੇ ਵੱਲ ਨੂੰ ਪਾਣੀ ਦੇ ਰਹੇ ਨੇ, ਔਰ ਅੱਜ ਵੀ ਲੋਕ ਦੇ ਰਹੇ ਨੇ, ਅੱਗੇ ਵੀ ਦਿੰਦੇ ਰਹਿਣਗੇ ਲੋਕ, ਉਦੋਂ ਵੀ ਦੇ ਰਹੇ ਸਨ। ਤੇ ਸਮਝਾਇਆ ਇਹ ਗਿਆ ਸੀ ਕਿ ਇੱਥੋਂ ਦਾ ਦਿੱਤਾ ਹੋਇਆ ਪਾਣੀ ਸੂਰਜ ਲੋਕ ਤੋਂ ਕਰੋੜਾਂ ਯੋਜਨ ਅੱਗੇ ਜੋ ਪਿੱਤਰ ਲੋਕ ਹੈ, ਉੱਥੇ ਪਿੱਤਰਾਂ ਨੂੰ ਪਹੁੰਚੇਗਾ। ਇੱਥੋਂ ਦੇ ਖਵਾਏ ਹੋਏ ਸਰਾਧਾਂ ਦਾ ਭੋਜਨ ਸੂਰਜ ਲੋਕ ਤੋਂ ਕਰੋੜਾਂ ਯੋਜਨ ਅੱਗੇ ਪਿੱਤਰ ਲੋਕ ਵਿੱਚ ਪਹੁੰਚੇਗਾ। ਲੋਕ ਮੰਨੀ ਜਾ ਰਹੇ ਸਨ, ਅੱਜ ਵੀ ਮੰਨੀ ਜਾ ਰਹੇ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਪਰਖਿਆ ਨਾ, ਬੁੱਝਣਹਾਰ ਸਨ, ਉਹਨਾਂ ਨੇ ਵਿਵੇਕ ਬੁੱਧ ਨੂੰ ਅਪਣਾਇਆ ਨਾ, ਤੇ ਉਹਨਾਂ ਨੂੰ ਸਮਝ ਆ ਗਈ ਕਿ ਇਹ ਕੁਛ ਐਸਾ ਨਹੀਂ ਹੋ ਸਕਦਾ। ਤੇ ਉਹਦੇ ਵਾਸਤੇ ਇੱਕ ਸਿੰਪਲ ਮਿਸਾਲ ਪੇਸ਼ ਕੀਤੀ। ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ, ਤੁਹਾਡਾ ਪਾਣੀ ਨਹੀਂ ਪਹੁੰਚਣਾ ਜਾਂ ਕੁਛ ਹੋਣਾ, ਸਗੋਂ ਲਹਿੰਦੇ ਵਾਲੇ ਪਾਸੇ ਪਾਣੀ ਪਾਣਾ ਸ਼ੁਰੂ ਕਰ ਦਿੱਤਾ। ਤੇ ਲੋਕਾਂ ਨੇ ਆਣ ਕੇ ਪੁੱਛਿਆ ਵੀ ਆ ਕੀ ਕਰ ਰਿਹਾ ਬੰਦਾ? ਕਿਸੇ ਨੇ ਕਿਹਾ ਇਹ ਨਾਨਕ ਨਿਰੰਕਾਰੀ ਹੈ। ਨਿਰੰਕਾਰੀ ਕਹਿੰਦੇ ਹਨ ਨਿਰੰਕਾਰ ਨੂੰ ਮੰਨਣ ਵਾਲੇ, ਆ ਨਕਲੀ ਨਿਰੰਕਾਰੀ ਨਹੀਂ। ਤੇ ਲੋਕਾਂ ਨੇ ਕਿਹਾ ਅੱਛਾ ਉਹ ਤਲਵੰਡੀ ਵਾਲਾ, ਇਹ ਤੇ ਕਮਲਾ ਹੈ, ਇਹ ਤਾਂ ਭੂਤਨਾ ਹੈ ਤੇ ਬੇਤਾਲਾ ਹੈ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਤੇ ਲੋਕਾਂ ਨੇ ਪੁੱਛਿਆ ਵੀ ਪੁੱਛੋ ਤੇ ਸਹੀ, ਕਰ ਕਿਉਂ ਰਿਹਾ, ਪੁੱਠੇ ਪਾਸੇ ਪਾਣੀ ਕਿਉਂ ਦੇ ਰਿਹਾ? ਲੋਕੀ ਹਜ਼ਾਰਾਂ ਲੋਕ ਇਕੱਠੇ ਹੋ ਗਏ, ਇੱਕ ਢੰਗ ਸੀ ਨਾ ਇਕੱਠੇ ਕਰਨ ਦਾ। ਤੇ ਜਦੋਂ ਪੁੱਛਿਆ ਬਾਬਾ ਇਧਰ ਨੂੰ ਪਾਣੀ ਕਿਉਂ ਛਾਲ ਰਹੇ? ਕਹਿਣ ਲੱਗਾ ਮੈਂ ਪੰਜਾਬ ਕਣਕ ਬੀਜ ਆ ਕੇ ਆਇਆ ਸਾਂ, ਮੈਂ ਫਸਲ ਬੀਜ ਕੇ ਆਇਆ, ਤੇ ਉਹ ਫਸਲ ਨੂੰ ਪਾਣੀ ਦੇ ਰਿਹਾ, ਇੱਥੇ ਮੈਂ ਪਾਣੀ ਪਾਵਾਂਗਾ ਮੇਰੀ ਫਸਲ ਨੂੰ ਪਾਣੀ ਚਲਾ ਜਾਏਗਾ। ਲੋਕ ਤਾੜੀ ਮਾਰ ਕੇ ਹੱਸੇ। ਕਹਿਣ ਲੱਗੇ ਇੱਥੋਂ ਦਾ ਪਾਣੀ ਉਛਾਲਿਆ ਪੰਜਾਬ ਦੇ ਵਿੱਚ ਫਸਲ ਨੂੰ ਕਿਵੇਂ ਪਹੁੰਚ ਜਾਏਗਾ? ਉਹ ਕਹਿਣ ਲੱਗੇ ਜਿਵੇਂ ਤੁਹਾਡਾ ਪਹੁੰਚ ਜਾਏਗਾ, ਜਿਵੇਂ ਤੁਹਾਡਾ ਪਹੁੰਚੇਗਾ। ਇੱਥੋਂ ਦਾ ਪਾਣੀ ਤੇ ਪਹੁੰਚਣ ਦੀ ਫਿਰ ਵੀ ਉਮੀਦ ਹੋ ਸਕਦੀ ਹੈ ਵੀ ਧਰਤੀ ਤੇ ਨਾ, ਧਰਤੀ ਤੇ ਹੀ ਪਾ ਰਿਹਾ, ਤੇ ਤੁਸੀਂ ਤੇ ਸੂਰਜ ਲੋਕ ਤੋਂ ਕਰੋੜਾਂ ਯੋਜਨ ਅੱਗੇ ਪਾਣੀ ਪਹੁੰਚਾ ਰਹੇ ਹੋ, ਉਹ ਕਿਵੇਂ ਪਹੁੰਚੇਗਾ? ਤੁਹਾਡਾ ਪਹੁੰਚ ਜਾਏਗਾ। ਲੋਕਾਂ ਨੂੰ ਗੱਲ ਸਮਝ ਆ ਗਈ, ਪਰ ਇਹ ਵਿਵੇਕ ਤੇ ਪਰਖਿਆ ਗਿਆ ਤਾਂ ਹੈ ਨਾ। ਲੋਕ ਨਾ ਕਈ ਵਾਰ ਝੂਠ ਬੋਲਦੇ ਨੇ ਤੇ ਬੋਲੀ ਜਾਂਦੇ ਨੇ। ਇੱਕ ਬੰਦਾ ਕਹਿੰਦਾ ਵੀ ਝੂਠ ਬੋਲ ਰਹੇ ਸਨ, ਕਹਿੰਦਾ ਸਾਡੇ ਦਾਦੇ ਕੋਲ ਨਾ ਇੱਕ ਮੱਝ ਹੁੰਦੀ ਸੀ, ਬੜੇ ਲੰਮੇ ਲੰਮੇ ਸਿੰਘ ਸੀ ਉਹਦੇ ਬਾਈ, ਇੱਕ ਸਿੰਘ ਦਿੱਲੀ ਤੇ ਦੂਜਾ ਲਾਹੌਰ, ਏਡੇ ਲੰਮੇ ਸਿੰਘ, ਬੜੇ ਲੰਮੇ ਲੰਮੇ ਸਿੰਘ। ਹੁਣ ਝੂਠ ਹੀ ਬੋਲਣਾ ਹੈ। ਤੇ ਦੂਜੇ ਨੇ ਇਹ ਨਹੀਂ ਕਿਹਾ ਵੀ ਤੇਰੀ ਮੱਝ ਦੇ ਸਿੰਘ ਨਹੀਂ ਸੀ, ਇੱਕ ਮੱਝ ਦਾ ਸਿੰਘ ਲਾਹੌਰ ਤੇ ਇੱਕ ਦਿੱਲੀ। ਤੇ ਦੂਜਾ ਕਹਿੰਦਾ ਵੀ ਸਾਡੇ ਦਾਦੇ ਦੇ ਕੋਲ ਨਾ ਇੱਕ ਬਾਂਸ ਹੁੰਦਾ ਸੀ ਬੜਾ ਲੰਮਾ, ਜਦੋਂ ਮੀਂਹ ਨਹੀਂ ਸੀ ਪੈਂਦਾ ਉਹਨੇ ਬਾਂਸ ਚੁੱਕਣਾ ਤੇ ਬੱਦਲਾਂ ਦੇ ਢਿੱਡ ਵਿੱਚ ਮਾਰਨਾ ਤੇ ਬੱਦਲਾਂ ਨੂੰ ਹਿਲਾ ਕੇ ਮੀਂਹ ਪਵਾ ਦੇਣਾ, ਇੰਨਾ ਲੰਮਾ ਬਾਂਸ। ਤੇ ਪਹਿਲਾ ਕਹਿੰਦਾ ਬਾਂਸ ਧਰਦਾ ਕਿੱਥੇ ਸੀ ਤੇਰਾ ਦਾਦਾ? ਕਹਿੰਦਾ ਤੁਹਾਡੇ ਮੱਝ ਦੀ ਖੁਰਲੀ ਵਿੱਚ। ਮੱਝ ਦੀ ਖੁਰਲੀ ਵੀ ਤੇ ਲੰਮੀ ਹੋਏਗੀ ਨਾ। ਯਾਨੀ ਦਿਮਾਗ ਨੂੰ ਵਰਤਣਾ ਹੈ ਅਸਾਂ। ਕੋਈ ਬੰਦਾ ਕਹਿੰਦਾ ਮੇਰੇ ਦਾਦੇ ਦੀ ਘੜੀ ਡਿੱਗ ਪਈ, ਤੇ ਕਹਿੰਦਾ 20 ਸਾਲ ਬਾਅਦ ਲੱਭੀ। ਤੇ 20 ਸਾਲ ਬਾਅਦ ਜਦੋਂ ਘੜੀ ਨਿਕਲੀ ਨਾ ਸਰੋਵਰ ਚੋਂ, ਕਿਸੇ ਪਾਣੀ ਦੇ ਸਰੋਵਰ ਚੋਂ, 20 ਸਾਲ ਬਾਅਦ, ਤੇ ਘੜੀ ਫਿਰ ਵੀ ਚੱਲਣ ਡਈ। ਤੇ ਦੂਜਾ ਕਹਿੰਦਾ ਮੇਰਾ ਦਾਦਾ 20 ਸਾਲ ਸਰੋਵਰ ਦੇ ਵਿੱਚ ਥੱਲੇ ਹੀ ਬੈਠਾ ਰਿਹਾ, ਪਾਣੀ ਦੇ ਵਿੱਚ,
ਤੇ ਕਹਿੰਦਾ ਪਾਣੀ ਦੇ ਵਿੱਚ ਕਰਦਾ ਕੀ ਸੀ, ਕਹਿੰਦਾ ਤੇਰੇ ਦਾਦੇ ਦੀ ਘੜੀ ਨੂੰ ਚਾਬੀ ਦਿੰਦਾ ਹੁੰਦਾ ਸੀ। ਯਾਨੀ ਝੂਠ ਨੇ ਨਾ। ਤਾਂ ਗੁਰੂ ਜੀ ਕਹਿੰਦੇ ਨੇ ਬੂਝੈ ਬੂਝਨਹਾਰ ਵਿਵੇਕ, ਇਸ ਵਿਚਾਰ ਨੂੰ ਵਿਚਾਰਨ ਵਾਲਾ ਕੋਈ ਬੰਦਾ ਸਮਝਦਾ ਜਿਹੜੀਆਂ ਅਸੀਂ ਪਿੱਛੇ ਵਿਚਾਰਾਂ ਕੀਤੀਆਂ ਨੇ। ਇਸ ਲਈ ਸਾਡੀ ਕਮੀ ਇਹ ਰਹੀ ਕਿ ਅਸੀਂ ਆਪ ਵਿਚਾਰਵਾਨ ਨਹੀਂ ਬਣੇ। ਜਿਹੜਾ ਆਪ ਵਿਚਾਰਵਾਨ ਨਹੀਂ ਬਣੇਗਾ, ਸੱਚ ਦੀ ਕਸਵੱਟੀ ਤੇ ਨਹੀਂ ਪਰਖੇਗਾ, ਉਹ ਉਜੜ ਮਾਰਗ ਵਿੱਚ ਪਿਆ ਰਵੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਪਾਂ ਕਹਿ ਨਾ ਜਿਵੇਂ ਬਸਤ ਮਹਿਲੇ ਬਸਤ ਗੜਾਈ, ਕਿ ਵਸਤੂ ਵਿੱਚ ਵਸਤੂ ਪਾ ਦਵੀਏ ਤਾਂ ਕੋ ਭਿੰਨ ਕਹਿਣਾ ਜਾਈ, ਬੂਝੈ ਬੂਝਨਹਾਰ ਵਿਵੇਕ। ਕੋਈ ਵਿਰਲਾ ਗਿਆਨਵਾਨ ਇਸ ਚੀਜ਼ ਨੂੰ ਸਮਝਦਾ ਹੈ, ਤੇ ਜਿਹੜਾ ਸਮਝਦਾ ਫਿਰ ਉਹਨੂੰ ਉਹਦਾ ਰਿਜ਼ਲਟ ਕੀ ਨਿਕਲਦਾ ਹੈ, ਨਾਰਾਇਣ ਮਿਲੇ ਨਾਨਕ ਏਕ। ਹੇ ਨਾਨਕ, ਜੋ ਜੀ ਪ੍ਰਭੂ ਦੇ ਨਾਲ ਮਿਲ ਜਾਂਦੇ ਨੇ, ਫਿਰ ਉਹ ਇੱਕ ਮਿਕ ਹੋ ਜਾਂਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ, ਉਹ ਇਸ ਚੀਜ਼ ਨੂੰ ਸਮਝ ਲੈਂਦੇ ਨੇ ਕਿ ਉਹ ਰੱਬ ਦੇ ਨਾਲ ਮਿਲ ਕੇ ਇੱਕ ਮਿਕ ਹੋ ਗਏ। ਉਹਨਾਂ ਨੂੰ ਇੱਕ ਰੱਬ ਮਿਲ ਗਿਆ, ਉਹ ਇੱਕ ਰੱਬ ਦੇ ਵਿੱਚ ਮਿਲ ਗਏ, ਤਾਣੇ ਪੇਟੇ ਦੀ ਤਰ੍ਹਾਂ ਉਹ ਇੱਕ ਹੋ ਗਏ। ਬੁੱਝੇ ਬੂਝਨਹਾਰ ਵਿਵੇਕ, ਜਿਹੜਾ ਵਿਵੇਕਵਾਨ ਗਿਆਨਵਾਨ ਬੰਦਾ, ਜੋ ਇਸ ਚੀਜ਼ ਨੂੰ ਬੁੱਝੇਗਾ ਪਰਖੇਗਾ। ਇਸ ਲਈ ਗੁਰੂ ਜੀ ਨੇ ਸਾਨੂੰ ਵਿਵੇਕ ਬੁੱਧ ਦਿੱਤੀ ਹੈ, ਔਰ ਗੁਰੂ ਜੀ ਤੋਂ ਅਸੀਂ ਵਿਵੇਕ ਬੁੱਧ ਮੰਗਣੀ ਹੈ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ, ਉੱਤਮ ਉੱਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋਂ ਗਾਵੋਂ ਗੁਣ ਗੋਬਿੰਦਾ, ਅਤ ਪ੍ਰੀਤਮ ਮੁਹਿ ਲਾਗੇ ਨਾਉ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਅਸੀਂ ਰੋਜ਼ ਮੰਗਦੇ ਹਾਂ ਨਾ। ਅਗਲਾ ਬਚਨ ਕਰਦੇ ਨੇ, ਠਾਕੁਰ ਕਾ ਸੇਵਕ ਆਗਿਆਕਾਰੀ। ਜੋ ਰੱਬ ਦਾ ਸੇਵਕ ਹੈ, ਅਸੀਂ ਕਿਹਨੂੰ ਕਹਿ ਸਕਦੇ ਹਾਂ ਰੱਬ ਦਾ ਸੇਵਕ? ਰੱਬ ਦਾ ਭਗਤ, ਰੱਬ ਦਾ ਪਿਆਰਾ, ਜਿਨਨੇ ਚੋਲਾ ਪਾਇਆ ਹੈ, ਜਾਂ ਜਿਨਨੇ ਮੇਰੇ ਵਰਗੇ ਕੱਪੜੇ ਪਾਏ ਨੇ, ਜਿਹੜਾ 5-4 ਮਾਲਾ ਗਾਲ ਚ ਪਾਈ ਫਿਰਦਾ ਹੈ, ਜਿਹੜਾ ਸਮਾਧੀਆਂ ਲਾਉਂਦਾ ਹੈ, ਜਾਂ ਜਿਹੜਾ ਭੋਰੇ ਵਿੱਚ ਵੜਿਆ ਹੈ, ਜਿਹੜਾ ਪਹਾੜਾਂ ਤੇ ਚੜਿਆ ਹੈ, ਕਿ ਉਹਨੂੰ ਅਸੀਂ ਕਹਾਂਗੇ ਸੇਵਕ? ਗੁਰੂ ਜੀ ਕਹਿੰਦੇ ਨੇ ਨਹੀਂ, ਠਾਕੁਰ ਕਾ ਸੇਵਕ ਆਗਿਆਕਾਰੀ। ਆਗਿਆਕਾਰੀ ਦਾ ਮਤਲਬ ਜੋ ਠਾਕੁਰ ਦੀ ਆਗਿਆ ਵਿੱਚ ਤੁਰਦਾ ਹੈ, ਹੁਕਮ ਵਿੱਚ ਤੁਰਦਾ ਹੈ, ਹੁਕਮ ਰਜ਼ਾਈ ਚੱਲਣਾ, ਉਹ ਰੱਬ ਦਾ ਸੇਵਕ ਹੈ, ਉਹ ਰੱਬ ਦਾ ਪਿਆਰਾ ਹੈ। ਰੱਬ ਦੇ ਹੁਕਮ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿੱਚ ਤੁਰਦਾ ਹੈ, ਉਹਦਾ ਤਾਬੇਦਾਰ ਹੈ ਹਮੇਸ਼ਾ। ਠਾਕੁਰ ਕਾ ਸੇਵਕ ਸਦਾ ਪੁਜਾਰੀ, ਪੁਜਾਰੀ ਦਾ ਮਤਲਬ ਪੂਜਾ ਕਰਨ ਵਾਲਾ, ਉਪਾਸ਼ਕ। ਜਿਹੜਾ ਰੱਬ ਦਾ ਸੇਵਕ ਹੈ ਨਾ, ਉਹ ਰੱਬ ਦੀ ਆਗਿਆ ਵਿੱਚ ਤੁਰਦਾ ਹੈ, ਤੇ ਇਹੀ ਉਹਦੀ ਪੂਜਾ ਹੈ। ਤੇ ਉਹ ਇਹ ਪੂਜਾ ਹਰ ਵਕਤ ਕਰ ਰਿਹਾ ਹੈ, ਰੱਬ ਦੇ ਹੁਕਮ ਵਿੱਚ ਤੁਰਨ ਦੀ ਪੂਜਾ, ਕਿਉਂਕਿ ਉਹ ਪੂਜਾ ਇਹੀ ਹੈ, ਉਹਦੇ ਹੁਕਮ ਦੇ ਵਿੱਚ ਤੁਰਨਾ। ਆਮ ਪੁਜਾਰੀ ਕਿਹੜਾ ਹੈ? ਦੇਖੋ, ਠਾਕੁਰ ਦੇ ਪੁਜਾਰੀ ਵਿੱਚ ਔਰ ਜਿਹੜਾ ਆਮ ਪੁਜਾਰੀ ਹੈ, ਉਹਦੇ ਅੰਦਰ ਫਰਕ ਹੈ। ਜੋ ਆਮ ਪੁਜਾਰੀ ਹੈ ਨਾ, ਉਹਨੇ ਧਰਮ ਨੂੰ ਧੰਦਾ ਬਣਾਇਆ ਹੈ। ਪੁਜਾਰੀ ਨੇ, ਚਾਹੇ ਉਹ ਕਿਸੇ ਵੀ ਧਰਮ ਵਰਗ ਵਿੱਚ ਹੈ, ਉਹਨੇ ਕਰਮ ਕਾਂਡ ਪੈਦਾ ਕੀਤੇ ਨੇ। ਉਹਨੇ ਇਹ ਕਿਹਾ ਹੈ ਕਿ ਮੂਰਤ ਦੇ ਅੱਗੇ ਤੁਸੀਂ ਪ੍ਰਸ਼ਾਦਾ ਪਾਣੀ ਰੱਖ ਕੇ ਭੋਗ ਲਵਾ ਦਿਓ, ਰੱਬ ਖੁਸ਼ ਹੋ ਜਾਏਗਾ। ਇਹਨੂੰ ਪੂਜਾ ਸਮਝਦੇ ਨੇ। ਫੁੱਲ ਪੱਤੀਆਂ ਚੜਾ ਦੇਣੀਆਂ, ਠਾਕੁਰ ਦਾ ਇਸ਼ਨਾਨ ਕਰਾ ਦੇਣਾ। ਹੁਣ ਇਹ ਚੀਜ਼ਾਂ ਪੂਜਾ ਨਹੀਂ ਹਨ, ਇਹ ਤਾਂ ਅੰਧ ਵਿਸ਼ਵਾਸ ਨੇ। ਹੁਣ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਨਾ, ਨਿਰਾਹਾਰ ਨਿਰਵੈਰ, ਅੱਗੇ ਕੀ ਪੰਕਤੀ ਥੋੜਾ ਜਿਹਾ ਬੋਲੋਗੇ ਅਨਮਿਊਟ ਰਹਿ ਕੇ ਹੀ? ਨਿਰਾਹਾਰ ਨਿਰਵੈਰ ਸੁਖਦਾਈ ਹੈ ਨਾ। ਨਿਰਾਹਾਰ ਨਿਰਵੈਰ ਸੁਖਦਾਈ। ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ, ਤੇ ਪਾਠ ਤੋਂ ਬਾਅਦ ਅਸੀਂ ਚਾਹ ਪਕੌੜੇ ਬਣਾਏ, ਤੇ ਫਿਰ ਅਸੀਂ ਕਿਹਾ ਵੀ ਰੱਬ ਨੂੰ ਭੋਗ ਲਵਾ ਦਈਏ ਚਾਹ ਪਕੌੜਿਆਂ ਦਾ, ਗੁਲਾਬ ਜਾਮਨਾਂ ਦਾ ਭੋਗ ਲਵਾ ਕੇ, ਤੇ ਫਿਰ ਅਸੀਂ ਪਕੌੜੇ ਵਰਤਾਣੇ ਨੇ, ਫਿਰ ਗੁਲਾਬ ਜਾਮਨ ਵਰਤਾਣੇ ਨੇ। ਤੇ ਪੜ੍ਹ ਕੇ ਕੀ ਆਏ ਆ? ਨਿਰਾਹਾਰ, ਵੀ ਰੱਬ ਤੇ ਰੋਟੀ ਖਾਂਦਾ ਹੀ ਨਹੀਂ, ਉਹ ਤੇ ਆਹਾਰ ਤੋਂ ਬਿਨਾਂ ਹੀ ਹੈ। ਜਿਹੜਾ ਹੈ ਨਿਰਾਹਾਰ, ਉਹਨੂੰ ਪਕੌੜਿਆਂ ਦੇ ਭੋਗ ਲਵਾ ਰਹੇ ਆ। ਮਜ਼ਾਕ ਹੀ ਹੈ ਨਾ, ਟੀਚਰ ਕਰਨ ਵਾਲੀ ਗੱਲ ਹੀ ਹੈ ਨਾ। ਲੇਕਿਨ ਇਹ ਸਾਨੂੰ ਗੱਲ ਹਜਮ ਹੋਏਗੀ ਨਹੀਂ, ਕਿਉਂਕਿ ਸਾਡੇ ਅੰਦਰ ਇਹ ਚੀਜ਼ਾਂ ਬਹਿ ਗਈਆਂ। ਸਾਨੂੰ ਇਹ ਗੱਲਾਂ ਹਜਮ ਹੋਣਗੀਆਂ ਨੇ ਵੀ ਧੂਫ, ਫੋਟੋ ਅੱਗੇ ਧੂਫ ਨਾ ਨਾ ਨਾ, ਜੇ ਧੂਫ ਨਾ ਦਿਖਾਈ ਤੇ ਅਸੀਂ ਤਾਂ ਬੰਬ ਧਮਾਕਾ ਹੋ ਜਾਣਾ, ਕਿਉਂਕਿ ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਬਹਿ ਗਈਆਂ ਨੇ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਬੂਝੇ ਬੂਝਨਹਾਰ ਵਿਵੇਕ ਨਹੀਂ ਬਣੇ। ਤਾਂ ਠਾਕੁਰ ਕਾ ਸੇਵਕ ਸਦਾ ਪੁਜਾਰੀ ਦਾ ਮਤਲਬ ਜਿਹੜਾ ਰੱਬ ਦਾ ਸੇਵਕ ਹੈ, ਉਹ ਸਦਾ ਹੀ ਰੱਬ ਦੀ ਰਜ਼ਾ ਭਾਣੇ ਦੇ ਵਿੱਚ ਤੁਰਦਾ ਹੈ।
ਹਮੇਸ਼ਾ ਹੀ ਉਹਦੀ ਸੇਵਾ ਦੇ ਵਿੱਚ ਤਤਪਰ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਇਸ ਨੂੰ ਪੜਨ ਲੱਗਿਆ ਥੋੜਾ ਧਿਆਨ ਰੱਖਣਾ ਹੈ। ਪਹਿਲਾ ਕੱਕੇ ਦੇ ਨਾਲ ਲਾਂ ਹੈ, ਇਹਨੂੰ ਪੜਨਾ ਹੈ ਕੇ। ਦੂਜੇ ਕੱਕੇ ਨਾਲ ਦੁਲਾਵਾ ਨੇ, ਉਹਨੂੰ ਪੜਨਾ ਹੈ ਕੈ, ਤੇ ਵਿਸਰਾਮ ਕੈ ਤੇ ਜਾ ਕੇ ਲਗਾਣਾ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਅਕਾਲ ਪੁਰਖ ਦੇ ਸੇਵਕ ਦੇ ਮਨ ਵਿੱਚ ਉਹਦੀ ਹਸਤੀ ਦੀ ਪ੍ਰਤੀਤੀ ਹੁੰਦੀ ਹੈ, ਵਿਸ਼ਵਾਸ ਹੁੰਦਾ ਹੈ। ਉਹ ਹੈ ਠਾਕੁਰ ਦਾ ਸੇਵਕ, ਉਹ ਹੈ ਰੱਬ ਦਾ ਭਗਤ, ਜਿਹਦੇ ਮਨ ਦੇ ਅੰਦਰ ਵਿਸ਼ਵਾਸ ਹੈ ਰੱਬੀ ਹੁਕਮ ਦਾ, ਰੱਬੀ ਗੁਣਾਂ ਦਾ, ਰੱਬ ਦੀ ਹੋਂਦ ਹਸਤੀ ਦਾ, ਜਿਹਦੇ ਮਨ ਅੰਦਰ ਇਹ ਵਿਸ਼ਵਾਸ ਹੈ ਕਿ ਰੱਬ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਜਿਹਦੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਤੇ ਜਿਹੜਾ ਇਸ ਵਿਸ਼ਵਾਸ ਦੇ ਨਾਲ ਰੱਬੀ ਹੁਕਮ ਦੇ ਵਿੱਚ ਤੁਰਦਾ ਹੈ, ਉਹ ਠਾਕੁਰ ਦਾ ਸੇਵਕ ਹੈ। ਹਾਂ, ਬਾਕੀ ਵਿਖਾਵੇ ਵਾਸਤੇ ਜਾਂ ਆਪਣੇ ਆਪ ਨੂੰ ਕੋਈ ਆਪ ਕਹੀ ਜਾਏ, ਉਹ ਉਹਦੀ ਮਰਜ਼ੀ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਗੁਰਬਾਣੀ ਦੇ ਬੇਸ ਦੇ ਉੱਤੇ, ਯੂਨੀਵਰਸਲ ਟਰੁੱਥ ਦੇ ਬੇਸ ਦੇ ਉੱਤੇ, ਠਾਕੁਰ ਦਾ ਸੇਵਕ, ਰੱਬ ਦਾ ਪਿਆਰਾ ਉਹ ਹੈ ਜਿਹਦੇ ਮਨ ਦੇ ਅੰਦਰ ਵਿਸ਼ਵਾਸ ਹੈ ਕਿ ਸਭ ਕੁਝ ਰੱਬੀ ਹੁਕਮ ਦੇ ਵਿੱਚ ਹੈ, ਤੇ ਨਿਰਾ ਇਹ ਗੱਲੀ ਬਾਤੀ ਨਹੀਂ, ਉਹ ਰੱਬ ਦੇ ਹੁਕਮ ਤੇ ਵਿਸ਼ਵਾਸ ਵੀ ਰੱਖਦਾ ਹੈ, ਰੱਬੀ ਹੁਕਮ ਵਿੱਚ ਤੁਰਦਾ ਵੀ ਹੈ। ਉਹਨੂੰ ਵਿਸ਼ਵਾਸ ਹੈ ਕਿ ਗੁਰੂ ਦੀ ਪਾਵਨ ਬਾਣੀ ਇੱਕ ਅਟਲ ਸੱਚਾਈ ਹੈ, ਤੇ ਜਿਹਦੇ ਅੰਦਰ ਵਿਸ਼ਵਾਸ ਹੋਏਗਾ ਗੁਰਬਾਣੀ ਮੁਤਾਬਕ ਤੁਰੇਗਾ ਵੀ। ਤੇ ਜੇ ਸ਼ਾਮ ਨੂੰ ਸ਼ਰਾਬ ਦੀ ਦੁਹਾੜ ਪੀ ਕੇ ਸੁੱਤਾ ਹੋਵੇ ਤੇ ਸਵੇਰੇ ਕਵੇ ਮੈਂ ਤੇ ਗੁਰਬਾਣੀ ਤੇ ਵਿਸ਼ਵਾਸ ਕਰਨਾ, ਇਹ ਕਾਹਦਾ ਵਿਸ਼ਵਾਸ ਹੋਇਆ? ਗੁਰੂ ਜੀ ਤਾਂ ਕਹਿ ਰਹੇ ਨੇ ਝੂਠਾ ਮਦ ਮੂਲ ਨਾ ਪੀਛੇ ਜੇ ਕਾ ਪਾਰ ਵਸਾਏ। ਮੈਨੂੰ ਤੇ ਜੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ। ਵੀ ਭਰੋਸਾ ਤਾਂ ਹੈ ਨਾ ਜੇ ਉਹਦੇ ਤੇ ਅਮਲ ਵੀ ਕਰੇ, ਭਰੋਸਾ ਤੇ ਤਾਂ ਹੈ ਨਾ ਜੇ ਝੂਠ ਫਰੇਬ ਅਸੀਂ ਛੱਡੀਏ ਵੀ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਵਾਦ ਵਿਵਾਦ ਕਾਹੂ ਸੇ ਨਾ ਕੀਜੇ, ਕਿ ਸਾਨੂੰ ਇੱਕ ਦੂਜੇ ਨਾਲ ਵਾਦ ਵਿਵਾਦ ਨਹੀਂ ਕਰਨਾ ਚਾਹੀਦਾ। ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਤਾਂ ਹੀ ਹੈ ਨਾ ਜੇ ਇਹਨਾਂ ਚੀਜ਼ਾਂ ਤੇ ਅਮਲ ਵੀ ਕਰੀਏ, ਤੇ ਜੇ ਅਮਲ ਨਹੀਂ ਕਰਦੇ ਤਾਂ ਮਤਲਬ ਸਾਨੂੰ ਭਰੋਸਾ ਤੇ ਨਾ ਹੋਇਆ। ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ, ਜਿਹੜਾ ਠਾਕੁਰ ਦਾ ਸੇਵਕ ਹੈ ਰੱਬ ਦਾ, ਉਹਦੇ ਮਨ ਦੇ ਅੰਦਰ ਵਿਸ਼ਵਾਸ ਹੈ। ਠਾਕੁਰ ਕੇ ਸੇਵਕ ਨਿਰਮਲ ਰੀਤ, ਰੀਤ ਦਾ ਮਤਲਬ ਰਹਿਣੀ, ਜ਼ਿੰਦਗੀ ਨਿਭਾਉਣ ਦਾ ਤਰੀਕਾ, ਵੇ ਆਫ ਲਾਈਫ, ਜੀਵਨ ਜੀਣ ਦਾ ਢੰਗ। ਉਹਦੀ ਜੋ ਠਾਕੁਰ ਦਾ ਸੇਵਕ ਹੈ, ਉਹਦੀ ਜੀਵਨ ਦੀ ਰਹੁ ਰੀਤ ਪਵਿੱਤਰ ਹੈ, ਨਿਰਮਲ, ਮੈਲ ਤੋਂ ਰਹਿਤ। ਨਾ ਉਹਦੀ ਮੈਂਟੈਲਿਟੀ ਵਿੱਚ ਮੈਲ ਹੈ, ਨਾ ਉਹਦੇ ਬੋਲਾਂ ਵਿੱਚ ਮੈਲ ਹੈ, ਨਾ ਉਹਦੇ ਵਿਹਾਰ ਵਿੱਚ ਮੈਲ ਹੈ। ਸਾਫ਼ ਸੁਥਰਾ ਵਿਹਾਰ ਉਹਦਾ, ਸਾਫ਼ ਸੁਥਰੇ ਉਹਦੇ ਬੋਲ, ਸਾਫ਼ ਸੁਥਰੀ ਉਹਦੀ ਸੋਚ, ਉਹਦੀ ਜ਼ਿੰਦਗੀ ਦੇ ਵਿੱਚ ਮੈਲ ਹੈ ਹੀ ਨਹੀਂ, ਮੈਲ ਵਾਲਾ ਕੋਈ ਕੰਮ ਹੀ ਨਹੀਂ ਕਰਦਾ। ਨਾ ਉਹਦੇ ਅੰਦਰ ਨੈਗੇਟਿਵਿਟੀ ਸੋਚ ਵਿੱਚ ਹੈ, ਨਾ ਉਹਦੇ ਬੋਲਾਂ ਵਿੱਚ, ਨਾ ਉਹਦੇ ਵਿਹਾਰ ਵਿੱਚ। ਉਹਦੇ ਜੀਵਨ ਦਾ ਢੰਗ ਨਿਰਮਲ ਹੈ, ਉਹ ਹੈ ਰੱਬ ਦਾ ਸੇਵਕ। ਤੇ ਜੇ ਮੇਰੇ ਵਾਂਗੂ ਆ ਕਮੀਜ਼ ਪਜਾਮੇ ਪਾਈ ਫਿਰੇ, ਦਸਤਾਰ ਬੰਨ ਕੇ, ਕਿਰਪਾਨ ਪਾ ਕੇ, ਅੰਮ੍ਰਿਤ ਪਾਨ ਕਰਕੇ, ਬਾਣੀ ਪੜਨ ਦਾ ਵੀ ਮੈਂ ਵਿਖਾਵਾ ਕਰਾਂ, ਕਥਾ ਵੀ ਕਰਾਂ, ਲੇਕਿਨ ਬਾਕੀ ਮੇਰੀ ਜ਼ਿੰਦਗੀ ਠੱਗਾਂ ਵਾਲੀ ਹੋਵੇ, ਇਮੋਸ਼ਨਲ ਬਲੈਕਮੇਲ ਮੈਂ ਕਰਦਾ ਹਾਂ, ਚੋਰੀਆਂ ਕਰਦਾ ਹਾਂ, ਚੋਰੀ ਛਿਪੇ ਸ਼ਰਾਬਾਂ ਪੀਂਦਾ ਹਾਂ, ਤਾਂ ਮੈਂ ਠਾਕੁਰ ਦਾ ਸੇਵਕ ਤੇ ਨਾ ਹੋਇਆ, ਕਿਉਂਕਿ ਮੇਰੇ ਜੀਵਨ ਦੀ ਜੁਗਤੀ ਨਿਰਮਲ ਨਹੀਂ ਹੈ। ਇਸ ਲਈ ਸਾਰੀ ਗੱਲ ਜੀਵਨ ਦੀ ਜੁਗਤੀ ਦੀ ਹੈ, ਜੀਵਨ ਦੇ ਢੰਗ ਦੀ ਹੈ। ਗੁਰੂ ਜੀ ਸਾਡੇ ਜੀਵਨ ਦੇ ਢੰਗ ਨੂੰ, ਸਾਡੀ ਸੋਚ ਨੂੰ ਬਦਲਣਾ ਚਾਹੁੰਦੇ ਨੇ, ਸਮਾਜ ਤਾਂ ਹੀ ਬਦਲੇਗਾ ਨਾ। ਅਗਲਾ ਬਚਨ ਕਰਦੇ ਨੇ, ਠਾਕੁਰ ਕੋ ਸੇਵਕ ਜਾਣੈ ਸੰਗ। ਜਿਹੜਾ ਰੱਬ ਦਾ ਸੇਵਕ ਹੈ ਨਾ, ਅਸਲ ਸੇਵਕ ਉਹ ਹੈ ਜਿਹੜਾ ਰੱਬ ਨੂੰ ਹਰ ਵਕਤ ਆਪਣੇ ਨਾਲ ਸਮਝਦਾ ਹੈ। ਹੁਣ ਸਾਨੂੰ ਸਮਝਾ ਦਿੱਤਾ ਗਿਆ ਕਿ ਸੁਖਮਨੀ ਸਾਹਿਬ ਦੇ 24,000 ਅਕਸ਼ਰ ਨੇ, 24,000 ਅਸੀਂ ਸਵਾਸ ਲੈਂਦੇ ਹਾਂ। ਇੱਕ ਵਾਰੀ ਸੁਖਮਨੀ ਸਾਹਿਬ ਸਵੇਰੇ ਪੜ੍ਹ ਲਓ, ਤੁਹਾਡੇ ਸਵਾਸ 24,000 ਸਫਲੇ। 1.5 ਘੰਟੇ ਵਿੱਚ ਸੁਖਮਨੀ ਸਾਹਿਬ ਪੜ੍ਹ ਕੇ ਬਾਕੀ 22.5 ਘੰਟੇ ਠੱਗੀਆਂ ਮਾਰੋ, ਇਹ ਠੀਕ ਨਹੀਂ ਨਾ। ਠਾਕੁਰ ਦਾ ਸੇਵਕ ਉਹ ਹੈ ਜੋ ਰੱਬ ਨੂੰ ਹਮੇਸ਼ਾ ਅੰਗ ਸੰਗ ਜਾਣਦਾ ਹੈ, ਨਾਲ ਸਮਝਦਾ ਹੈ ਕਿ ਰੱਬ ਮੇਰੇ ਹਰ ਬੋਲ ਨੂੰ ਸੁਣ ਰਿਹਾ ਹੈ। ਮੈਂ ਕਿਸੇ ਨੂੰ ਗਾਲ ਨਹੀਂ ਕੱਢਣੀ, ਮੈਂ ਕਿਸ ਦੀ ਨਿੰਦਿਆ ਨਹੀਂ ਕਰਨੀ, ਮੈਂ ਕਿਸ ਦੀ ਬਦਖੋਈ ਨਹੀਂ ਕਰਨੀ, ਮੈਂ ਝੂਠ ਨਹੀਂ ਬੋਲਣਾ, ਕਿਉਂਕਿ ਰੱਬ ਮੇਰੇ ਨਾਲ ਹੈ। ਮੈਂ ਕਿਸੇ ਧੀ ਭੈਣ ਵੱਲ ਜਾਂ ਕਿਸੇ ਦੇ ਪੈਸੇ ਵੱਲ ਲਲਚਾਈ ਔਰ ਕਾਮੁਕ ਨਜ਼ਰ ਨਾਲ ਨਹੀਂ ਵੇਖਣਾ, ਰੱਬ ਮੈਨੂੰ ਵੇਖ ਰਿਹਾ ਹੈ। ਮੈਂ ਕੋਈ ਚੋਰੀ ਚਕਾਰੀ ਨਹੀਂ ਕਰਨੀ, ਕਿਉਂਕਿ ਰੱਬ ਮੇਰੇ ਨਾਲ ਹੈ। ਉਹਨੂੰ ਕਹਿੰਦੇ ਨੇ ਰੱਬ ਦਾ ਸੇਵਕ। ਠਾਕੁਰ ਕੋ ਸੇਵਕ ਜਾਣੈ ਸੰਗ, ਆਪਣੇ ਨਾਲ ਸਮਝਦਾ ਹੈ।
ਕਿ ਹਰ ਵਕਤ ਹਰ ਥਾਂ ਤੇ ਮੇਰੇ ਨਾਲ ਹੈ। ਤੇ ਜਿਹੜਾ ਰੱਬ ਨੂੰ ਨਾਲ ਸਮਝੇਗਾ ਉਹਦੇ ਅੰਦਰ ਇਖਲਾਕੀ ਜੁਰਰਤ ਪੈਦਾ ਹੋਏਗੀ, वो उच्चे सुच्चे इखलाक और आचरण वाला बनेगा। रब का सेवक नाम कै रंग, रंग का मतलब प्यार मौज, ते नाम का मतलब हुक्म। प्रभ का सेवक नाम कै रंग, प्रभु का जो सेवक है रब दे हुक्म की मौज विच रहिंदा है। नाम मतलब हुक्म, एक को नाम है जी, हुक्म दे प्रेम विच तुरदा है, हुक्म दी मौज विच रहिंदा है, हुक्म तो बाहर नहीं, क्योंकि उन्होंने पता है हुक्म तो बाहर कुछ नहीं होना। हुक्म दे अंदर, रजा दे अंदर जिहड़ा बंदा चलेगा वो मौज दे अंदर है, वो आनंद दे अंदर है। ते जिथे बंदा सिस्टम नूं तोड़ेगा उत्थे उहदा आनंद खत्म होएगा। अपनी जिंदगी वल देख लो, जे असीं खाण पीण दा कोई सिस्टम नहीं बनांदे तां शरीर रोगी होएगा। जे साडी बोल बाणी दा कोई सिस्टम नहीं है ਤਾਂ ਸਾਡੀ ਪ੍ਰੀਤ ਲੋਕਾਂ ਦੇ ਨਾਲ ਟੁੱਟੇਗੀ। ਜੇ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਬੋਲ ਬਾਣੀ ਇੱਕ ਦੂਜੇ ਨਾਲ ਵਿਹਾਰ ਠੀਕ ਨਹੀਂ ਤਾਂ ਪ੍ਰੋਬਲਮ ਆਏਗੀ ਨਾ, ਮੌਜ ਨਹੀਂ ਨਾ ਰਹਿਣੀ, ਆਨੰਦ ਨਹੀਂ ਨਾ ਰਹਿਣਾ। ਆਨੰਦ ਤਾਂ ਰਹੇਗਾ ਜੇ ਕਿਸੇ ਸਿਸਟਮ ਦੇ ਅੰਦਰ ਜ਼ਿੰਦਗੀ ਜੀਵਾਂਗੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਪ੍ਰਭੂ ਦਾ ਸੇਵਕ ਹੈ ਉਹ ਰੱਬੀ ਰਜ਼ਾ ਦੇ ਅੰਦਰ, ਪ੍ਰੇਮ ਦੇ ਅੰਦਰ, ਮੌਜ ਦੇ ਅੰਦਰ ਰਹਿੰਦਾ ਹੈ। ਸੇਵਕ ਕਉ ਪ੍ਰਭ ਪਾਲਨਹਾਰਾ, प्रभु अपने सेवक नूं पालन दे समर्थ है, उहदी पालना पोषणा करदा है। हुण रब पालना पोषणा करदा है, जिस चीज की जरूरत है उहनूं दिंदा है। हुण असीं इस पालना पोषण नूं ते समझ सकदे ना कि असीं सारे ही बाल बच्चेदार हां, असीं अपने बच्चे पाले ने ते हुण साडे विचों बहुते ते अपणीਆਂ पोतरियां पोतरियां नूं भी पाल रहे ने। पालन दा पता है ना कि जिहड़ी चीज की लोड़ हुंदी असीं अपने बच्चिਆਂ नूं दिंदे हां और देनी भी चाहीदी है, पालना चाहीदा है। ਹੁਣ ਆਤਮਿਕ ਜੀਵਨ ਵਾਸਤੇ ਸਾਨੂੰ ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ ਰੱਬ ਸਾਨੂੰ ਦਿੰਦਾ ਹੈ। ਸੱਚ ਦੀ ਲੋੜ ਹੈ, ਦਇਆ ਦੀ ਲੋੜ ਹੈ, ਪ੍ਰੇਮ ਦੀ ਲੋੜ ਹੈ, ਉਤਸ਼ਾਹ ਦੀ ਲੋੜ ਹੈ, ਵਿਲ ਪਾਵਰ ਦੀ ਜ਼ਰੂਰਤ ਹੈ, ਨਿਰਭੈਤਾ ਨਿਰਵੈਰਤਾ ਦੀ ਲੋੜ ਹੈ। ਇਹ ਆਤਮਿਕ ਜੀਵਨ ਜੀਣ ਵਾਸਤੇ ਲੋੜ ਹੈ ਨਾ, ਖੁਸ਼ੀਆਂ ਵਾਸਤੇ ਇਹਨਾਂ ਗੁਣਾਂ ਦੀ। ਤੇ ਰੱਬ ਆਪਣੇ ਸੇਵਕਾਂ ਨੂੰ ਦੇ ਰਿਹਾ ਕਿਉਂਕਿ ਗੁਣਾਂ ਦਾ ਭੰਡਾਰ ਹੈ ਨਾ, ਉਹ ਗੁਣ ਨਿਧਾਨ ਭਗਤਨ ਕੋ ਬਰਤਨ। ਕੋਈ ਕਹਿ ਸਕਦਾ ਹੈ कि मैनू रब ने गुण नहीं दिते, मैं सच बोलना चाहता सी ते उस दिन रब प्रगट हो गया ते मैनू कहन लगा भी सच ना दसी, तू ना बोली सच। मैनू रब ने सच बोलने नहीं दिता, कदी रब ने रोकिया किसी ने। रब तां सानू दे रहा ना हर चीज़ां शरीरक पालना वास्ते। देखो दुनिया का सिस्टम है, इत्थे कोई भी ते ऐसी चीज़ नहीं जो सानू ना मिल रही होवे। तां रब जिहड़ा है अपने सेवकां दा पालन वाला है, ਉਹਨਾਂ ਦੇ ਆਤਮਿਕ ਜੀਵਨ ਦੀ ਪਾਲਣਾ ਕਰਦਾ ਹੈ। ਆਤਮਿਕ ਜੀਵਨ ਵਾਸਤੇ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਰੱਬ ਦੇ ਰਿਹਾ ਹੈ ਤੇ ਅੰਦਰੋਂ ਹੀ ਦੇ ਰਿਹਾ ਹੈ, ਕਿਉਂਕਿ ਸਭ ਦੇ ਅੰਦਰ ਬੈਠਾ ਹੈ। ਸੇਵਕ ਕੀ ਰਾਖੈ ਨਿਰੰਕਾਰਾ, ਰਾਖੈ ਦਾ ਮਤਲਬ ਇੱਜ਼ਤ ਰੱਖਦਾ ਹੈ। ਜੋ ਨਿਰਾਕਾਰ ਪ੍ਰਭੂ ਹੈ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ, ਇੱਜ਼ਤ ਰੱਖਦਾ ਹੈ। ਰੱਬ ਦੇ ਸੇਵਕਾਂ ਨੂੰ ਇੱਜ਼ਤ ਮਿਲਦੀ ਹੈ। देखो बेइज्जती साडी कदों हुंदी है जदों असीं कोई माड़ा कर्म करदे हां ते रब नूं जो बंदा अपने नाल अंग संग समझदा है रब उहनूं माड़ा काम करन ही नहीं दिंदा। चोरी करोगे ते अंदरों आवाज आएगी भी चोरी करनी ठीक नहीं, ईर्खा करनी ठीक नहीं। जदों असीं गुनाह दे धारनी होवांगे तां साडी इज्जत बरकरार रहेगी। सो सेवक जिस दया प्रभ धारै, सेवक ओही मनुख है ਜਿਹਦੇ ਤੇ ਰੱਬ ਰਹਿਮਤ ਕਰਦਾ ਹੈ, ਉਹ ਸੇਵਕ ਹੈ ਜੋ ਰਹਿਮਤ ਦਾ ਪਾਤਰ ਹੈ। ਹੁਣ ਇਹ ਚੀਜ਼ ਸਮਝਣ ਵਾਲੀ, ਵੈਸੇ ਅਸੀਂ ਇਹਦੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਹੁਣ ਅਸੀਂ ਆਪਣੀ ਜਾਨ ਛਡਾਉਣ ਲਈ ਜਾਂ ਬਚਣ ਵਾਸਤੇ ਫਿਰ ਕਹਿ ਦਿਆਂਗੇ ਇਹਦਾ ਮਤਲਬ ਰੱਬ ਨੇ ਮੇਰੇ ਤੇ ਦਇਆ ਨਹੀਂ ਕੀਤੀ ਯਾਰ, ਮੈਂ ਤਾਂ ਨਹੀਂ, ਉਹ ਤੇ ਰੱਬ ਦੇ ਉੱਤੇ ਦਇਆ ਕੀਤੀ ਤਾਂ। ਐਸਾ ਨਹੀਂ ਭਾਈ, ਰੱਬ ਸਾਰਿਆਂ ਤੇ ਦਇਆ ਕਰਦਾ, ਉਹ ਤੇ ਹੈ ਹੀ ਦਇਆਲੂ। ਉਹਨੇ ਥੋੜੀ ਵੀ ਤੁਹਾਡੇ ਤੇ ਦਇਆ ਕੀਤੀ, ਤੁਹਾਨੂੰ ਧਰਤੀ ਦਿੱਤੀ ਹੈ, ਚੰਦਰਮਾ ਦਿੱਤਾ ਹੈ, ਸੂਰਜ ਦਿੱਤਾ ਹੈ, ਹਵਾ ਦਿੱਤੀ ਹੈ, ਪਾਣੀ ਦਿੱਤਾ ਹੈ, ਸਰੀਰ ਦਿੱਤਾ ਹੈ, ਤੇ ਮੈਨੂੰ ਉਹਨੇ ਕੁਛ ਵੀ ਨਹੀਂ ਦਿੱਤਾ। ਸਾਰਾ ਕੁਛ ਮੈਨੂੰ ਵੀ ਦਿੱਤਾ। ਦਿਨ ਰਾਤ ਤੁਹਾਨੂੰ ਵੀ ਮਿਲੇ, ਦਿਨ ਰਾਤ ਮੈਨੂੰ ਵੀ ਮਿਲਿਆ, 24 ਘੰਟੇ ਤੁਹਾਨੂੰ ਵੀ ਮਿਲੇ, ਮੈਨੂੰ ਵੀ ਮਿਲਿਆ, ਸਰੀਰ ਤੁਹਾਨੂੰ ਵੀ ਮਿਲਿਆ, ਮੈਨੂੰ ਵੀ ਮਿਲਿਆ। ਅਸੀਂ ਆਪ ਦਇਆ ਦੇ ਪਾਤਰ ਬਣਨਾ ਹੈ, ਅਸੀਂ ਉਹਦੀ ਦਇਆ ਨੂੰ ਸੰਭਾਲਣਾ ਹੈ। ਮਾਨ ਸਿੰਘ, ਗਿਆਨੀ ਮਾਨ ਸਿੰਘ ਝੌਰ ਹੋਏ ਨੇ ਕਥਾਵਾਚਕ,
ਤੇ ਬੜੇ ਬੇਬਾਕ ਜੇ ਬੰਦੇ ਸੀ ਤੇ ਅਣਜਾਣੇ ਰੌਲਾ ਪਾ ਰਹੇ ਸੀ ਗੁਰਦੁਆਰੇ ਤੇ ਮਜ਼ਾਕੀਆ ਟਾਈਪ ਦੇ ਵਿੱਚ ਸੱਚ ਬਿਆਨ ਕਰ ਦਿੰਦੇ ਸੀ। ਅਣਜਾਣੇ ਪਾ ਰਹੇ ਸਨ ਰੌਲਾ, ਕਦੇ ਇੱਧਰ ਟੱਪਦੇ ਫਿਰਨ, ਕਦੇ ਦੂਜੇ ਪਾਸੇ, ਤੇ ਉਹ ਕਥਾ ਵਿੱਚ ਪ੍ਰੋਬਲਮ ਆਉਂਦੀ। ਹੁਣ ਬੁਲਾਰੇ ਨੂੰ ਪਤਾ ਹੁੰਦਾ ਹੈ ਕਿਵੇਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਤੇ ਕਹਿਣ ਲੱਗੇ ਵੀ ਬੀਬੀਆਂ ਭੈਣਾਂ ਤੇ ਵੀਰ ਆਣ ਕੇ ਅਰਦਾਸਾਂ ਕਰਦੇ ਨੇ ਵੀ ਗੁਰੂ ਸਾਹਿਬ ਜੀ ਸਾਡੇ ਤੇ ਰਹਿਮਤ ਕਰੋ, ਕਿਰਪਾ ਕਰੋ, ਦਇਆ ਕਰੋ, ਮੈਨੂੰ ਪੋਤਰੇ ਦੀ ਦਾਤ ਬਖਸ਼ੋ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਕਹਿੰਦਾ ਰੱਬ ਨੇ ਰਹਿਮਤ ਕੀਤੀ ਹੈ, ਮਿਹਰ ਕੀਤੀ ਹੈ, ਦਇਆ ਕੀਤੀ, ਕਿਰਪਾ ਕੀਤੀ, ਪੁੱਤਰ ਧੀਆਂ ਬਖਸ਼ੇ। ਤੇ ਕਹਿੰਦਾ ਹੁਣ ਆ ਦਇਆ ਸਾਰੇ ਗੁਰਦੁਆਰੇ ਵਿੱਚ ਦੜੰਗੇ ਲਾ ਲਾ ਕੇ ਰੌਲੇ ਪਾਉਂਦੀ ਫਿਰਦੀ, ਇਸ ਕਿਰਪਾ ਨੂੰ ਸਾਂਭੋ, ਕਿਰਪਾ ਨੂੰ ਸਾਂਭੋ। ਯਾਨੀ ਕਿਰਪਾ ਨੂੰ ਅਸੀਂ ਸੰਭਾਲਣਾ ਹੈ ਨਾ, ਅਸੀਂ ਆਪ ਦਇਆ ਦੇ ਪਾਤਰ ਬਣਨਾ ਹੈ। ਉਨੀ ਕੁ ਦਇਆ ਹੋਣੀ ਹੈ ਜਿੰਨਾ ਸਾਡੇ ਕੋਲ ਬਰਤਨ ਹੈ, ਜਿੰਨਾ ਵਿਸ਼ਵਾਸ ਹੈ। ਤੁਸੀਂ ਕਿੰਨਾ ਸੱਚ ਚਾਹੁੰਦੇ ਹੋ, ਕਿੰਨਾ ਪ੍ਰੇਮ ਚਾਹੁੰਦੇ ਹੋ, ਕਿੰਨੀ ਨਿਰਭੈਤਾ ਨਿਰਵੈਰਤਾ ਚਾਹੁੰਦੇ ਹੋ, ਕੋਈ ਅੰਤ ਹੈ? ਸਮੁੰਦਰ ਤੇ ਚਿਮਚਾ ਲੈ ਕੇ ਜਾਓ, ਚਮਚਾ ਭਰ ਲਿਓ, ਡਰਮ ਲੈ ਜਾਓ, ਡਰਮ ਭਰ ਲਿਓ। ਤਾਂ ਅਸੀਂ ਦਇਆ ਦੇ ਪਾਤਰ ਬਣਨਾ ਹੈ। ਉਹ ਸੇਵਕ ਹੈ ਅਸਲ ਦੇ ਅੰਦਰ ਜੋ ਰੱਬ ਦੀ ਦਇਆ ਦਾ ਪਾਤਰ ਬਣਦਾ ਹੈ। ਨਾਨਕ ਸੋ ਸੇਵਕ, ਨਾਨਕ ਤੇ ਥੋੜਾ ਜਿਹਾ ਰੁਕਣਾ ਹੈ। ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਅਜਿਹਾ ਜਿਹੜਾ ਸੇਵਕ ਹੈ ਨਾ, ਜਿਹਦੇ ਤੇ ਕਿਰਪਾ ਹੈ ਜਾਂ ਜੋ ਕਿਰਪਾ ਦਾ ਪਾਤਰ ਬਣ ਗਿਆ, ਉਹਦੀ ਨਿਸ਼ਾਨੀ ਕੀ ਹੈ? ਨਾਨਕ ਸੋ ਸੇਵਕ ਸਾਸ ਸਾਸ ਸਮਾਰੇ। ਸਾਸ ਸਾਸ ਦਾ ਮਤਲਬ ਦਮ ਬਦਮ, ਹਰ ਵਕਤ ਹਰ ਸਵਾਸ ਨਾਲ ਰੱਬ ਨੂੰ ਯਾਦ ਰੱਖਦਾ ਹੈ। ਉਹਨੂੰ ਕਦੇ ਰੱਬ ਭੁੱਲਦਾ ਨਹੀਂ। ਉਹਨੂੰ ਇਹ ਗੱਲ ਯਾਦ ਰਹਿੰਦੀ ਕਿ ਸਭ ਕੁਝ ਰੱਬੀ ਹੁਕਮ ਵਿੱਚ ਹੈ। ਉਹਨੂੰ ਰੱਬ ਦੇ ਗੁਣ ਹਮੇਸ਼ਾ ਯਾਦ ਨੇ। ਉਹਦੀ ਸੁਰਤ ਦੇ ਅੰਦਰ, ਉਹਦੀ ਯਾਦ ਦੇ ਅੰਦਰ ਹਮੇਸ਼ਾ ਪ੍ਰਭੂ ਦੇ ਗੁਣ ਨੇ। ਉਹਦੇ ਬੋਲ ਗੁਣਾਂ ਵਾਲੇ ਨੇ, ਉਹਦਾ ਤੱਕਣਾ ਗੁਣਾਂ ਵਾਲਾ ਹੈ, ਉਹਦਾ ਵਿਹਾਰ ਗੁਣਾਂ ਵਾਲਾ ਹੈ। ਉਹ ਰੱਬੀ ਰਜ਼ਾ ਦੇ ਅੰਦਰ ਤੁਰਨ ਵਾਲਾ ਇਨਸਾਨ ਬਣ ਜਾਂਦਾ ਹੈ। ਤਾਂ ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ। ਤੇ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਹੋਣ ਤਾਂ ਉਹ ਆਪਣੇ ਵਿਊਜ਼ ਵੀ ਦੇ ਸਕਦਾ ਹੈ। ਆਪ ਬਿਨਾਂ ਕਹਿਣ ਤੋਂ ਹੀ ਅਨਮਿਊਟ ਹੋ ਜਾਓਗੇ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਤੇ ਜੋ ਆਪਾਂ ਅੱਜ ਇਸ ਸਾਖੀ ਦੀ ਵਿਚਾਰ ਕੀਤੀ ਸੀ ਉਸ ਬਾਰੇ ਵੀ ਜੇ ਕੋਈ ਆਪਣੇ ਵਿਚਾਰ ਦੇਣਾ ਚਾਹੇ ਤਾਂ ਉਹ ਵੀ ਦੇ ਸਕਦਾ ਹੈ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਹੈ ਜੀ ਕਿ ਅਨਮਿਊਟ ਹੋ ਜਾਓ। ਸਾਡੇ ਨਾਲ 2 ਜਣੇ ਅਨਮਿਊਟ ਹੋਏ ਹੈ ਜੀ। ਤੇ ਪਹਿਲਾਂ ਮੈਂ ਨੀਨਾ ਜੀ ਕੋਲ ਆਊਂ, ਉਹ ਅਨਮਿਊਟ ਹੈ। ਉਹਦੇ ਬਾਅਦ ਜਸਵੀਰ ਜੀ। ਨੀਨਾ ਜੀ। ਹਾਂਜੀ ਭਾਈ ਸਾਹਿਬ ਜੀ, ਇੱਕ ਵਾਰੀ ਫਿਰ ਤੋਂ ਨਿਰਾਹਾਰ ਦੇ ਮਤਲਬ ਦੱਸਣਾ। ਨਿਰਾਹਾਰ ਦਾ ਮਤਲਬ ਨਿਰ ਆਹਾਰ। ਇਹਦਾ ਸੰਧੀ ਵਿਛੇਦ ਹੋਏਗਾ ਨਿਰ ਆਹਾਰ। ਆਹਾਰ ਦਾ ਮਤਲਬ ਭੋਜਨ, ਨਿਰ ਦਾ ਮਤਲਬ ਬਿਨਾ, ਜਿਹੜਾ ਬਿਨਾ ਭੋਜਨ ਤੋਂ, ਜੋ ਭੋਜਨ ਨਹੀਂ ਖਾਂਦਾ, ਕੁਛ ਖਾਂਦਾ ਪੀਂਦਾ ਨਹੀਂ, ਨਿਰ ਆਹਾਰ। ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ, ਹਾਂਜੀ ਥੈਂਕ ਯੂ ਜੀ। ਤੇ ਸਾਡੇ ਨਾਲ ਜਸਵੀਰ ਕੌਰ ਜੀ ਹੈ ਜੀ। ਜਸਵੀਰ ਕੌਰ ਜੀ ਤੁਸੀਂ ਗੱਲ ਕਰੋ। ਤੇ ਜਸਵੀਰ ਕੌਰ ਸੇਖੋਂ ਦੇ ਕੋਲ ਆਉਂਦੇ। ਹਾਂਜੀ ਗਿਆਨੀ ਜੀ, ਮੇਰਾ ਜਿਹੜਾ ਜੋ ਤੁਸੀਂ ਕਰਦੇ ਸੀ ਨਾ, ਆਦ ਸੱਚ ਜੁਗਾਦ ਸੱਚ ਹੈ ਤੇ ਸੱਚ, ਇਹ ਆਹ ਸ਼ਲੋਕ ਦਾ ਵਾਪਸ ਕਰ ਸਕਦੇ ਹਾਂ? ਪਹਿਲਾਂ ਮੇਰਾ ਕੱਟ ਆਫ ਜਾ ਹੋ ਗਿਆ ਸੀਗਾ, ਉਹਦਾ ਕੋਈ ਪਤਾ ਨਹੀਂ। ਮੇਰੇ ਨਾ ਮੈਂ ਫੇਸਬੁੱਕ ਤੇ ਕੀਤਾ, ਜਿਹੜਾ ਰਿਕਾਰਡਿੰਗ ਚੱਲ ਹੋ ਗਈ ਹੈ, ਉਹਦਾ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ। ਠੀਕ ਹੈ, ਠੀਕ ਹੈ, ਥੈਂਕ ਯੂ, ਧੰਨਵਾਦ ਜੀ। ਤੇ ਜਾਂ ਮਤਲਬ ਤੁਸੀਂ YouTube ਦੇ ਉੱਤੇ ਵੀ ਕਰ ਦੇਣਾ ਹੈ ਨਾ, ਗੁਰਦੁਆਰਾ ਸਾਹਿਬ ਵਾਲਾ ਜਿਹੜਾ ਬੋਲੀ, ਤੇ ਉਹ ਉੱਥੋਂ ਹੀ ਤੁਸੀਂ ਸੁਣ ਸਕਦੇ ਹੋ। ਠੀਕ ਹੈ, ਧੰਨਵਾਦ, ਧੰਨਵਾਦ ਜੀ। ਤੇ ਜਸਵੀਰ ਕੌਰ ਸੇਖੋਂ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਹ ਜਿਹੜਾ ਪੰਨਾ ਨੰਬਰ ਦੱਸਿਆ ਸੀ 917 ਜਾਂ ਪੁੱਤਰ ਕੋਲਾ ਨਾ ਪਾਲੀਏ, ਇਹਨਾਂ ਨੂੰ ਕਿਹੜਾ ਜੀ ਪੰਨਾ ਨੰਬਰ ਕਿੰਨਾ ਹੈ? ਇਹ ਪੰਨਾ ਨੰਬਰ ਜਿਹੜਾ ਆਪਾਂ ਵਿਚਾਰ ਕਰ ਰਹੇ ਸੀ ਉਹ ਤੇ 285। ਅੱਛਾ, 285। ਸੁਖਮਨੀ ਸਾਹਿਬ। ਓਕੇ ਜੀ, ਥੈਂਕ ਯੂ। ਨਹੀਂ ਇਹ ਉਹ ਵਾਲਾ ਮੈਨੂੰ ਲੱਗਦਾ ਉਹ ਪੁੱਤਰੀ ਕੌਲ ਨਾ ਪਾਲਿਓ ਵਾਲਾ ਪੁੱਛ ਰਹੇ ਸੀ। ਹਾਂ, ਅੱਛਾ, ਉਹ ਮੈਂ ਤੁਹਾਨੂੰ 1 ਮਿੰਟ ਦੱਸ ਦਿੰਦਾ ਵਾ। 967 ਸੀ। ਅੱਛਾ ਜੀ, 967 ਹੈ ਜੀ ਭੈਣ।
ਜਸਵੀਰ ਓਕੇ ਸਾਹਿਬ ਜੀ, ਥੈਂਕ ਯੂ, ਓਕੇ ਜੀ। ਥੈਂਕ ਯੂ। ਠੀਕ ਹੈ ਜੀ। ਹਾਂਜੀ ਜਗਜੀਤ ਕੌਰ ਜੀ, ਤੁਸੀਂ ਤਾਂ ਨਹੀਂ ਹੋਰ ਕੁਝ ਕਹਿਣਾ ਕਿ ਕਹਿਣਾ ਸੀਗਾ? ਨਹੀਂ, ਠੀਕ ਹੈ ਜੀ। ਤੇ ਠੀਕ ਹੈ ਜੀ, ਸਾਡੇ ਨਾਲ ਹੋਰ ਤਾਂ ਹੈ ਨਹੀਂ ਕੋਈ ਵੀ ਅਨਮਿਊਟ ਇਸ ਵੇਲੇ। ਗਗਨਦੀਪ ਸਿੰਘ ਜੀ ਭਾਈ ਸਾਹਿਬ। ਹਾਂਜੀ ਭਾਈ ਸਾਹਿਬ ਜੀ, ਜਿਹੜੀ ਆਪਾਂ ਤੁਸੀਂ ਵਿਚਾਰ ਕਰਦੇ ਸੀ ਉਹ ਜਲ ਵਾਲੀ, ਜਿਹੜੀ ਸੂਰਜ ਨੂੰ ਜਲ ਚੜਾਉਂਦੇ ਆ, ਤਾਂ ਉਹਦੇ ਬਾਰੇ ਗੁਰਬਾਣੀ 'ਚ ਕਿਹਾ ਕੁਛ? ਕਿਹੜਾ ਉਹਦੇ ਕਿਸ ਤਰ੍ਹਾਂ? ਜਿਹੜੀ ਤੁਸੀਂ ਸਾਖੀ ਸੁਣਾ ਰਹੇ ਸੀ, ਉਹ ਸੂਰਜ ਨੂੰ ਜੋ ਪਾਣੀ ਚੜਾਉਂਦੇ ਆ। ਹਾਂਜੀ, ਉਹਦੇ ਵਿੱਚ ਅਸੀਂ ਨਾ ਜੀਵਤ ਪਿਤਰ ਨਾ ਮਾਨੇ ਕੋ ਮੋਏ ਸਰਾਧ ਕਰਾਹੀ ਪਿਤਰ ਪੀ ਬਪਰੇ ਕਹੋ ਕਿਉ ਪਾਵੇਂ ਕੂਆ ਕੂਕਰ ਖਾਹੀ। ਇਹ ਸਾਰਾ ਉਸੇ ਸੰਬੰਧ ਵਿੱਚ ਹੀ ਹੈ। ਅੱਛਾ ਜੀ। ਯਾਨੀ ਤੇ ਪਿੱਛੋਂ ਦੀ ਕੋਈ ਚੀਜ਼ ਅੱਗੇ ਨਹੀਂ ਮਿਲਦੀ। ਉਹਦੇ ਵਿੱਚ ਅਸੀਂ ਆਸਾ ਦੀ ਵਾਰ ਵਿੱਚ ਰੋਜ਼ ਪੜ੍ਹਦੇ ਆ ਨਾ, ਜੇ ਮੁਹਾਕਾ ਘਰ ਮੁਹੇ ਘਰ ਮੁਹੇ ਪਿਤਰੀ ਦੇ ਅੱਗੇ ਵਸ ਸਿਆਣੀਏ ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਐਸੋ ਮਿਲੇ ਜੇ ਖੱਟੇ ਕਾਲੇ ਦੇ। ਤੇ ਉੱਥੇ ਵੀ ਇੱਕ ਨਾ ਵਿਅੰਗ ਕੀਤਾ ਹੈ, ਜੇ ਮੁਹਾਕਾ ਘਰ ਮੁਹੇ, ਇੰਜ ਸਮਝਿਆ ਜਾਂਦਾ ਵੀ ਜਿਹੜਾ ਪੁਜਾਰੀ ਨੂੰ ਅਸੀਂ ਦਾਨ ਦਿਆਂਗੇ ਨਾ, ਮੰਨ ਲਓ ਤੁਸੀਂ ਮੈਨੂੰ ਦਾਨ ਦਿੰਦੇ ਹੋ ਤੇ ਮੈਨੂੰ ਦਾਨ ਦੇਣ ਦੇ ਨਾਲ ਅੱਗੇ ਤੁਹਾਡੇ ਬਜ਼ੁਰਗਾਂ ਨੂੰ ਉਹ ਚੀਜ਼ ਮਿਲ ਜਾਏਗੀ। ਤੇ ਹੁਣ ਗੁਰੂ ਜੀ ਕਹਿੰਦੇ ਨੇ ਜੇ ਮੁਹਾਕਾ ਘਰ ਮੁਹੇ, ਮੁਹਾਕਾ ਦਾ ਮਤਲਬ ਚੋਰ, ਮੁਹੇ ਦਾ ਮਤਲਬ ਚੋਰੀ ਕਰੇ। ਵੀ ਜੇ ਕੋਈ ਚੋਰ ਕਿਸੇ ਦੀ ਚੋਰੀ ਕਰਕੇ ਤੇ ਅੱਗੇ ਦਾਨ ਦੇ ਦੇਵੇ, ਮੰਨ ਲਓ ਵੀਰ ਜੀ ਤ੍ਰਿਲੋਚਨ ਸਿੰਘ ਨੇ, ਮੈਂ ਇਹਨਾਂ ਦੀ ਚੋਰੀ ਕਰਾਂ ਤੇ ਇਹਨਾਂ ਦੀ ਚੋਰੀ ਕਰਕੇ ਕਿਸੇ ਪੁਜਾਰੀ ਨੂੰ ਦੇ ਦਿਆਂ ਮੈਂ ਦਾਨ, ਤੇ ਉਹ ਦਾਨ ਦਿੱਤਾ ਹੋਇਆ ਅੱਗੇ ਮਿਲ ਜਾਏ। ਜੇ ਮੁਹਾਕਾ ਘਰ ਮੁਹੇ ਪਿਤਰੀ ਦੇ ਅੱਗੇ ਵਸਤ ਸਿਆਣੀਏ। ਹੁਣ ਅੱਗੇ ਮੇਰਾ ਦਾਦਾ ਤੇ ਬੈਠਾ ਨਹੀਂ, ਵੀਰ ਤ੍ਰਿਲੋਚਨ ਸਿੰਘ ਦਾ ਦਾਦਾ ਦਾਦੀ ਬੈਠੇ ਉੱਥੇ, ਉਹਨਾਂ ਨੇ ਉਹ ਚੀਜ਼ ਪਛਾਣ ਲੈਣੀ ਵੀ ਤੇ ਸਾਡੇ ਘਰੋਂ ਆਈ ਹੈ। ਤੇ ਉੱਥੇ ਜਮਾ ਨੇ ਮੇਰੇ ਪਿਓ ਨੂੰ ਢਾ ਲੈਣਾ ਵੀ ਤੂੰ ਚੋਰੀ ਦਾ ਸਮਾਨ ਇੱਥੇ ਮੰਗਾਣਾ ਹੈ। ਪਿਤਰੀ ਚੋਰ ਕਰੇ। ਤੇ ਹੁਣ ਇਹ ਪ੍ਰੋਬਲਮ ਕਿਹਦੇ ਕਰਕੇ ਆਈ? ਪੁਜਾਰੀ ਕਰਕੇ, ਜਿਹੜਾ ਉੱਥੇ ਚੋਰੀ ਦਾ ਸਮਾਨ ਪਹੁੰਚਾ ਰਿਹਾ। ਇਸ ਲਈ ਗੁਰੂ ਜੀ ਕਹਿੰਦੇ ਨੇ ਵੱਡੀਆਂ ਹੱਥ ਦਲਾਲ ਕੇ, ਵੀ ਜਿਹੜਾ ਦਲਾਲ ਇਹ ਗੱਲ ਕਹਿ ਰਿਹਾ ਨਾ ਵੀ ਅੱਗੇ ਚੀਜ਼ ਮਿਲਦੀ ਹੈ, ਉਹਦੇ ਹੱਥ ਵੱਡੇ ਜਾਣੇ ਚਾਹੀਦੇ ਨੇ। ਮੁਸਫੀ ਇਹ ਕਰੇ, ਮੁਸਫੀ ਦਾ ਮਤਲਬ ਨਿਆਂ, ਇਹ ਗੱਲ ਕਹਿੰਦਾ ਹੈ। ਤੇ ਹੱਥ ਵੱਢਣ ਦਾ ਮਤਲਬ ਇਹ ਨਹੀਂ ਵੀ ਟੋਕਾ ਮਾਰ ਕੇ ਹੱਥ ਵੱਢਣੇ। ਹੱਥ ਵੱਢਣ ਦਾ ਮਤਲਬ ਵੀ ਉਹਦੇ ਹੱਕ ਖੋਹ ਲੈਣੇ ਚਾਹੀਦੇ ਨੇ। ਅਸੀਂ ਕਹਿੰਦੇ ਫਲਾਂ ਬੰਦਾ ਆਪਣੇ ਹੱਥ ਵੱਢ ਕੇ ਦੇ ਬੈਠਾ ਹੈ, ਲਿਖ ਕੇ ਦੇ ਬੈਠਾ, ਹੱਕ ਦੇ ਬੈਠਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਵੱਡੀਆਂ ਹੱਥ ਦਲਾਲ ਕੇ, ਵੀ ਜਿਹੜਾ ਵੀ ਚਾਹੇ ਉਹ ਕੋਈ ਪੁਜਾਰੀ ਹੈ ਜਾਂ ਪ੍ਰਬੰਧਕ ਹੈ ਜਾਂ ਰਾਜਨੀਤਾ ਹੈ ਜਾਂ ਮਤਲਬ ਕੋਈ ਸੰਗਤ ਵਿੱਚੋਂ ਕੋਈ ਵੀ ਬੰਦਾ ਹੈ, ਜਿਹੜਾ ਵੀ ਬੰਦਾ ਇਹ ਗੱਲ ਕਹਿੰਦਾ ਹੈ ਤੇ ਇੱਥੋਂ ਦੀ ਦਿੱਤੀ ਚੀਜ਼ ਅੱਗੇ ਪਿਤਰਾਂ ਨੂੰ ਮਿਲੇਗੀ, ਵੱਡੀਆਂ ਹੱਥ ਦਲਾਲ ਕੇ ਉਸ ਬੰਦੇ ਦੇ ਇਹ ਹੱਕ ਖੋਹ ਲੈਣੇ ਚਾਹੀਦੇ ਨੇ। ਉਹਨੂੰ ਇਹ ਗੱਲ ਕਹਿਣ ਦਾ ਕੋਈ ਹੱਕ ਨਹੀਂ ਹੈ। ਮੁਸਫੀ ਇਹ ਕਰੇ, ਇਹ ਨਿਆਂ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਅੱਗੇ ਦਾ ਮਤਲਬ ਆਉਣ ਵਾਲੇ ਫਿਊਚਰ ਵਿੱਚ ਵੀ ਉਹ ਚੀਜ਼ ਦਾ ਤੁਹਾਨੂੰ ਸੁੱਖ ਮਿਲੇਗਾ ਜੇ ਤੁਸੀਂ 10 ਨਵਾਂ ਦੀ ਕਿਰਤ ਕਮਾਈ ਕਰਕੇ ਆਪ ਕਿਸੇ ਦੀ ਸੇਵਾ ਜਾਂ ਸਹਿਯੋਗ ਕਰੋਗੇ। ਉਹਦਾ ਤੁਹਾਨੂੰ ਫਿਊਚਰ ਦੇ ਵਿੱਚ ਸਿੱਖ ਮਿਲੇਗਾ, ਪਰ ਲੋਕ ਵਿੱਚ, ਅਗਲੇ ਲੋਕ ਵਿੱਚ ਨਹੀਂ, ਇੱਥੇ।